ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਪ੍ਰੋਗਰਾਮ ਕਮਿਊਨਿਟੀ ਕਨੈਕਸ਼ਨ ਦੇ ਵਿੱਚ। ਮੇਰਾ ਨਾਮ ਹੈ ਗੁਰਸ਼ਰਨ ਕੌਰ ਐਂਡ ਅੱਜ ਮੇਰੇ ਨਾਲ ਬੈਠੇ ਨੇ CEO ਆਫ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਮਿਸਟਰ ਬਲਦੇਵ ਮੋਟਾ। ਤੇ ਅੱਜ ਅਸੀਂ ਗੱਲ ਕਰਾਂਗੇ ਕੌਨਫਲਿਕਟਸ ਬਿਟਵੀਨ ਅ ਹਸਬੈਂਡ ਐਂਡ ਅ ਵਾਈਫ। ਇੱਕ ਹਸਬੈਂਡ ਤੇ ਵਾਈਫ ਦੇ ਵਿੱਚ ਕੀ ਕੌਨਫਲਿਕਟਸ ਹੁੰਦੇ ਨੇ, ਇਹਨਾਂ ਦੇ ਰੂਟ ਕਾਜ਼ਸ ਕੀ ਹੁੰਦੇ ਨੇ। ਮੈਂ ਵੈਲਕਮ ਕਰਨਾ ਚਾਹੂੰਗੀ ਬਲਦੇਵ ਜੀ ਦਾ। हाँ जी, सत श्री अकाल गुरशर जी, सत श्री अकाल। ਬਲਦੇਵ ਜੀ, ਇੱਦਾਂ ਕਿਉਂ ਹੁੰਦਾ ਹੈ ਕਿ ਇੰਨੇ ਸਾਰੇ ਕੌਨਫਲਿਕਟਸ ਹੁੰਦੇ ਨੇ ਇੱਕ ਹਸਬੈਂਡ ਐਂਡ ਵਾਈਫ ਦੇ ਵਿੱਚ? ਮੈਂ ਹੁਣੇ ਬਸ ਨਵੀਂ ਕੈਨੇਡਾ 'ਚ ਆਈ ਹਾਂ। ਮੈਂ ਇੰਡੀਆ 'ਚ ਤਾਂ ਬਹੁਤ ਸਾਰੀ ਕਹਾਣੀਆਂ ਕਿਸੇ ਆਪਣੇ ਪਰਿਵਾਰ ਦੇ ਵਿੱਚ, ਨੇਬਰਸ ਦੇ ਵਿੱਚ ਦੇਖੇ ਨੇ ਕਿ ਬਹੁਤ ਤਰ੍ਹਾਂ ਦੇ ਲੜਾਈ ਝਗੜੇ ਹੁੰਦੇ ਨੇ। ਕਦੇ ਕਦਾਰ ਉਹ ਚਾਰ ਦੀਵਾਰਾਂ ਦੇ ਵਿੱਚ ਬੰਦ ਰਹਿ ਜਾਂਦੇ, ਕਦੇ ਕਦਾਰ ਉਹ ਪਬਲਿਕ ਹੋ ਜਾਂਦੇ ਸੀਗੇ। ਬਟ ਮੈਂ ਕਦੇ ਕੈਨੇਡਾ ਦਾ ਨਹੀਂ ਸੋਚਿਆ ਸੀਗਾ ਕਿ ਇੱਥੇ ਵੀ ਇੰਨੇ ਸਾਰੇ ਕੌਨਫਲਿਕਟਸ ਹੋਣਗੇ। ਤੇ ਲਾਈਕ ਇੱਕ ਤਰੀਕੇ ਤੇ ਭਰਮ 'ਚ ਜਿੰਦੇ ਨੇ ਇੰਡੀਅਨਸ, ਠੀਕ ਹੈ, ਕਿ ਕੈਨੇਡਾ ਜਾ ਕੇ ਸਾਰਾ ਕੁਝ ਠੀਕ ਹੋ ਜਾਏਗਾ। ਬਟ ਇੱਦਾਂ ਦਾ ਨਹੀਂ ਹੈਗਾ। ਇੱਥੇ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ। ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਇੱਦਾਂ ਦੇ ਕੀ ਰੂਟ ਕਾਜ਼ਸ ਨੇ, ਲਾਈਕ ਜੜ੍ਹਾਂ ਕਿੱਥੇ ਤੱਕ ਜਾਂਦੀਆਂ ਨੇ ਕੌਨਫਲਿਕਟ ਦੀਆਂ ਇੱਕ ਹਸਬੈਂਡ ਐਂਡ ਵਾਈਫ ਦੇ ਵਿੱਚ? ਜੀ, ਤੁਹਾਡਾ ਇਹ ਸਵਾਲ ਬਹੁਤ ਮਹੱਤਵਪੂਰਨ ਆ। ਇਹ ਮਹੱਤਵਪੂਰਨ ਇਸ ਕਰਕੇ ਆ ਕਿ ਆਪਾਂ ਇਸ ਚੀਜ਼ ਨੂੰ ਆਪਾਂ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਵਿਚਾਰ ਨਹੀਂ ਕਰ ਸਕਦੇ ਕਿ ਅਸੀਂ ਸਾਡੀ ਪਰਵਰਿਸ਼ ਇੱਕ ਮੁਲਕ 'ਚ ਹੋਈ ਆ, ਰਹਿਣ ਅਸੀਂ ਦੂਸਰੇ ਮੁਲਕ 'ਚ ਆ ਗਏ, ਲੇਕਿਨ ਉੱਥੋਂ ਦਾ ਜਿਸ ਕੰਟਰੀ ਦੇ ਵਿੱਚ ਸਾਡੀ ਪਰਵਰਿਸ਼ ਹੋਈ ਆ, ਉੱਥੋਂ ਦੀਆਂ ਕਦਰਾਂ ਕੀਮਤਾਂ, ਉੱਥੋਂ ਦਾ ਸਾਡਾ ਵਿਚਰਨ ਦਾ ਢੰਗ, ਉੱਥੋਂ ਦਾ ਸਾਡਾ ਕਦਰਾਂ ਕੀਮਤਾਂ, ਉੱਥੋਂ ਦੀ ਸਾਰਾ ਕੁਝ ਹੀ ਅਸੀਂ ਨਾਲੇ ਲੈ ਆਏ। ਜਦੋਂ ਅਸੀਂ ਨਾਲ ਲੈ ਆਏ ਤਾਂ ਉਹਦੇ ਨਾਲ ਕੀ ਹੋਇਆ ਕਿ ਸਾਡਾ ਜਿਹੜਾ ਜਿਸ ਹਿਸਾਬ ਨਾਲ ਅਸੀਂ ਉੱਥੇ ਜ਼ਿੰਦਗੀ ਜਿਉਂਦੇ ਸੀ, ਉਸੇ ਹਿਸਾਬ ਨਾਲ ਹੀ ਅਸੀਂ ਇੱਥੇ ਜ਼ਿੰਦਗੀ ਜਿਉਣੀ ਸ਼ੁਰੂ ਕਰਤੀ। ਲੇਕਿਨ ਹੋਇਆ ਇਹ ਕਿ ਇੱਥੋਂ ਦਾ ਸਾਰਾ ਕੁਝ ਹੀ ਵੱਖਰਾ, ਇੱਥੋਂ ਦਾ ਫਾਈਨੈਂਸ਼ੀਅਲ ਢਾਂਚਾ ਵੱਖਰਾ, ਇੱਥੋਂ ਦੀ ਐਜੂਕੇਸ਼ਨ ਸਿਸਟਮ ਵੱਖਰੀ, ਇੱਥੋਂ ਦਾ ਕੰਮ ਕਰਨ ਦਾ ਅੰਦਾਜ਼ ਵੱਖਰਾ, ਇੱਥੋਂ ਦੀਆਂ ਸੇਵਿੰਗਸ ਆ, ਇੱਥੋਂ ਦੇ ਮੌਰਗੇਜਸ ਡਿਫਰੈਂਟ ਆ, ਲਾਈਫ ਇੰਸ਼ੋਰੈਂਸਿਸ ਡਿਫਰੈਂਟ ਆ, ਟ੍ਰੈਫਿਕ ਰੂਲਸ ਐਂਡ ਰੈਗੂਲੇਸ਼ਨਸ ਡਿਫਰੈਂਟ ਆ, ਇੱਥੇ ਬਹੁਤ ਜ਼ਿਆਦਾ ਲੀਗਲ ਕੌਨਸੀਕੁਐਂਸਿਸ ਆ। ਇਹ ਚੀਜ਼ਾਂ ਦਾ ਸਾਨੂੰ ਜਦੋਂ ਤੱਕ ਪਤਾ ਲੱਗਿਆ, ਕਈ ਵਾਰੀ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਆ। ਸੋ ਇੱਕ ਤਾਂ ਪਿਛੋਕੜੇ ਦਾ ਇਹ ਆ ਕਿ ਇਸ ਕਰਕੇ ਮੇਰਾ ਖਿਆਲ 'ਚ ਜਿੰਨੀਆਂ ਪ੍ਰੋਬਲਮਸ ਹਸਬੈਂਡ ਵਾਈਫ ਦੀਆਂ ਆਪਣੇ ਇੰਡੀਆ ਦੇ ਵਿੱਚ ਹੁੰਦੀਆਂ, ਉਨੀਆਂ ਕੁ ਹੀ ਤਕਰੀਬਨ ਇਸ ਕੰਟਰੀ 'ਚ ਹੁੰਦੀਆਂ। ਹੋ ਸਕਦਾ 2-4 ਚੀਜ਼ਾਂ ਹੋਰ ਵੀ ਨਾਲ ਜੁੜ ਜਾਂਦੀਆਂ ਹੋਣ ਕੌਨਫਲਿਕਟ ਦੀਆਂ। ਹੁਣ ਕੌਨਫਲਿਕਟ ਕਿਉਂ ਹੁੰਦੀ ਆ? ਉਹਦੇ 'ਚ ਇੱਕ ਵੱਡੀ ਥਿਊਰੀ ਇਹ ਆ ਕਿ ਅਗਰ ਸਾਨੂੰ ਇਹ ਦਿਮਾਗ ਦੇ ਵਿੱਚ ਨਾ ਆਵੇ ਕਿ ਅਸੀਂ ਦੂਸਰੇ ਬੰਦੇ ਨਾਲ ਕੰਪਰੋਮਾਈਜ਼ ਕਰਕੇ ਜ਼ਿੰਦਗੀ ਜਿਉਣੀ ਆ, ਫਿਰ ਸਾਡੀ ਕੌਨਫਲਿਕਟ ਹੋ। ਕਿਉਂਕਿ ਫਿਰ ਦੋਨੋਂ ਧਿਰਾਂ ਇਹ ਕਹਿੰਦੀਆਂ ਵੀ ਮੇਰੀ ਗੱਲ ਸਹੀ ਆ, ਦੂਸਰਾ ਬੰਦਾ ਕਹਿੰਦਾ ਮੇਰੀ ਸਹੀ ਆ। ਹੁਣ ਕਈ ਵਾਰੀ ਦੋਨੋਂ ਹੀ ਨਹੀਂ ਗਲਤ ਹੁੰਦੇ। ਮੈਂ ਮਿਸਾਲ ਦੇ ਕੇ ਇੱਕ ਤੁਹਾਨੂੰ ਸਮਝਾਉਣਾ ਵੀ ਇੱਕ ਬੰਦਾ ਕਹਿੰਦਾ ਵੀ ਮੈਂ ਬਰੈਂਪਟਨ 'ਚ ਘਰ ਲੈਣਾ, ਦੂਸਰਾ ਬੰਦਾ ਕਹਿੰਦਾ ਵੀ ਮੈਂ ਮਿਸੀਸਾਗਾ 'ਚ ਘਰ ਲੈਣਾ। ਹੁਣ ਨਾ ਤਾਂ ਬਰੈਂਪਟਨ ਵਾਲੇ ਘਰ ਮਾੜੇ ਆ ਅਤੇ ਨਾ ਮਿਸੀਸਾਗਾ ਵਾਲੇ ਘਰ ਮਾੜੇ ਆ। ਹੁਣ ਉਹ ਕੰਪਰੋਮਾਈਜ਼ ਕਰ ਸਕਦੇ ਸੀ ਵੀ ਚੱਲ ਵੀ ਅਸੀਂ ਲੈ ਲੈਂਦੇ ਹਾਂ, ਚੱਲ ਮਿਸੀਸਾਗਾ, ਪਰ ਲੈ ਲੈਂਦੇ ਹਾਂ ਐਜ਼ ਕਲੋਜ਼ ਟੂ ਬਰੈਂਪਟਨ ਦੀ ਬਾਉਂਡਰੀ ਦੇ ਐਜ਼ ਪੋਸੀਬਲ। ਇਹ ਵੀ ਇੱਕ ਕੰਪਰੋਮਾਈਜ਼ ਹੋ ਸਕਦਾ ਸੀ। ਦੂਸਰਾ ਕੰਪਰੋਮਾਈਜ਼ ਇਹ ਹੋ ਸਕਦਾ ਸੀ ਵੀ ਅਸੀਂ ਬਰੈਂਪਟਨ 'ਚ ਲੈ ਲੈਂਦੇ ਹਾਂ, ਲੇਕਿਨ ਲੈ ਲੈਂਦੇ ਹਾਂ ਮਿਸੀਸਾਗਾ ਦੀ ਬਾਉਂਡਰੀ ਦੇ ਕੋਲੇ। ਇਹ ਵੀ ਇੱਕ ਕੰਪਰੋਮਾਈਜ਼ ਹੋ ਸਕਦਾ ਸੀ। ਪਰ ਕਿਉਂਕਿ ਕੰਪਰੋਮਾਈਜ਼ ਇੱਕ ਐਸਾ ਲਫ਼ਜ਼ ਆ, ਐਸੀ ਇੱਕ ਸਟੇਟ ਆ ਮਾਈਂਡ ਦੀ, ਜਿਹੜਾ ਮਾਈਂਡ ਆ ਉਹ ਇਹਨੂੰ ਲੱਗਦਾ ਕਿ ਮੈਂ ਕਿਉਂ ਐਗਰੀ ਕਰਾਂ, ਇਹਦਾ ਮਤਲਬ ਮੈਂ ਹਮੇਸ਼ਾ ਹੀ ਐਗਰੀ ਕਰਦਾ ਰਹਿ ਜਾਊਂਗਾ। ਸੋ ਇਹ ਜਿਹੜਾ ਕੌਨਸੈਪਟ ਆ ਕੰਪਰੋਮਾਈਜ਼ ਦਾ, ਇਹ ਸਾਡੇ ਵਿਆਹੁਤਾ ਜੀਵਨ ਦੇ ਵਿੱਚ ਜਦੋਂ ਸਾਨੂੰ ਸਿੱਖਿਆ ਦੇਣੀ ਬਣਦੀ ਸੀਗੀ ਮਾਪਿਆਂ ਦੀ, ਧਾਰਮਿਕ ਗੁਰੂਆਂ ਦੀ, ਸੁਸਾਇਟੀ ਦੀ, ਉਦੋਂ ਸਾਨੂੰ ਇਹ ਵਿਰਸੇ 'ਚ ਕੰਪਰੋਮਾਈਜ਼ ਲਫ਼ਜ਼ ਆਇਆ ਨਹੀਂ। ਹੁਣ ਕਈ ਵਿਦਵਾਨਾਂ ਦਾ ਇਹ ਕਹਿਣਾ ਵੀ ਮੈਰਿਜ ਇਜ਼ ਨਥਿੰਗ ਬਟ ਕੰਪਰੋਮਾਈਜ਼, ਵੀ ਇਹ ਕਿਉਂਕਿ ਦੋ ਇੰਡੀਵਿਜੂਅਲਸ ਨੂੰ ਤੁਸੀਂ ਇਕੱਠਾ ਕਰਦੇ ਹੋ ਜ਼ਿੰਦਗੀ ਗੁਜ਼ਾਰਨ ਵਾਸਤੇ, ਲੇਕਿਨ ਉਹ ਦੋਨਾਂ ਦੀ ਪਰਵਰਿਸ਼ ਅਲੱਗ-ਅਲੱਗ ਹੋਈ ਆ। ਜਿਵੇਂ ਕੈਨੇਡਾ ਦਾ ਜੰਮਪਲ ਬੰਦਾ ਇੰਡੀਆ ਦੇ ਵਿੱਚ ਅਗਰ ਚਲੇ ਜੇ, ਉਹਨੂੰ ਬੜੀ ਮੁਸ਼ਕਿਲ ਆਊਗੀ। ਇਸੇ ਤਰ੍ਹਾਂ ਹੀ ਜਦੋਂ ਇੰਡੀਆ ਤੋਂ ਬੰਦਾ ਆਉਂਦਾ ਕੈਨੇਡਾ 'ਚ, ਉਹਨੂੰ ਪਹਿਲੇ ਕੁਝ ਸਾਲ ਬੜੀ ਮੁਸ਼ਕਿਲ ਆਉਂਦੀ ਆ, ਫਿਰ ਕੁਝ ਸਾਲ ਉਹ ਕੰਪਰੋਮਾਈਜ਼ ਕਰਦੇ ਆ, ਕਿਉਂਕਿ ਆਪਾਂ ਡੇਲੀ ਜ਼ਿੰਦਗੀ ਵਿੱਚ ਵੀ ਤਾਂ ਕੰਪਰੋਮਾਈਜ਼ ਕਰਦੇ ਆ ਨਾ। ਇਸੇ ਤਰ੍ਹਾਂ ਹੀ ਆਪਣੇ ਹਸਬੈਂਡ ਵਾਈਫ ਵੀ ਕੰਪਰੋਮਾਈਜ਼ ਕਰਦੇ ਆ। ਜਿਹੜੇ ਕਪਲ ਤਾਂ ਕੰਪਰੋਮਾਈਜ਼ ਕਰ ਲੈਂਦੇ ਆ, ਉਹਨਾਂ ਦਾ ਤਾਂ ਵਿਆਹੁਤਾ ਜੀਵਨ ਸੁਖਾਲਾ ਹੋ ਜਾਂਦਾ।
ਉਹਨਾਂ ਨੇ ਤਕਰੀਬਨ ਇਸ 'ਚ ਫਿਗਰ ਆਊਟ ਕਰ ਲਿਆ ਵੀ ਮੇਰੀ ਵਾਈਫ ਫਾਈਨੈਂਸ਼ੀਅਲ ਮੈਨੇਜਮੈਂਟ 'ਚ ਮੇਰੇ ਨਾਲੋਂ ਬੈਟਰ ਆ, ਮੈਂ ਕੰਪਰੋਮਾਈਜ਼ ਕਰਤਾ, ਮੈਂ ਚੱਕ ਕੇ ਸਾਰੀ ਰਿਸਪੌਂਸਿਬਿਲਟੀ ਇਹਨੂੰ ਦੇ ਦਿੰਦਾ। ਵਾਈਫ ਕਹਿੰਦੀ ਆ ਵੀ ਓਕੇ ਇਹਦੇ ਕੋਲੇ ਜ਼ਿਆਦਾ ਮੁਹਾਰਤ ਆ ਕਾਰ ਠੀਕ ਕਰਾਉਣ ਦੀ, ਇਹਦੀ ਜ਼ਿੰਮੇਵਾਰੀ ਆ ਕਾਰ ਨੂੰ ਠੀਕ ਕਰਾ ਕੇ ਲਿਆ ਕੇ ਦੇਣ ਦੀ। ਉਹ ਇਸ ਤਰ੍ਹਾਂ ਕਰਕੇ ਕੰਪਰੋਮਾਈਜ਼ ਜ਼ਿੰਦਗੀ ਦੇ ਵਿੱਚ ਕਰ ਲੈਂਦੇ ਆ ਵੀ ਕਿਹਦੇ ਕੋਲੇ ਕਿਹੜੀ ਮੁਹਾਰਤ ਆ, ਕਿਸ ਤਰ੍ਹਾਂ ਹੋਣੀ ਚਾਹੀਦੀ ਆ। ਅਨਫੋਰਚੂਨੇਟਲੀ ਸਾਡੀਆਂ ਇੱਕ ਪ੍ਰੋਬਲਮ ਤਾਂ ਸਾਡੇ ਕੰਪਰੋਮਾਈਜ਼ ਦੀ ਆ ਕਿ ਅਸੀਂ ਕੰਪਰੋਮਾਈਜ਼ ਨਹੀਂ ਕਰਦੇ। ਦੂਜੀਆਂ ਸਾਡੀਆਂ ਕੁਝ ਕਲਚਰਲ ਪ੍ਰੀ ਡਿਟਰਮਿਨਡ ਕਨਸੈਪਟਸ ਆ ਸਾਡੇ ਦਿਮਾਗ 'ਚ। ਉਹ ਕਨਸੈਪਟ ਇਹ ਆ ਕਿ ਸਾਡੀਆਂ ਬੋਲੀਆਂ ਦੇ ਵਿੱਚ, ਸਾਡੀਆਂ ਰਵਾਇਤਾਂ ਦੇ ਵਿੱਚ, ਸਾਡੀਆਂ ਹਰ ਇੱਕ ਚੀਜ਼ ਦੇ ਵਿੱਚ ਇਹ ਕਿਹਾ ਜਾਂਦਾ ਕਿ ਨੂੰਹ ਸੱਸ ਦੀ ਤਾਂ ਬਣਨੀ ਹੋਈ ਨਹੀਂ, ਔਰ ਉਹਨਾਂ ਨੇ ਹਜੇ ਇਹਦੀ ਕੋਈ ਗਰੰਟੀ ਨਹੀਂ ਸੀ ਵੀ ਨਹੀਂ ਬਣਨੀ, ਲੇਕਿਨ ਅਸੀਂ ਕੰਡੀਸ਼ਨਾਂ ਕ੍ਰੀਏਟ ਕੀਤੀਆਂ ਕਿ ਨਾ ਬਣੇ। ਜਾਣੀ ਅਸੀਂ ਕੁਝ ਇਸ ਤਰੀਕੇ ਦੀ ਸਿਚੁਏਸ਼ਨਸ ਕਰਨੀਆਂ ਸ਼ੁਰੂ ਕਰਤੀਆਂ ਘਰਾਂ ਦੇ ਵਿੱਚ ਕਿ ਜਦੋਂ ਕੋਈ ਨਵਾਂ ਬੰਦਾ ਐਂਟਰ ਹੁੰਦਾ, ਬਜਾਏ ਉਸ ਦੇ ਕਿ ਉਹਨੂੰ ਵੈਲਕਮ ਕਰਨ ਤੇ ਉਹਨੂੰ ਕ੍ਰਿਟੀਕਲ ਨਿਗਾਹ ਨਾਲ ਦੇਖਿਆ ਜਾਂਦਾ ਵੀ ਇਹ ਕਿਸ ਤਰ੍ਹਾਂ ਦਾ, ਇਹ ਕਿਵੇਂ ਐਂ ਕਰਦਾ, ਇਹ ਐਂ ਕਿਉਂ ਵਿਚਰਦਾ, ਇਹ ਐਂ ਕਿਉਂ ਉੱਠਦਾ, ਇਹ ਐਂ ਕਿਉਂ ਪੈਂਦਾ, ਇਹ ਦਾਲ 'ਚ ਲੂਣ ਕਿੰਨਾ ਪਾਉਂਦੀ ਹੈ, ਇਹ ਚਾਹ ਕਿਵੇਂ ਬਣਾਉਂਦੀ ਹੈ। ਸਾਡੇ ਘਰ ਤਾਂ ਇਸ ਤਰ੍ਹਾਂ ਦੀ ਕੋਈ ਚਾਹ ਨਹੀਂ ਸੀ ਪੀਂਦਾ, ਇਹਦੇ 'ਚ ਤਾਂ ਦੁੱਧ ਹੀ ਹੈ ਨਹੀਂ ਗਾ, ਜਾਂ ਇਹਦੇ 'ਚ ਤਾਂ ਦੁੱਧ ਹੀ ਦੁੱਧ ਆ, ਅਸੀਂ ਤਾਂ ਚਾਹ ਬਣਾਉਣ ਨੂੰ ਕਿਹਾ ਸੀ, ਨਾ ਕਿ ਦੁੱਧ ਪੱਤੀ ਕਿਹਾ ਸੀ। ਆਹ ਜਿਹੜਾ ਸਾਰਾ ਕਨਸੈਪਟ ਆ ਇਹ ਆਪਣੇ ਬਹੁਤ ਹਾਵੀ ਆ, ਇਹਨਾਂ ਮੁਲਕਾਂ 'ਚ ਘੱਟ ਆ। ਜਾਣੀ ਜੇ ਆਪਾਂ ਮੇਨ ਸਟਰੀਮ ਕਮਿਊਨਿਟੀ ਨੂੰ ਦੇਖੀਏ ਤਾਂ ਉਹਦੇ ਵਿੱਚ ਇਹ ਕਨਸੈਪਟ ਹੀ ਨਹੀਂ ਆਉਂਦਾ ਵੀ ਮਦਰ ਇਨ ਲਾ ਅਤੇ ਡਾਟਰ ਇਨ ਲਾ ਦੀ ਆਪਸ ਵਿੱਚ ਕੋਈ ਕੌਨਫਲਿਕਟ ਹੋਊਗੀ, ਕਿਉਂਕਿ ਉਹਨੇ ਉਹਦੇ 'ਚ ਨਹੀਂ ਇੰਟਰਫੀਅਰ ਕਰਨਾ, ਉਹਨੇ ਉਹਦੇ 'ਚ ਨਹੀਂ ਇੰਟਰਫੀਅਰ ਕਰਨਾ। ਸੋ ਇੱਕ ਤਾਂ ਸਾਡੀ ਜਿਹੜੀਆਂ ਇਹ ਰਵਾਇਤਾਂ ਇਹ ਬੜੀਆਂ ਪ੍ਰੋਬਲਮੈਟਿਕ ਆ, ਕਿਉਂਕਿ ਇਹ ਕੰਡੀਸ਼ਨਾਂ ਕ੍ਰੀਏਟ ਕਰਦੀਆਂ ਜਿੱਥੇ ਕੌਨਫਲਿਕਟ ਨਾ ਹੋਵੇ ਉੱਥੇ ਕੌਨਫਲਿਕਟ ਪੈਦਾ ਕਰਨੀ। ਥਰਡ, ਹਾਂਜੀ, ਬਟ ਇੱਥੇ ਤਾਂ ਜਿਵੇਂ ਆਪਾਂ ਦੇਖਦੇ ਨੇ ਕਿ ਮੋਸਟ ਆਫ ਦਾ ਟਾਈਮ ਜਿਹੜੇ ਮੁੰਡਾ ਕੁੜੀ ਹੁੰਦੇ ਨੇ, ਹਸਬੈਂਡ ਵਾਈਫ ਹੁੰਦੇ ਨੇ, ਉਹ ਇਕੱਲੇ ਰਹਿੰਦੇ ਨੇ। ਪੇਰੈਂਟਸ ਯੂਜਲੀ ਕਾਫੀ ਟਾਈਮ ਬਾਅਦ ਆਉਂਦੇ ਨੇ ਜਾਂ ਉਹ ਵਿਜ਼ਿਟਰ ਵੀਜ਼ਾ ਤੇ ਆਉਂਦੇ ਨੇ ਤੇ ਮਿਲ ਕੇ ਉਹਨਾਂ ਨੂੰ ਚਲੇ ਜਾਂਦੇ ਨੇ, ਬਟ ਫਿਰ ਵੀ ਕਿਤੇ ਨਾ ਕਿਤੇ ਜਾਂਦੇ ਜਾਂਦੇ ਕੋਈ ਨਾ ਕੋਈ ਕੌਨਫਲਿਕਟ ਕ੍ਰੀਏਟ ਕਰ ਜਾਂਦੇ ਨੇ। ਇੰਡੀਆ ਦੇ ਵਿੱਚ ਬਹੁਤ ਸਾਰਾ ਇਨਵੋਲਵਮੈਂਟ ਹੈ ਇਨ ਲਾਜ਼ ਦਾ ਇੱਕ ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦੇ ਵਿੱਚ। ਈਵਨ ਇਨੀਸ਼ੀਅਲੀ ਜਦ ਵਿਆਹ ਹੁੰਦਾ ਹੈ ਨਵਾਂ ਤੇ ਕੋਈ ਵੀ ਇੱਦਾਂ ਦਾ ਡਿਸੀਜਨ ਨਹੀਂ ਹੈਗਾ, ਈਵਨ ਘੁੰਮਣ ਜਾਣ ਦਾ ਵੀ ਡਿਸੀਜਨ ਉਹਨਾਂ ਦਾ ਆਪਣਾ ਨਹੀਂ ਹੁੰਦਾ। ਜੀ ਜੀ। ਤੇ ਉਹ ਸੇਮ ਚੀਜ਼ ਉਹ ਕੈਨੇਡਾ ਲੈ ਕੇ ਆਉਂਦੇ ਨੇ, ਬਟ ਜਿਹੜੇ ਹਸਬੈਂਡ ਵਾਈਫ ਨੇ ਉਹ ਇੱਥੇ ਆ ਕੇ ਪੜ੍ਹੇ ਨੇ, ਉਹ ਸੈਟਲ ਹੋਏ ਨੇ, ਠੀਕ ਹੈ, ਬਟ ਫਿਰ ਉਹ ਕਿਉਂ ਇਸ ਚੀਜ਼ ਨੂੰ ਆਪਣੇ ਆਪ ਤੇ ਹਾਵੀ ਹੋਣ ਦਿੰਦੇ ਨੇ? ਜੀ, ਉਹਦਾ ਰੀਜ਼ਨ ਇਹ ਆ ਕਿ ਸਾਡੇ ਕਲਚਰ ਦੇ ਵਿੱਚ ਇਹ ਸਾਨੂੰ ਟ੍ਰੈਡੀਸ਼ਨ ਦੇ ਵਿੱਚ ਹੈਗਾ ਕਿ ਸਮਹਾਓ ਜਿਹੜਾ ਆਦਮੀ ਆ ਉਹਨੇ ਡੋਮੀਨੈਂਟ ਪੋਜੀਸ਼ਨ ਲੈਣੀ ਆ। ਉਹਨੇ ਕਿਸੇ ਹੱਦ ਤੱਕ ਇਸ ਚੀਜ਼ ਦੇ ਉੱਤੇ ਇਹ ਪੋਜੀਸ਼ਨ ਲੈਣੀ ਆ ਕਿ ਮੇਰੀ ਰਾਏ ਤੋਂ ਬਿਨਾਂ ਇਹ ਘਰ 'ਚ ਕੁਛ ਨਹੀਂ ਹੋਣਾ ਚਾਹੀਦਾ। ਮੈਂ ਐਗਰੀ ਕਰੂੰਗਾ ਇਸ ਘਰ 'ਚ ਤਾਂ ਫਿਰ ਠੀਕ ਆ, ਮੇਰੇ ਹਿਸਾਬ ਨਾਲ ਘਰ ਚੱਲੂਗਾ ਤਾਂ ਇਹ ਠੀਕ ਆ। ਔਰ ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਕਿ ਕਿਸ ਤਰੀਕੇ ਨਾਲ ਸੁਸਾਇਟੀ ਮਨੂਵਰ ਕਰਦੀ ਆ ਕਿ ਜਿਹੜਾ ਮੁੰਡਾ ਉਹ ਵਿਆਹੁਤਾ ਜੀਵਨ ਦੇ ਵਿੱਚ ਡੋਮੀਨੈਂਟ ਸਟੇਟ 'ਤੇ ਰਵੇ, ਚਾਹੇ ਉਹਨੂੰ ਆਂਦਾ ਉਸ ਡੋਮੇਨ ਦੇ ਵਿੱਚ ਉਹ ਮਾਹਰ ਹੈ ਜਾਂ ਨਹੀਂ, ਲੇਕਿਨ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਕੁਝ ਵੀ। ਅਗਰ ਹੁੰਦਾ ਤਾਂ ਪੇਰੈਂਟਸ ਨੂੰ, ਹੋ ਸਕਦਾ ਹਸਬੈਂਡ ਵਾਈਫ ਨੂੰ ਇਹਦੀ ਕੋਈ ਪ੍ਰੋਬਲਮ ਨਾ ਹੁੰਦੀ ਹੋਵੇ। ਮਿਸਾਲ ਦੇ ਤੌਰ 'ਤੇ ਜੇ ਹਸਬੈਂਡ ਵਾਈਫ ਦੀ ਆਪਸ ਵਿੱਚ ਬਣਦੀ ਆ ਤਾਂ ਉਹ ਕਵੇ ਵੀ ਤੂੰ ਯਾਰ ਭਾਂਡੇ ਮਾਂਜ ਲਾ ਤੇ ਮੈਂ ਬੱਚਿਆਂ ਨੂੰ ਨਵਾ ਦਿੰਦੀ ਆ, ਤੇ ਉਹ ਚੱਕ ਕੇ ਭਾਂਡੇ ਮਾਂਜ ਦਿੰਦਾ। ਪਰ ਇਹ ਹੋ ਸਕਦਾ ਕਿ ਜਦੋਂ ਪੇਰੈਂਟਸ ਆਣ ਉਹ ਕਹਿੰਦਾ ਤੂੰ ਕਿਉਂ ਭਾਂਡੇ ਮਾਂਜ ਰਿਹਾ, ਤੇਰਾ ਤਾਂ ਕੰਮ ਹੀ ਨਹੀਂ ਗਾ, ਇਹ ਮੁੰਡੇ ਥੋੜ੍ਹੀ ਭਾਂਡੇ ਮਾਂਜਦੇ ਆ। ਸੋ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ, ਪਹਿਲਾਂ ਨਹੀਂ ਸੀਗੀ ਪਰ ਹੁਣ ਹੋ ਗਈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਉਹਦੇ 'ਚ ਬੇਸਿਕਲੀ ਜਿਹੜੀ ਪ੍ਰੋਬਲਮਸ ਆ ਉਹ ਪ੍ਰੋਬਲਮਸ ਇਹ ਆ ਕਿ ਜਿਹੜੀਆਂ ਸਾਡੀਆਂ ਡੋਮੀਨੈਂਟ ਥਾਟ ਪ੍ਰੋਸੈਸਿਸ ਆ ਅਸੀਂ ਉਹਦੇ 'ਤੇ ਬੜੇ ਰਿਜਿਡਲੀ ਖੜ੍ਹ ਜਾਂਦੇ ਹਾਂ। ਔਰ ਈਵਨ ਕਿ ਤੁਸੀਂ ਦੇਖਿਆ ਹੋਊਗਾ ਪੜ੍ਹੇ ਲਿਖੇ ਬੰਦੇ ਵੀ ਖੜ੍ਹ ਜਾਂਦੇ ਆ। ਹਜੇ ਹੋ ਸਕਦਾ ਕਿ ਇੰਡੀਆ ਦੇ ਵਿੱਚ ਲੋਕ ਅੱਗੇ ਵੱਧ ਕੇ ਹੋਣ ਅਤੇ ਲੋਕ ਅੱਗੇ ਵੱਧ ਕੇ ਉਹ ਕਹਿੰਦੇ ਹੋਣ ਵੀ ਓਕੇ ਕੁੜੀ ਮੁੰਡਾ ਡਿਸਾਈਡ ਕਰੂਗਾ ਵੀ ਅਸੀਂ ਵੈਡਿੰਗ ਕਿਵੇਂ ਕਰਨੀ ਆ, ਅਤੇ ਅਸੀਂ ਸਿੰਪਲ ਵੀ ਵੈਡਿੰਗ ਕਰ ਸਕਦੇ ਹਾਂ, ਅਸੀਂ ਐਕਸਪੈਂਸਿਵ ਵੈਡਿੰਗ ਵੀ ਕਰ ਸਕਦੇ ਹਾਂ। ਕੁੜੀ ਮੁੰਡਾ ਡਿਸਾਈਡ ਕਰੂਗਾ ਵੀ ਕੀ ਲੈਣ ਦੇਣ ਕਰਨਾ ਅਤੇ ਵਿਚ ਇਜ਼ ਫਾਈਨ। ਲੇਕਿਨ ਇੱਥੇ ਬੜਾ, ਕਿਉਂਕਿ ਅਸੀਂ 20 ਸਾਲ ਪਹਿਲਾਂ ਦੇ ਆਏ ਹੋਏ ਹਾਂ ਤਾਂ ਸਾਨੂੰ 20 ਸਾਲ ਜਦੋਂ ਇੰਡੀਆ ਉਸ ਜ਼ਮਾਨੇ 'ਚ ਸੀ, ਅੱਜ ਤੋਂ 20 ਸਾਲ ਪਹਿਲਾਂ ਉਹਦੀ ਅਸੀਂ ਥਾਟ ਪ੍ਰੋਸੈਸਿਸ ਲੈ ਕੇ ਆਏ ਹਾਂ ਅਤੇ ਅਸੀਂ ਫਿਕਸ ਹੋ ਗਏ।
ਹੁਣ ਅਸੀਂ ਚੇਂਜ ਨਹੀਂ ਹੋ ਰਹੇ। ਸੋ ਇਸ ਕਰਕੇ ਜਿਹੜੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਉਹ ਪ੍ਰਡੋਮੀਨੈਂਟਲੀ ਹਸਬੈਂਡ ਵਾਈਫ ਦੀ ਕੌਨਫਲਿਕਟ ਨਾਲ ਘੱਟ ਰਿਲੇਟਡ ਆ, ਉਹ ਸਾਡੀਆਂ ਕਦਰਾਂ ਕੀਮਤਾਂ ਨਾਲ ਜ਼ਿਆਦਾ ਰਿਲੇਟਡ ਆ। ਮੈਂ ਇਹ ਸੋਚਦਾ, ਮੇਰੇ ਹਿਸਾਬ ਨਾਲ ਇਹ ਹੋਣਾ ਚਾਹੀਦਾ। ਮੈਂ ਹੁਣ ਤੁਹਾਡਾ ਕੀ ਖਿਆਲ ਆ? ਮੈਂ ਤਾਂ ਪੈਸੇ ਕਮਾ ਕੇ ਲਿਆ ਸਕਦਾ, ਤੇਰਾ ਕੰਮ ਹੈਗਾ ਵੀ ਤੂੰ ਬੱਚਿਆਂ ਦੀ ਪਰਵਰਿਸ਼ ਕਰ, ਜਾਂ ਤੂੰ ਘਰ ਨੂੰ ਸਾਂਭ, ਜਾਂ ਤੂੰ ਇਸ ਤਰ੍ਹਾਂ ਕਰ। ਆ ਜਿਹੜਾ ਸਾਰੀ ਕੌਨਫਲਿਕਟ ਆ ਇਹ ਬਹੁਤ ਪਰਿਵਾਰਾਂ ਦੇ ਵਿੱਚ ਆ, ਔਰ ਕਈ ਵਾਰੀ ਇਹ ਥੋੜ੍ਹੀ ਬਹੁਤੀ ਰਿਜ਼ੋਲਵ ਹੋ ਜਾਂਦੀ ਆ, ਲੇਕਿਨ ਪ੍ਰਡੋਮੀਨੈਂਟਲੀ ਇਹ ਜਿਹੜੇ ਡੋਮੀਨੈਂਟ ਥਾਟ ਪ੍ਰੋਸੈਸ ਆ ਇੱਕ ਘਰ ਦੇ ਵਿੱਚ, ਉਹ ਰਾਦਰ ਦੈਨ ਇੱਕ ਸੋਚ ਹੋਵੇ, ਉਹ ਦੋ ਡੋਮੀਨੈਂਟ ਸੋਚ ਦੇ ਨਾਲ ਐਂ ਕਰਕੇ ਇਕੱਠੀਆਂ ਚੱਲਦੀਆਂ, ਹਸਬੈਂਡ ਦੀ ਵੀ ਚੱਲਦੀ ਆ, ਵਾਈਫ ਦੀ ਵੀ ਚੱਲਦੀ ਆ, ਉਹ ਦੋਨੋਂ ਐਂ ਚੱਲਦੇ ਆ। ਕੋਈ ਜ਼ਰੂਰੀ ਨਹੀਂ ਵੀ ਉਹ ਡਿਵੋਰਸ ਹੋਵੇ, ਲੇਕਿਨ ਉਹਨਾਂ ਦੀ ਕੌਨਫਲਿਕਟ ਬਰਕਰਾਰ ਰਹਿੰਦੀ ਆ, ਪਰ ਉਹਨਾਂ ਨੇ ਮੈਨੇਜ ਕਰਨਾ ਸਿੱਖ ਲਿਆ। ਉਹ ਮਤਲਬ ਕਿ ਉਹਨਾਂ ਨੂੰ ਪਤਾ ਵੀ ਅਸੀਂ ਇੰਨੇ ਕੁ ਜੋਗੇ ਹੀ ਹਾਂ, ਅਤੇ ਦੈਟਸ ਵੇਅਰ ਦਾ ਪ੍ਰੋਬਲਮ ਇਜ਼। ਕਿਉਂਕਿ ਉਹ ਜਿਹੜੀਆਂ ਮੈਰਿਜਸ ਆ ਉਹ ਇੱਕ ਕਿਸਮ ਦੀਆਂ ਇੱਕ ਛੱਤ ਥੱਲੇ ਦੋ ਅਜਨਬੀ ਬਣ ਕੇ ਰਹਿੰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਅਸੀਂ ਬਾਹਲਾ ਨਹੀਂ ਬੋਲਾਂਗੇ, ਬਾਹਲਾ ਬੋਲਾਂਗੇ ਸਾਡੀ ਲੜਾਈ ਹੋ ਜੂਗੀ, ਇਸ ਕਰਕੇ ਅਸੀਂ ਬੋਲਣਾ ਹੀ ਥੋੜ੍ਹਾ। ਤੋ ਇਸ ਕਰਕੇ ਉਹ ਫਿਰ ਆਪਣੇ ਆਪਣੇ ਕੀ ਕਰਦੇ ਆ, ਸਟਲ ਲਾਈਕਸ ਐਂਡ ਡਿਸਲਾਈਕਸ ਕਰ ਦਿੰਦੇ ਆ। ਕਿਸੇ ਨੂੰ ਸ਼ਾਮ ਦੀ ਨਿਊਜ਼ ਚੰਗਾ ਲੱਗਦਾ, ਉਹਨਾਂ ਨੂੰ ਦੂਸਰੇ ਬੰਦੇ ਨੂੰ ਪਤਾ ਵੀ ਇਹਨੇ 6 ਤੋਂ 7 ਨਿਊਜ਼ ਦੇਖਣੀ ਆ, ਮੈਂ ਕੁਛ ਸ਼ੋਰ ਸ਼ਰਾਬਾ ਨਹੀਂ ਕਰਨਾ। 7 ਵਜੇ ਤੋਂ ਬਾਅਦ ਉਹਨੂੰ ਪਤਾ ਵੀ ਹੁਣ ਇਹਨੇ ਸ਼ੋਅ ਦੇਖਣੇ ਆ, ਮੈਂ ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ। ਉਹ ਉਦੋਂ ਉੱਠ ਕੇ ਚਲੇ ਜੂ, ਉਹ ਪਹਿਲਾਂ ਨਹੀਂ ਆਏ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਆਪਣਾ ਨਾ ਸਿਸਟਮ ਜਿਹਾ ਡਿਵਾਈਡ ਕੀਤਾ ਹੋਇਆ, ਪਰ ਇਹ ਵੀ ਕੋਈ ਲਾਈਫ ਨਹੀਂ ਗਈ, ਰਾਈਟ। ਉਹਨਾਂ ਨੇ ਇਹ ਇਸ ਤਰ੍ਹਾਂ ਕੀਤਾ ਵੀ ਕਿਸੇ ਤਰੀਕੇ ਨਾਲ ਕੌਨਫਲਿਕਟ ਨਾ ਓਰੀਜਨੇਟ ਹੋਵੇ। ਹੁਣ ਜਿਹੜੇ ਦਾਨਿਸ਼ਵਰ ਆ, ਬੁੱਧੀਜੀਵੀ ਆ, ਉਹ ਇਹ ਕਹਿੰਦੇ ਆ ਵੀ ਜੇ ਕੌਨਫਲਿਕਟ ਹੀ ਨਾ ਤੁਹਾਡੀ ਹੋਈ ਤਾਂ ਤੁਸੀਂ ਪ੍ਰੋਗਰੈਸ ਕਿਵੇਂ ਕਰੋਗੇ ਆਪਣੀ ਲਾਈਫ 'ਚ? ਕਿਉਂਕਿ ਉਮਰ ਦੇ ਹਿਸਾਬ ਨਾਲ ਤੁਸੀਂ ਕੁਝ ਸਿੱਖਦੇ ਹੋ, ਤੁਸੀਂ ਆਪਣੇ ਜੀਵਨ ਸਾਥੀ ਨਾਲ ਕੁਝ ਗੱਲ ਕਰੋਗੇ, ਉਹ ਤੁਹਾਡੇ ਨਾਲ ਕੁਝ ਗੱਲ ਕਰੂਗਾ, ਉਸ ਗੱਲ ਦੇ ਵਿੱਚ ਕੁਝ ਕਸ਼ਮਕਸ਼ ਹੋਊਗੀ, ਉਸ ਕਸ਼ਮਕਸ਼ ਦੇ ਵਿੱਚੋਂ ਕੁਝ ਚੀਜ਼ ਨਵੀਂ ਨਿਕਲੂ। ਪਰ ਜੇ ਕਸ਼ਮਕਸ਼ ਹੀ ਨਹੀਂ ਹੋ ਰਹੀ, ਇਹਦਾ ਮਤਲਬ ਤੁਸੀਂ ਵੀ ਰੁਕ ਗਏ ਅਤੇ ਅਗਲਾ ਵੀ ਰੁਕ ਗਿਆ, ਦੋਨੋਂ ਜਣੇ ਹੁਣ ਰੁਕੇ ਆ, ਨਾ ਉਹ ਬੋਲਦਾ ਨਾ ਉਹ ਬੋਲਦੇ। ਕਿਉਂਕਿ ਜੇ ਬੋਲਾਂਗੇ ਲੜਾਈ ਹੋਊਗੀ, ਅਸੀਂ ਇਹ ਦਿਮਾਗ ਦੇ ਵਿੱਚ ਧਾਰਨਾ ਕਰ ਲਈ ਕਿ ਇਹਦੇ ਨਾਲ ਕੌਨਫਲਿਕਟ ਹੁੰਦੀ ਹੈ ਤਾਂ ਹੁਣ ਸਾਨੂੰ ਕੁਝ ਕਰਨ ਦੀ ਲੋੜ ਨਹੀਂ। ਆਪਣੀਆਂ ਬਹੁਤ ਸਾਰੀਆਂ ਮੈਰਿਜਸ ਜਿਹੜੀਆਂ ਪੰਜਾਬੀ ਕਮਿਊਨਿਟੀ 'ਚ ਆ ਜਾਂ ਇੰਡੀਅਨ ਕਮਿਊਨਿਟੀ 'ਚ ਆ, ਉਹ ਇਸ ਕੈਟੇਗਰੀ 'ਚ ਆ ਜਿੱਥੇ ਅਸੀਂ ਸਿਵਲਾਈਜ਼ਡ ਤਰੀਕੇ ਨਾਲ ਇੱਕ ਦੂਜੇ ਨਾਲ ਬਿਹੇਵ ਕਰਦੇ ਹਾਂ। ਪਰ ਇਹ ਕੋਈ ਮੈਰਿਜਸ ਨਹੀਂ ਗੀਆਂ, ਇਹ ਤਾਂ ਇਸ ਤਰੀਕੇ ਨਾਲ ਆ ਵੀ ਅਸੀਂ ਸਾਰੀ ਉਮਰ ਤੁਹਾਡੇ ਨਾਲ ਇੱਕ ਦੂਜੇ ਨਾਲ ਨਿਭਾਉਣੀ ਆ। ਚਲੋ ਜੀ ਸਾਡੇ ਹੁਣ ਬੱਚੇ ਹੋ ਗਏ, ਅਸੀਂ ਮੌਰਗੇਜ ਪੇ ਕਰਨੀ ਆ ਘਰ ਦੀ, ਤਾਂ ਚੁੱਪ ਕਰਕੇ ਤੇ ਜੀ ਅਸੀਂ ਮੌਰਗੇਜ ਵੀ ਪੇ ਕਰੀ ਜਾਈਏ, ਕਮਾਈ ਵੀ ਜਾਈਏ, ਬੱਚਿਆਂ ਨੂੰ ਵੱਡਾ ਕਰ ਲਈਏ, ਚਲੋ ਸਾਡੀ ਜਿਹੋ ਜਿਹੀ ਜ਼ਿੰਦਗੀ ਸੀ ਨਿਕਲ ਗਈ। ਆਹ ਜਿਹੜਾ ਸਟਾਈਲ ਆ ਇਹ ਫਿਰ ਆਪਣਾ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ। ਬਟ ਇਹ ਸਟਾਈਲ ਜਿਹੜਾ ਹੈਗਾ ਹੈ, ਇਹ ਜਿਹੜੇ ਫੈਮਿਲੀ ਡਾਇਨਾਮਿਕਸ ਹੈ, ਅੱਗੇ ਉਹਨਾਂ ਦੇ ਬੱਚੇ ਨੇ, ਬੱਚਿਆਂ ਦੇ ਬੱਚੇ ਨੇ, ਉਹ ਤਾਂ ਉਹਨਾਂ 'ਤੇ ਕਿੰਨਾ ਇਫੈਕਟ ਪਾਉਂਦਾ ਹੋਣਾ? ਉਹਦਾ ਤੇ ਇਫੈਕਟ ਬਹੁਤ ਜ਼ਿਆਦਾ ਪੈਂਦਾ ਕਿ ਹੁਣ ਜਿਹੜੀਆਂ ਕਾਲਸ ਆਪਾਂ ਨੂੰ ਆਉਣ ਲੱਗ ਗਈਆਂ ਆਪਣੀ ਕਮਿਊਨਿਟੀ 'ਚੋਂ, ਉਹ ਇਹ ਆਉਣ ਲੱਗ ਗਈਆਂ ਕਿ ਆਪਣੇ ਜਿਹੜੇ ਬੱਚੇ ਆ ਉਹ ਵਿਆਹ ਨਹੀਂ ਕਰਾ ਰਹੇ। ਉਹ ਕਹਿੰਦੇ ਨਹੀਂ ਜੀ ਅਸੀਂ ਨਹੀਂ ਵਿਆਹ ਕਰਾਉਣਾ। ਔਰ ਉਹਦੇ ਪਿੱਛੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਛੁਪਿਆ ਹੋਇਆ ਕਿ ਉਹ ਆਪਣੇ ਪੇਰੈਂਟਸ ਦੀ ਮੈਰਿਜ ਨੂੰ ਦੇਖਦੇ ਆ, ਉਹਦੇ 'ਚ ਕੁਛ ਹੈ ਨਹੀਂ ਗਾ, ਜਾਂ ਤਾਂ ਲੜਾਈ ਝਗੜਾ ਅਤੇ ਜਾਂ ਉਹ ਚੁੱਪ ਕੀਤੇ ਆ। ਉਹ ਕਦੇ ਵੀ ਨਹੀਂ ਦੇਖਦੇ ਇੱਕ ਦੂਜੇ ਨੂੰ ਕਲੋਜ਼ ਬਹਿੰਦੇ, ਉਹਨਾਂ ਦਾ ਕੋਈ ਇੰਟਰਐਕਸ਼ਨ ਰੋਮਾਂਟਿਕ ਹੁੰਦਾ ਦੇਖਦੇ ਹੀ ਨਹੀਂ। ਉਹ ਵੀ ਅਸੀਂ ਬੈਠੇ ਹਾਂ, ਅਸੀਂ ਕੋਈ ਗੱਲ ਕਰਦੇ ਹਾਂ, ਸਾਨੂੰ ਬਈ ਫਾਦਰ ਨੇ ਕੋਈ ਫੁੱਲ ਲਿਆ ਕੇ ਦਿੱਤੇ ਜਾਂ ਇਸ ਤਰ੍ਹਾਂ ਦਾ ਕੁਛ ਕੀਤਾ, ਕੁਛ ਵੀ ਨਹੀਂ ਗਾ, ਸਾਰਾ ਕੁਛ ਮੋਨੋਟਨਸ ਜਿਹਾ ਚੱਲਦਾ। ਅਤੇ ਉਹ ਫਿਰ ਜਿਹੜੇ ਬੱਚੇ ਆ ਉਹ ਸੋਚਦੇ ਆ ਵੀ ਯਾਰ ਜੇ ਇਹ ਆਪਣੀ ਕਮਿਊਨਿਟੀ 'ਚ ਵਿਆਹ ਤਾਂ ਇਹਦੇ ਤੋਂ ਤਾਂ ਬਿਨਾਂ ਹੀ ਅਸੀਂ ਬਹੁਤ ਵਧੀਆ, ਵਾਟ ਆਰ ਵੀ ਡੂਇੰਗ ਦੈਨ। ਸੋ ਇੱਕ ਤਾਂ ਇਹ ਪ੍ਰੋਬਲਮ ਆ ਗਈ। ਸੈਕੰਡ ਪ੍ਰੋਬਲਮ ਇਹ ਆ ਗਈ ਕਿ ਜਦੋਂ ਤੁਸੀਂ ਕੌਨਫਲਿਕਟ ਦੇ ਵਿੱਚ ਵੱਡੇ ਹੁੰਦੇ ਹੋ ਐਜ਼ ਏ ਚਾਈਲਡ, ਹੁਣ ਚਾਈਲਡ ਛੋਟਾ ਹੋ ਗਿਆ ਔਰ ਉਹਦੇ 'ਚ ਕੰਟੀਨਿਊਸਲੀ ਉਸ ਫੈਮਿਲੀ ਦੇ ਵਿੱਚ ਟਰਮੋਇਲ ਆ, ਰਾਈਟ। ਕਿਸੇ ਨੇ ਕਿਸੇ ਨਾਲ ਐਗਰੀ ਨਹੀਂ ਕਰਨਾ। ਕੌਨਫਲਿਕਟ ਦਾ ਮਤਲਬ ਹੁੰਦਾ ਕਿ ਕੋਈ ਬੰਦਾ ਕਿਸੇ ਨਾਲ ਐਗਰੀ ਹੋਈ ਨਹੀਂ ਕਰ ਰਿਹਾ, ਹਰ ਇੱਕ ਚੀਜ਼ 'ਤੇ ਹੀ ਉਹਨਾਂ ਦਾ ਡਿਸਐਗਰੀਮੈਂਟ ਆ। ਫਿਰ ਹੌਲੀ ਹੌਲੀ ਕਰਕੇ ਮਾਂ ਬਾਪ ਨਾਲ ਉਹਨਾਂ ਦਾ ਡਿਸਐਗਰੀਮੈਂਟ ਹੁੰਦਾ, ਫਿਰ ਭੈਣ ਭਰਾਵਾਂ ਨਾਲ ਹੋਣ ਲੱਗ ਜਾਂਦਾ, ਅਤੇ ਫਿਰ ਉਹਨਾਂ ਦੀ ਬੇਸਿਕਲੀ ਪਰਸਨੈਲਿਟੀ ਬਣ ਜਾਂਦੀ ਆ ਕਿ ਅਗਲਾ ਬੰਦਾ ਚੰਗੀ ਗੱਲ ਵੀ ਕਵੇ ਉਹਨਾਂ ਨੇ ਨੋ ਕਹਿ ਦੇਣੀ ਆ। ਇਹ ਵੀ ਬਹੁਤ ਪ੍ਰੋਬਲਮ ਹੁੰਦੀ ਹੈ ਕਿਉਂਕਿ ਤੁਹਾਡੀ ਜਿਹੜੀ ਡਿਵੈਲਪਮੈਂਟ ਆ ਬ੍ਰੇਨ ਦੀ, ਉਹ ਇਸ ਤਰੀਕੇ ਨਾਲ ਪ੍ਰੋਗਰਾਮ ਹੋ ਜਾਂਦੀ ਆ ਵੀ ਕਿਸੇ ਦੀ ਗੱਲ ਨਹੀਂ ਮੰਨਣੀ, ਕਿਉਂਕਿ ਤੁਸੀਂ ਹਰਟ ਹੀ ਇੰਨੇ ਹੋਏ ਹੁੰਦੇ ਹੋ, ਤੁਸੀਂ ਅੰਦਰੋਂ ਬਹੁਤ ਜ਼ਿਆਦਾ ਐਂਗਰੀ ਅਤੇ ਰਿਜ਼ੈਂਟਫੁਲ ਹੋ, ਅਤੇ ਤੁਹਾਨੂੰ ਕੋਈ ਚੰਗੀ ਗੱਲ ਵੀ ਕਵੇ ਤੁਸੀਂ ਕਹਿਣਾ ਵੀ ਨਹੀਂ ਮੈਂ ਨਹੀਂ ਮੰਨਦਾ, ਆਈ ਡੋਂਟ ਥਿੰਕ ਸੋ,
ਆਮ ਗੋਨਾ ਡੂ ਦਿਸ। ਸੋ ਉਸ ਸੈਂਸ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਬੱਚਿਆਂ ਦੇ ਉੱਤੇ, ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਕਮਿਊਨਿਟੀ ਦੇ ਉੱਤੇ, ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਜਿਹੜਾ ਫੈਮਿਲੀ ਸਟਰਕਚਰ ਆ ਉਹਦੇ ਉੱਤੇ। ਕਿਉਂਕਿ ਬਹੁਤ ਸਾਰੇ ਆਪਣੇ ਡਿਵੋਰਸਿਸ ਹੁੰਦੇ ਆ, ਡਿਵੋਰਸ ਹੋ ਕੇ ਜਾਂ ਨਵਾਂ ਵਿਆਹ ਹੁੰਦਾ, ਕਈ ਵਾਰੀ ਨਹੀਂ ਵੀ ਹੁੰਦਾ, ਦੋਨੋਂ ਜਣੇ ਹੀ ਨਹੀਂ ਵਿਆਹ ਕਰਾਉਂਦੇ ਫਿਰ ਮੁੜ ਕੇ, ਅਤੇ ਉਹ ਆਪਣੇ ਜਿੰਨੇ ਕੁ ਮਤਲਬ ਕਿ ਟੇਕ ਕੇਅਰ ਕਰ ਸਕਦੇ ਬੱਚਿਆਂ ਦੀ ਉਹ ਕਰ ਲੈਂਦੇ ਆ। ਪਰ ਟੂ ਮੇਕ ਲੌਂਗ ਸਟੋਰੀ ਸ਼ਾਰਟ ਕਿਹਾ ਇਹ ਜਾਂਦਾ ਕਿ ਜਿਹੜੀ ਕੌਨਫਲਿਕਟ ਆ, ਜੇ ਇਹਨੂੰ ਆਪਾਂ ਕੰਪਰੋਮਾਈਜ਼ ਦੇ ਥਰੂ ਰਿਜ਼ੋਲਵ ਨਾ ਕਰੀਏ ਅਤੇ ਕੌਨਫਲਿਕਟ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰੀਏ, ਅਤੇ ਉਹ ਜਿਹੜੀ ਮੈਨੇਜਮੈਂਟ ਆ ਉਹ ਵੀ ਕੋਈ ਵਿਆਹੁਤਾ ਜੀਵਨ ਨੂੰ ਖੁਸ਼ਹਾਲ ਨਹੀਂ ਬਣਾਉਂਦੀ, ਇੱਕ ਡੰਗ ਟਪਾਊ ਜਿਹਾ ਕੰਮ ਕਰਦੀ ਆ। ਇਹ ਤਾਂ ਗੱਲ ਹੋ ਗਈ ਜੀ ਕੌਨਫਲਿਕਟ ਦੀ। ਜੀ ਹੁਣ ਮੈਨੂੰ ਐਂ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਅਸੀਂ ਗੱਲ ਕਹਿੰਦੇ ਨੇ ਕਿ ਬਾਉਂਡਰੀਜ਼ ਹੁੰਦੀਆਂ ਨੇ, ਇੱਕ ਕੋਈ ਵੀ ਚਾਹੇ ਤੁਹਾਡਾ ਰਿਲੇਸ਼ਨਸ਼ਿਪ ਹੋਵੇ, ਹਸਬੈਂਡ ਵਾਈਫ ਦਾ ਹੋਵੇ, ਪੇਰੈਂਟਸ ਨਾਲ ਹੋਵੇ, ਸਿਬਲਿੰਗਸ ਦੇ ਨਾਲ ਹੋਵੇ, ਕਜ਼ਨਸ ਦੇ ਨਾਲ ਹੋਵੇ, ਰਿਲੇਟਿਵਸ ਨਾਲ, ਇਹ ਬਾਉਂਡਰੀ ਕਿੰਨੀ ਕੁ ਇੰਪੋਰਟੈਂਟ ਹੈ ਇੱਕ ਹਸਬੈਂਡ ਐਂਡ ਵਾਈਫ ਦੇ ਜੀਵਨ ਦੇ ਵਿੱਚ? ਜੀ ਸੋ ਜਿਹੜਾ ਪਰਿਵਾਰ ਹੈ ਨਾ, ਪਰਿਵਾਰ ਦੀ ਪਹਿਲੀ ਫੰਕਸ਼ਨੈਲਿਟੀ ਇਸ ਚੀਜ਼ 'ਤੇ ਬੇਸਡ ਆ ਕਿ ਕੀ ਹਰ ਇੱਕ ਪਰਿਵਾਰ 'ਚ ਰਹਿੰਦੇ ਵਿਅਕਤੀ ਨੂੰ, ਇਨਸਾਨ ਨੂੰ ਇਹ ਪਤਾ ਕਿ ਮੇਰਾ ਦਾਇਰਾ ਕਿੰਨਾ ਕੁ ਵੱਡਾ। ਜੇ ਮੈਂ ਐਜ਼ ਏ ਘਰ ਦਾ ਵੱਡਾ ਔਰ ਮੈਂ ਫਾਦਰ ਹਾਂ, ਕੀ ਮੈਨੂੰ ਐਜ਼ ਏ ਫਾਦਰ ਦਾ ਰੋਲ ਪਤਾ ਵੀ ਮੈਂ ਐਜ਼ ਏ ਫਾਦਰ ਦਾ ਮੇਰਾ ਰੋਲ ਕੀ ਆ। ਜੇ ਮੇਰੇ ਫਾਦਰ ਦਾ ਰੋਲ ਮੇਰਾ ਇਹ ਹੋਵੇ ਕਿ ਮੈਂ ਜਦੋਂ ਮਰਜ਼ੀ ਕਿਸੇ ਦੇ ਕਮਰੇ 'ਚ ਐਂਟਰ ਹੋ ਜਾ, ਜਦੋਂ ਮਰਜ਼ੀ ਕਿਸੇ ਨੂੰ ਮੈਂ ਦਬਕਾ ਮਾਰਦਾ, ਅਗਲੇ ਨੂੰ ਕਹਾਂ ਵੀ ਤੂੰ ਕਿੱਥੇ ਚੱਲਿਆ, ਅਤੇ ਉਹ ਹੋਵੇ 27-28 ਸਾਲ ਦਾ, ਅਤੇ ਮੈਂ ਐਵੇਂ ਹੀ ਉਹਨੂੰ ਪੁੱਛੀ ਜਾਂਦਾ ਵੀ ਕਦੋਂ ਚੱਲਿਆ, ਕਿਉਂ ਚੱਲਿਆ, ਕਿਵੇਂ ਚੱਲਿਆ। ਇਹਦਾ ਮਤਲਬ ਮੈਂ ਆਪਣੀ ਬਾਉਂਡਰੀਜ਼ ਨੂੰ ਸਮਝਿਆ ਨਹੀਂ ਉਮਰ ਦੇ ਹਿਸਾਬ ਨਾਲ, ਵੀ ਮੇਰੇ ਬੱਚੇ ਵੱਡੇ ਹੋ ਗਏ, ਮੈਂ ਆਪਣੇ ਆਪ ਨੂੰ ਆਪਣੇ ਦਾਇਰੇ ਦੇ ਵਿੱਚ ਸੀਮਿਤ ਕਰਨਾ। ਜਦੋਂ ਛੋਟਾ ਬੱਚਾ ਹੁੰਦਾ ਉਦੋਂ ਫਾਦਰ ਦਾ ਰੋਲ ਹੁੰਦਾ ਉਹਨੂੰ ਬਚਾ ਕੇ ਰੱਖਣਾ, ਤਾਂ ਕਿ ਉਹ ਸੜਕ 'ਤੇ ਨਾ ਭੱਜ ਜੇ, ਐਕਸੀਡੈਂਟ ਨਾ ਹੋ ਜੇ ਬੱਚੇ ਦਾ, ਕਿਤੇ ਡਿੱਗ ਨਾ ਪਏ, ਕਿਸੇ ਗਰਮ ਚੀਜ਼ ਨੂੰ ਨਾ ਹੱਥ ਲਾ ਲੇ, ਉਦੋਂ ਆਪਾਂ ਨੂੰ ਉਹਦੀ ਕੇਅਰ ਕਰਨੀ ਪੈਂਦੀ ਹੈ। ਪਰ ਇੱਕ 27 ਸਾਲ ਦੇ ਬੱਚੇ ਨੂੰ ਕੀ ਕੇਅਰ ਕਰਾਂਗੇ? ਹੁਣ ਤਾਂ ਜਿਹੜਾ ਕੁਝ ਸਿਖਾਉਣਾ ਸੀ ਤੁਸੀਂ ਸਿਖਾਤਾ, ਉਹ ਤਾਂ ਕਾਰ ਲੈ ਕੇ ਆਪਣੀ ਜਾ ਰਿਹਾ, ਉਹ ਤਾਂ ਕੰਮ ਵੀ ਕਰ ਰਿਹਾ, ਅਤੇ ਉਦੋਂ ਉਹਨੂੰ ਕੌਣ ਦੇਖਭਾਲ ਕਰ ਰਿਹਾ? ਉਦੋਂ ਤਾਂ ਕੋਈ ਨਹੀਂ ਕਰ ਰਿਹਾ। ਪਰ ਤੁਹਾਨੂੰ ਉਦੋਂ ਪ੍ਰੋਬਲਮ ਹੁੰਦੀ ਹੈ ਜਦੋਂ ਫਰਾਈਡੇ ਸ਼ਾਮ ਨੂੰ ਉਹ ਬਾਹਰ ਜਾਣਾ ਚਾਹੁੰਦਾ ਆਪਣੇ ਦੋਸਤਾਂ ਨਾਲ, ਉਦੋਂ ਤੁਸੀਂ ਉਹਨੂੰ ਪੁੱਛਣਾ, ਇੰਟਰੋਗੇਟ ਕਰਨਾ ਸ਼ੁਰੂ ਕਰ ਦਿੰਦੇ ਹੋ, ਅਤੇ ਉਹਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਤੁਸੀਂ ਐਜ਼ ਏ ਪੇਰੈਂਟ ਆਪਣੀ ਜਿਹੜੀ ਰੋਲਸ ਐਂਡ ਰਿਸਪੋਂਸੀਬਿਲਿਟੀ ਅਤੇ ਜਿਹੜੀਆਂ ਬਾਉਂਡਰੀਜ਼ ਆ ਉਹਨਾਂ ਨੂੰ ਤੁਸੀਂ ਸੀਮਿਤ ਨਹੀਂ ਕੀਤਾ। ਇੱਕ ਪ੍ਰੋਬਲਮ ਆਪਣੀ। ਸੈਕੰਡ ਪ੍ਰੋਬਲਮ ਹੈਗਾ ਕਿ ਜਿਹੜਾ ਰਿਲੇਸ਼ਨਸ਼ਿਪ ਆ ਮੇਰਾ ਮੇਰੇ ਬੇਟੇ ਨਾਲ, ਮੇਰਾ ਮੇਰੀ ਬੇਟੀ ਨਾਲ, ਮੇਰਾ ਮੇਰੀ ਵਾਈਫ ਨਾਲ, ਮੇਰਾ ਮੇਰੇ ਪੇਰੈਂਟਸ ਨਾਲ, ਉਹਦੀਆਂ ਜਿਹੜੀਆਂ ਬਾਉਂਡਰੀਜ਼ ਅਤੇ ਰੋਲਸ ਐਂਡ ਰਿਸਪੋਂਸੀਬਿਲਿਟੀਜ਼ ਆ ਉਹ ਵੀ ਆਪਾਂ ਨੇ ਡਿਫਾਈਨ ਨਹੀਂ ਕੀਤੀਆਂ। ਹੁਣ ਫਾਰ ਐਗਜ਼ਾਮਪਲ ਅਗਰ ਮੈਂ ਅਤੇ ਮੇਰੀ ਵਾਈਫ ਸੋਫੇ 'ਤੇ ਬੈਠੇ ਹਾਂ ਔਰ ਦੇਖਣ ਵਾਲਿਆਂ ਨੂੰ ਪਤਾ ਵੀ ਇਹਨਾਂ ਦੀ ਕੋਈ ਡਿਸਕਸ਼ਨ ਚੱਲ ਰਹੀ ਆ, ਕੀ ਆਪਾਂ 5 ਮਿੰਟ ਵੇਟ ਨਹੀਂ ਕਰ ਸਕਦੇ ਵੀ ਤੋਂ ਫਿਨਿਸ਼ ਹੋਊਗੇ ਅਤੇ ਫਿਰ ਚਲੋ ਆਪਾਂ ਪੁੱਛ ਲਾਂਗੇ? ਅਤੇ ਜੇ ਕੋਈ ਤੀਜਾ ਬੰਦਾ ਆ ਕੇ ਵਿੱਚ ਇੰਟਰਪਟ ਕਰ ਦੇਵੇ, ਇਹਦਾ ਮਤਲਬ ਉਹਨੇ ਉਸ ਹਸਬੈਂਡ ਵਾਈਫ ਦੇ ਟਾਈਮ ਦੀ ਕਦਰ ਨਹੀਂ ਕੀਤੀ, ਉਹਨਾਂ ਨੂੰ ਕੋਈ ਇਸ ਚੀਜ਼ ਦੀ ਇੰਪੋਰਟੈਂਸ ਨਹੀਂ ਨਜ਼ਰ ਆਈ, ਉਹਨਾਂ ਨੇ ਚੱਕ ਕੇ ਆ ਕੇ ਆਪਣਾ ਕਰਤਾ। ਅਤੇ ਜੇ ਘਰ 'ਚ ਜਿਹੜੇ ਵੱਡੇ ਆ ਅਗਰ ਉਹਨਾਂ ਨੇ ਐਂ ਕਰਤਾ ਤਾਂ ਉਹਨਾਂ ਨੂੰ ਦੇਖ ਕੇ ਛੋਟੇ ਬੱਚੇ ਵੀ ਕਰਨਗੇ, ਫਿਰ ਉਹ ਇੱਕ ਦੂਜੇ ਦੇ ਵੀ ਕਰਨਗੇ, ਫਿਰ ਉਹ ਸਾਰਿਆਂ ਦੇ ਕਰਨਗੇ। ਫਿਰ ਉਹ ਇਹ ਕਰਨਗੇ ਕਿ ਜਦੋਂ ਗ੍ਰੈਂਡ ਪੇਰੈਂਟਸ ਨੇ TV ਦੇਖਣਾ ਤਾਂ ਛੋਟਾ ਬੱਚਾ ਕਹੂਗਾ ਨੋ ਆਈ ਵਾਂਟ ਟੂ ਵਾਚ ਮਾਈ ਕਾਰਟੂਨ ਸ਼ੋ, ਫਿਰ ਉਹਨੇ ਵੀ ਆਪਣੀ ਬਾਉਂਡਰੀ ਨਹੀਂ ਰੱਖੀ, ਕਿਉਂਕਿ ਜਦੋਂ ਉਹਦਾ ਗ੍ਰੈਂਡ ਪੇਰੈਂਟਸ ਦਾ ਟਾਈਮ ਸੀਗਾ ਨਿਊਜ਼ ਦੇਖਣ ਦਾ ਉਦੋਂ ਆਪਣਾ ਉਹਨੇ ਕਾਰਟੂਨ ਦਾ ਸ਼ੋਰ ਪਾਤਾ। ਹੁਣ ਸਾਨੂੰ ਇਹ ਨਹੀਂ ਪਤਾ, ਇੱਕ ਪਾਸੇ ਸਾਡੇ ਗ੍ਰੈਂਡ ਪੇਰੈਂਟਸ ਆ, ਇੱਕ ਪਾਸੇ ਸਾਡਾ ਛੋਟਾ ਬੱਚਾ, ਉਹ ਕਹਿੰਦਾ ਮੈਂ ਕਾਰਟੂਨ ਦੇਖਣਾ, ਉਹ ਕਹਿੰਦਾ ਵੀ ਆਪਾਂ ਨੇ ਮੰਨਿਆ ਸੀ ਸਾਰੇ ਪਰਿਵਾਰ ਨੇ ਵੀ 6 ਤੋਂ 7 ਮੈਨੂੰ ਨਿਊਜ਼ ਦੇਖ ਲੈਣ ਤੋਂ, ਅਤੇ ਹੁਣ ਇਹਨੂੰ ਮਤਲਬ ਕਿ ਛੋਟਾ ਇਹਦੇ ਬਾਰੇ ਕੁਝ ਕਰੋ। ਅਤੇ ਉੱਧਰੋਂ ਜਿਹੜਾ ਤੀਜਾ ਬੰਦਾ ਉਹ ਕਹਿੰਦਾ ਵੀ ਕੋਈ ਨਹੀਂ ਚਲੋ ਇਹਨੂੰ ਤੁਸੀਂ ਦਿਖਾ ਦਿਓ, ਕਾਹਨੂੰ ਰਵਾਨੇ ਹੋ। ਸੋ ਹੁਣ ਆਪਣਾ ਬੱਚਾ ਵਿਗੜੂਗਾ। ਸੋ ਇਹਦਾ ਮਤਲਬ ਕਿ ਜਿਹੜੀਆਂ ਆਪਣੀਆਂ ਰੋਲਸ ਐਂਡ ਰਿਸਪੋਂਸੀਬਿਲਿਟੀਜ਼ ਆ ਉਹ ਸਾਡੀਆਂ ਵੈਲ ਡਿਫਾਈਨਡ ਨਹੀਂ। ਬਟ ਬਲਦੇਵ ਜੀ, ਆਪਾਂ ਜਿਵੇਂ ਦੇਖਦੇ ਨੇ ਇੰਡੀਆ ਦੇ ਜਿਹੜੇ ਪੁਰਾਣੇ ਕਪਲਸ ਨੇ, ਮੇਰੇ ਪੇਰੈਂਟਸ ਨੇ, ਮੇਰੇ ਪੇਰੈਂਟਸ ਦੇ ਪੇਰੈਂਟਸ ਨੇ, ਮੇਰੇ ਦਾਦਾ ਦਾਦੀ ਦੇ, ਠੀਕ ਹੈ, ਇਹਨਾਂ ਦੇ ਚਲੋ ਇੱਕ ਫੈਮਿਲੀ ਡਾਇਨਾਮਿਕ ਹੀ ਇੱਦਾਂ ਦੇ ਸੀ ਕਿ ਜੁਆਇੰਟ ਫੈਮਿਲੀ ਹੈ, ਕੋਈ ਪ੍ਰਾਈਵੇਸੀ ਨਹੀਂ ਹੈ, ਬਾਉਂਡਰੀਜ਼ ਦਾ ਚਲੋ ਕੋਈ
ਕਦੇ ਗੱਲ ਹੀ ਨਹੀਂ ਉੱਠੀ, ਲਾਈਕ ਉਹਨਾਂ ਨੂੰ ਪਤਾ ਹੀ ਨਹੀਂ ਸੀ। ਬਟ ਜਿਹੜੇ ਬੱਚੇ ਇੱਥੇ ਆਉਂਦੇ ਨੇ, ਠੀਕ ਹੈ, ਪੜ੍ਹਦੇ ਨੇ, ਲਿਖਦੇ ਨੇ, ਲਰਨ ਕਰਦੇ ਨੇ, ਇੱਕ ਤਰੀਕੇ ਦਾ ਕੈਨੇਡੀਅਨ ਸਟਾਈਲ ਲਰਨ ਕਰਦੇ ਨੇ ਤੇ ਆਪਣੇ ਰੂਟਸ ਨਾਲ ਜੁੜੇ ਰਹਿੰਦੇ ਨੇ, ਇੰਡੀਆ ਦੇ ਰੂਟਸ ਦੇ ਨਾਲ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੀ ਬਾਉਂਡਰੀਜ਼ ਕੀ ਹੈ। ਬਿਕਾਜ਼ ਜਿਹੜੀ ਜਨਰੇਸ਼ਨ ਹੈ, ਮਿਲੇਨੀਅਲਸ ਦੀ ਜਨਰੇਸ਼ਨ ਹੈ, ਜਨਰੇਸ਼ਨ Z ਹੈ, ਉਹ ਜ਼ਿਆਦਾ ਫੋਕਸ ਕਰਕੇ ਬੈਠੀ ਹੈ ਬਾਉਂਡਰੀਜ਼, ਸਪੇਸ ਐਂਡ ਐਵਰੀਥਿੰਗ ਦੇ ਉੱਤੇ। ਬਿਲਕੁਲ। ਬਟ ਜਦੋਂ ਕਪਲ ਬਣ ਜਾਂਦਾ ਹੈ, ਲਾਈਕ ਅਸੀਂ ਇਹਨੂੰ ਕਹਿੰਦੇ ਨੇ ਮਾਡਰਨ ਕਪਲ ਹੈ, ਠੀਕ ਹੈ, ਫਿਰ ਵੀ ਕਿਉਂ ਆਫਟਰ ਗੈਟਿੰਗ ਮੈਰਿਡ ਇਹ ਸਾਰੀ ਦੀ ਸਾਰੀ ਬਾਉਂਡਰੀਜ਼ ਬਲਰ ਹੋ ਜਾਂਦੀਆਂ ਨੇ? ਜੀ, ਮੇਰੇ ਖਿਆਲ 'ਚ ਜਿਹੜੀਆਂ ਐਕਸਪੈਕਟੇਸ਼ਨਸ ਆ ਨਾ, ਉਹ ਅਨਰੀਅਲਿਸਟਿਕ ਆ ਕਿ ਜਿਹੜਾ ਮਰਜ਼ੀ ਜਿਹੜੇ ਮਰਜ਼ੀ 'ਚ ਜਾ ਕੇ ਇੰਟਰਫੀਅਰ ਕਰ ਦੇਵੇ। ਆ ਜਿਹੜਾ ਕਨਸੈਪਟ ਆ ਵੀ ਅਸੀਂ ਤਾਂ ਤੁਹਾਨੂੰ ਸਲਾਹ ਦਿੱਤੀ ਆ, ਮੰਨਣੀ ਆ ਨਾ ਮੰਨੋ, ਕਿਉਂ ਲੜੀ ਜਾਂਦੇ ਹੋ ਸਾਡੇ ਨਾਲ, ਪਰ ਤੁਸੀਂ ਸਲਾਹ ਦਿੱਤੀ ਕਿਉਂ, ਤੁਹਾਡੇ ਤਾਂ ਮੰਗੀ ਕਿਸੇ ਨੇ। ਇਹ ਇਸ ਦੇ ਉੱਤੇ ਕੁਐਸਚਨ ਨਹੀਂ ਕਰ ਸਕਦੇ ਕਿਉਂਕਿ ਫਿਰ ਉਹ ਗੁੱਸੇ ਹੋ ਜਾਣਗੇ। ਸੋ ਸਾਡਾ ਜਿਹੜਾ ਕਨਸੈਪਟ ਆ ਲਾਈਫ ਨੂੰ ਜਿਉਣ ਦਾ, ਉਹ ਬੇਸਿਕਲੀ ਇਸ ਚੀਜ਼ 'ਤੇ ਆ ਕਿ ਅਸੀਂ ਕੋਈ ਮੰਗੇ ਜਾਂ ਨਾ ਮੰਗੇ, ਅਸੀਂ ਅਨਨੈਸੈਸਰੀਲੀ ਅਗਲੇ ਬੰਦੇ ਨੂੰ ਇਹ ਅਹਿਸਾਸ ਕਰਾਉਣਾ ਕਿ ਸਾਨੂੰ ਵੀ ਨੌਲੇਜ ਹੈਗਾ ਕਿਸੇ ਡੋਮੇਨ ਦੇ ਵਿੱਚ, ਤੇ ਅਸੀਂ ਬਿਨ ਬੁਲਾਏ ਅਗਲੇ ਬੰਦੇ ਨੂੰ ਆਪਣੀ ਰਾਏ ਦੇ ਦੇਣੀ ਆ। ਉਹਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਤੁਹਾਡੀਆਂ ਆਪ ਦੀਆਂ ਵਿਸ਼ੇਸ ਹੁੰਦੀਆਂ, ਕਈ ਵਾਰੀ ਤੁਸੀਂ ਝਿਜਕ ਕੇ ਤੁਸੀਂ ਅਗਲੇ ਬੰਦੇ ਨੂੰ ਕੁਝ ਨਹੀਂ ਕਹਿੰਦੇ, ਫਿਰ ਬਾਅਦ 'ਚ ਤੁਸੀਂ ਕਹਿੰਦੇ ਹੋ ਯਾਰ ਮੈਂ ਇਹਨੂੰ ਮੈਂ ਦੱਸ ਕੀ ਕਰਾਂ, ਇਸ ਬੰਦੇ ਨੂੰ ਇਹਨੂੰ ਕਿਹਨੇ ਕਿਹਾ ਵੀ ਮੈਨੂੰ ਇਹ ਕਹਿਣ ਨੂੰ। ਅੱਛਾ, ਹੁਣ ਆ ਜਿਹੜਾ ਸਾਰਾ ਫਰਸਟ੍ਰੇਸ਼ਨ ਆ, ਇਹ ਫਰਸਟ੍ਰੇਸ਼ਨ ਸਾਡੇ ਕਲਚਰ 'ਚ ਬਹੁਤ ਜ਼ਿਆਦਾ ਹੁੰਦੀ ਆ ਫੈਮਿਲੀ 'ਚ, ਕਿਉਂਕਿ ਕਈ ਵਾਰੀ ਅਸੀਂ ਇਸ ਕਰਕੇ ਚੁੱਪ ਕਰ ਜਾਂਦੇ ਹਾਂ ਕਿਉਂਕਿ ਉਹ ਸਾਡੇ ਨਾਲੋਂ ਰਿਲੇਸ਼ਨਸ਼ਿਪ 'ਚ ਵੱਡੇ ਆ, ਏਜ 'ਚ ਵੱਡੇ ਆ, ਉਹਨਾਂ ਦੀ ਕੋਈ ਸਰਟਨ ਕੈਟੇਗਰੀ ਆ, ਲੇਕਿਨ ਉਹ ਜਿਹੜਾ ਬੰਦਾ ਜਿਹੜਾ ਉਸ ਕੈਟੇਗਰੀ ਦਾ, ਉਹ ਇਸ ਚੀਜ਼ ਨੂੰ ਕੋਈ ਨਹੀਂ ਕੰਸੀਡਰ ਕਰਦਾ ਵੀ ਮੈਨੂੰ ਯਾਰ ਇਹ ਪੜ੍ਹਿਆ ਲਿਖਿਆ ਬੰਦਾ, ਇਹ ਚੰਗੀ ਜੌਬ 'ਤੇ ਲੱਗਿਆ, ਮੈਨੂੰ ਇਹਨੂੰ ਕੀ ਇਹਨੂੰ ਦੱਸਣ ਦੀ ਲੋੜ ਹੈ, ਇਹਨੇ ਮੈਨੂੰ ਪੁੱਛਿਆ ਹੀ ਨਹੀਂ ਤਾਂ ਮੈਂ ਚੁੱਪ ਕਰ ਜਾ। ਲੇਕਿਨ ਸਾਡੇ ਉਹ ਨਹੀਂ ਹੁੰਦਾ। ਸਾਡੀ ਜਿਹੜੀ ਕੌਨਸਟੈਂਟ ਇੰਟਰਫੀਅਰੈਂਸ ਆ ਅਗਲੇ ਦੀ ਲਾਈਫ ਦੇ ਵਿੱਚ, ਉਹ ਮੈਨੂੰ ਲੱਗਦਾ ਕਿ ਉਹ ਬਹੁਤ ਹੱਦ ਤੱਕ ਰਿਸ਼ਤੇ ਖਰਾਬ ਕਰ ਦਿੰਦੀ ਆ। ਉਸ ਕਰਕੇ ਮੈਨੂੰ ਲੱਗਦਾ ਕਿ ਆਪਣੇ ਜਿਹੜੇ ਕਪਲਸ ਦੇ ਵਿੱਚ ਜ਼ਿਆਦਾ ਤਣਾਅ ਰਹਿੰਦਾ, ਉਹ ਆਪਣੀ ਲਾਈਫ ਨੂੰ ਸੈਟਲ ਹੀ ਨਹੀਂ ਕਰ ਪਾਉਂਦੇ ਔਰ ਉਹ ਕੌਨਸਟੈਂਟਲੀ ਅੰਡਰ ਪ੍ਰੈਸ਼ਰ ਰਹਿੰਦੇ ਆ। ਔਰ ਆਮ ਤੌਰ 'ਤੇ ਆਪਣੇ ਜਦੋਂ ਮੈਂ ਯੂਥ ਨਾਲ ਗੱਲ ਕਰਦਾ ਜਿਹੜੇ ਮੈਰਿਡ ਹੁੰਦੇ ਆ, ਉਹਨਾਂ ਨੂੰ ਹੁੰਦਾ ਵੀ ਅਸੀਂ ਹਜੇ ਕੋਈ ਡਿਸਾਈਡ ਨਹੀਂ ਕੀਤਾ ਕਿ ਸਾਡੇ ਵਿਆਹ ਤੋਂ ਬਾਅਦ ਅਸੀਂ ਹਜੇ ਆਪਣੀ ਫੈਮਿਲੀ ਕਰਨੀ ਆ ਕਿ ਨਹੀਂ, ਬੱਚਾ ਕਰਨਾ ਕਿ ਨਹੀਂ, ਪਰ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਫਿਕਰ ਆ ਕਿ ਤੁਹਾਡੇ ਬੱਚਾ ਕਦੋਂ ਹੋ। ਔਰ ਕਈ ਜਦੋਂ ਫਿਰ ਲਿਬਰਟੀ ਲੈ ਲੈਂਦੇ ਆ, ਕਈ ਐਕਚੁਅਲੀ ਬਰਾਈਡ ਨੂੰ ਪੁੱਛਣ ਦਾ, ਕੁੜੀ ਨੂੰ ਪੁੱਛਣ ਦਾ ਵੀ ਤੁਸੀਂ ਕਦੋਂ ਬੇਬੀ ਕਰਨਾ, ਤੇ ਉਹ ਅੱਜ ਕੱਲ੍ਹ ਦੀ ਜਨਰੇਸ਼ਨ ਇਸ ਚੀਜ਼ ਨੂੰ ਇੰਟਰੂਸਿਵ ਮੰਨਦੀ ਆ ਵੀ ਤੁਸੀਂ ਕਿਉਂ, ਕੌਣ ਹੁੰਦੇ ਆ ਸਾਨੂੰ ਇਹ ਪੁੱਛਣ ਵਾਲੇ, ਵਾਈ ਆਰ ਯੂ ਆਸਕਿੰਗ ਅਸ ਦਿਸ ਕੁਐਸਚਨ, ਇਟਸ ਅ ਵੈਰੀ ਪ੍ਰਾਈਵੇਟ ਕੁਐਸਚਨ, ਇਟਸ ਬਿਟਵੀਨ ਮੀ ਐਂਡ ਮਾਈ ਪਾਰਟਨਰ, ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਕਦੋਂ ਬੇਬੀ ਕਰਨਾ ਜਾਂ ਨਹੀਂ ਕਰਨਾ। ਲੇਕਿਨ ਆਪਣਾ ਕਲਚਰ ਇਹਨੂੰ ਇੰਟਰੂਸਿਵ ਹੀ ਨਹੀਂ ਮੰਨ ਰਿਹਾ। ਉਹ ਸਾਡਾ ਨਾਰਮਲ ਕੁਐਸਚਨ ਆ ਵੀ ਜਦ ਸ਼ਾਦੀ ਹੋ ਗਈ ਤਾਂ ਫਿਰ ਬੱਚਾ ਵੀ ਹੋਊਗਾ, ਤੇ ਨਹੀਂ ਹੋ ਰਿਹਾ ਤਾਂ ਤੁਸੀਂ ਦੱਸੋ, ਅਸੀਂ ਤੁਹਾਨੂੰ ਕੋਈ ਡਾਕਟਰ ਦੱਸੀਏ। ਸੋ ਜਿਹੜੀਆਂ ਦੋਨੋਂ ਸਾਈਡਸ ਆ, ਉਹ ਅਨਨੈਸੈਸਰੀਲੀ ਰੋਲ ਤੇ ਬਾਉਂਡਰੀਜ਼ ਤੇ ਰਿਸਪੌਂਸਿਬਿਲਿਟੀਜ਼ ਨੂੰ ਬਲਰ ਕਰਕੇ ਰੱਖਦੇ ਆ, ਕਿਉਂਕਿ ਉਹਨਾਂ ਦੀ ਜਿਹੜੀ ਆਪਣੀ ਕਿਉਰਿਓਸਿਟੀ ਆ, ਉਹ ਦੂਸਰੇ ਦੀ ਲਾਈਫ ਦੇ ਵਿੱਚ ਇੰਟਰਫੀਅਰ ਕਰਕੇ ਟੈਨਸ਼ਨ ਕ੍ਰੀਏਟ ਕਰਦੀ ਆ। ਔਰ ਇਹ ਆਪਣੇ ਕਲਚਰ 'ਚ ਬਹੁਤ ਜ਼ਿਆਦਾ ਹੁੰਦਾ, ਹੋਰਾਂ ਦੇ ਕਲਚਰ 'ਚ ਹਜੇ ਇੰਨਾ ਨਹੀਂ ਹੁੰਦਾ। ਬਾਕੀ ਦੇ ਖਾਸ ਕਰਕੇ ਗੋਰਿਆਂ ਦੇ ਕਲਚਰ 'ਚ ਤਾਂ ਡੈਫੀਨੇਟਲੀ ਕੋਈ ਕਿਸੇ ਨੂੰ ਨਹੀਂ ਪੁੱਛਦਾ ਵੀ ਤੇਰੀ ਇਨਕਮ ਕਿੰਨੀ ਆ, ਤੁਸੀਂ ਘਰ ਲੈਣਾ ਕਿ ਨਹੀਂ ਲੈਣਾ, ਤੁਹਾਡਾ ਬੇਬੀ ਹੋਣਾ ਕਿ ਨਹੀਂ ਹੋਣਾ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹ ਕਰਦੇ। ਦੇ ਜਸਟ ਟਾਕ ਅਬਾਊਟ ਸਰਟਨ ਥਿੰਗਸ, ਔਰ ਉਹਨਾਂ ਨੂੰ ਆਪਣੇ ਪੈਰਾਮੀਟਰਸ ਦਾ ਅਤੇ ਬਾਉਂਡਰੀਜ਼ ਦਾ ਪਤਾ, ਆਪਣੇ ਸਾਰਾ ਕੁਝ ਹੀ ਖੁੱਲ੍ਹਾ, ਆਪਣੇ ਸਾਰਾ ਕੁਝ ਹੀ ਪੁੱਛ ਸਕਦੇ ਆ। ਐਂਡ ਵਿਚ ਇਜ਼ ਵੈਰੀ ਪ੍ਰੋਬਲਮੈਟਿਕ, ਕਿਉਂਕਿ ਅੱਜ ਦੀ ਜਨਰੇਸ਼ਨ, ਕੈਨੇਡਾ ਦੀ ਜੰਪਲ ਜਨਰੇਸ਼ਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੀ। ਉਹ ਫਿਰ ਕੁਝ ਕਹਿ ਦਿੰਦੇ ਆ, ਫਿਰ ਗੁੱਸੇ ਗਿੱਲਾ ਹੋ ਜਾਂਦਾ, ਫਿਰ ਆਲ ਕਾਈਂਡ ਆਫ ਇਸ਼ੂਜ਼ ਆ ਜਾਂਦੇ ਆ ਪਰਿਵਾਰ ਦੇ ਵਿੱਚ। ਆ ਤਾਂ ਇੱਦਾਂ ਦਾ ਹੋ ਗਿਆ ਕਿ ਬਾਉਂਡਰੀਜ਼ ਤੇ ਰੋਲ ਹੈ, ਬਟ ਮੋਸਟਲੀ ਜਿਹੜੀ ਮੈਰਿਜਸ ਹੁੰਦੀਆਂ ਨੇ ਕੈਨੇਡਾ 'ਚ, ਉਹ ਲਵ ਮੈਰਿਜਸ ਹੁੰਦੀਆਂ ਨੇ ਜੀ, ਠੀਕ ਹੈ। ਇੱਥੇ ਆਪਣਾ ਪਾਰਟਨਰ ਆਪੇ ਹੀ ਲੱਭ ਲੈਂਦੇ, ਫਿਰ ਘਰੇ ਪੇਰੈਂਟਸ ਨੂੰ ਦੱਸ ਦਿੰਦੇ ਆ ਬੈਕ ਇਨ ਇੰਡੀਆ ਕਿ ਅਸੀਂ ਇਹਦੇ ਨਾਲ ਵਿਆਹ ਕਰਾਉਣਾ ਹੈ। ਉਸ
ਚੀਜ਼ ਨੂੰ ਜਾਣਦੇ ਹੋਏ ਤੁਸੀਂ 4-5 ਸਾਲ ਤੋਂ ਇੱਕ ਬੰਦੇ ਨੂੰ ਡੇਟ ਕਰ ਰਹੇ ਹੋ, ਤੁਹਾਨੂੰ ਉਹਦੀ ਸਾਰੀ ਵੀਕਨੈਸਸ ਦਾ, ਸਟਰੈਂਥ ਦਾ, ਕਮੀਆਂ ਦਾ, ਠੀਕ ਹੈ, ਸਭ ਕੁਝ ਨੌਲੇਜ ਹੋ ਜਾਂਦੀ ਹੈ ਇੱਕ ਪਾਰਟਨਰ ਨੂੰ, ਬਟ ਫਿਰ ਵੀ ਆਫਟਰ ਮੈਰਿਜ ਥਿੰਗਸ ਚੇਂਜ, ਜੀ। ਦੇ ਚੇਂਜ ਐਟ ਅ ਰੈਪਿਡ ਪੇਸ, ਜੀ। ਲਾਈਕ ਬਹੁਤ ਛੇਤੀ ਤਰੀਕੇ ਨਾਲ ਚੇਂਜ ਹੋ ਜਾਂਦੀਆਂ ਨੇ। ਇੱਦਾਂ ਦਾ ਕਿਉਂ ਹੈ? ਇਹ ਬੇਸਿਕਲੀ ਰਿਲੇਟਡ ਹੈ ਰੋਲ ਤੇ ਬਾਉਂਡਰੀਜ਼ ਦੇ ਨਾਲ, ਕਿ ਇੱਕ ਆ ਕੇ ਉੱਥੇ ਮੁੰਡੇ ਨੂੰ ਲੱਗਦਾ ਹੈ ਕਿ ਹੁਣ ਤਾਂ ਜੀ ਵਿਆਹ ਹੋ ਗਿਆ, ਹੁਣ ਤਾਂ ਕੁਝ ਵੀ ਕਰ ਸਕਦੇ ਨੇ। ਜਾਂ ਇਹ ਦੋਨੋਂ ਧਿਰਾਂ ਤੋਂ ਹੀ ਆ ਗੁਰਸ਼ਰਨ। ਇਹ ਜਿਹੜੇ ਲਵ ਮੈਰਿਜ ਆ ਨਾ, ਲਵ ਮੈਰਿਜ ਤਾਂ ਸਕਸੈਸ ਹੋਊਗੀ ਜੇ ਅਸੀਂ ਉਸ ਡੇਟਿੰਗ ਦੇ ਦੌਰਾਨ ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਉਹਦੇ ਚੀਜ਼ ਤੇ ਡਿਸਕਸ਼ਨ ਹੋਵੇ। ਅਸੀਂ ਉਹ ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਉਸ ਚੀਜ਼ ਤੋਂ ਅਸੀਂ ਡਿਸਕਸ਼ਨ ਨਹੀਂ ਕਰ ਸਕਦੇ, ਕਿਉਂਕਿ ਸਾਨੂੰ ਪਤਾ ਨਹੀਂਗਾ ਕਿ ਉਹ ਚੀਜ਼ ਸਾਡਾ ਹੀ ਤਾਂ ਨਹੀਂ ਕਿਤੇ ਪਰਸੈਪਸ਼ਨ ਗਲਤ, ਅਸੀਂ ਆਪਣੇ ਆਪ ਨੂੰ ਅੰਡਰਮਾਈਨ ਕਰਕੇ ਉਸ ਚੀਜ਼ ਨੂੰ ਕਨਫਰੰਟ ਨਹੀਂ ਕਰਦੇ ਉਸ ਚੀਜ਼ ਨੂੰ। ਮਿਸਾਲ ਦੇ ਤੌਰ ਤੇ ਥੋੜ੍ਹੇ ਜਿਹੇ ਜਿਹੜੇ ਮੈਰਿਜ ਦੇ ਇਸ਼ੂਜ਼ ਮੇਰੇ ਕੋਲੇ ਆਉਂਦੇ ਆ ਕਾਉਂਸਲਿੰਗ ਵਾਸਤੇ, ਉਹਦੇ ਵਿੱਚ ਇੱਕ ਕਪਲ ਦਾ ਮਤਲਬ ਕਿ ਕਾਉਂਸਲਿੰਗ ਲਈ ਆਇਆ ਤੇ ਉਹਦੇ ਵਿੱਚ ਇਹ ਚੀਜ਼ ਡਿਸਕਸ ਹੋਈ ਕਿ ਵੀ ਤੁਹਾਡੇ ਇਸ਼ੂਜ਼ ਕੀ ਆ। ਉਹ ਕਹਿੰਦੇ ਵੀ ਮੈਂ ਇਹਨੂੰ ਪਹਿਲਾਂ ਕਹਿਤਾ ਸੀ ਵਿਆਹ ਤੋਂ ਕਿ ਮੈਂ ਤੇਰੀ ਮਦਰ ਫਾਦਰ ਦੇ ਨਾਲ ਨਹੀਂ ਰਹਿਣਾ। ਮੁੰਡਾ ਕਹਿੰਦਾ ਵੀ ਇਹਨੂੰ ਮੈਂ ਪਹਿਲਾਂ ਦੱਸਤਾ ਸੀਗਾ ਕਿ ਮੈਂ ਮੈਰਿਜ ਇਸੇ ਕਰਕੇ ਕਰਾ ਰਿਹਾ ਕਿਉਂਕਿ ਮੈਂ ਪਰਿਵਾਰ ਦਾ ਇੱਕੋ ਹੀ ਮੁੰਡਾ ਤੇ ਮੇਰੇ ਨਾਲ ਇਹ ਆਪਾਂ ਇਕੱਠੇ ਰਵਾਂਗੇ। ਨਾ ਤਾਂ ਉਹਨੇ ਕਲੈਰੀਫਾਈ ਕੀਤਾ ਵੀ ਇਹ ਐਗਰੀ ਕਰ ਗਿਆ, ਨਾ ਇਹਨੇ ਕਲੈਰੀਫਾਈ ਕੀਤਾ ਕਿ ਉਹਨੇ ਐਗਰੀ ਕਰ ਗਿਆ। ਹੁਣ ਦੋਨੇ ਅਨਕਲੈਰੀਫਾਈਡ ਸੀ, ਪੋਜੀਸ਼ਨ ਦੋਨਿਆਂ ਨੇ ਇੱਕ ਦੂਜੇ ਨੂੰ ਦੱਸਤੀਆਂ, ਪਰ ਦੱਸਣਾ ਇਜ਼ ਵਨ ਥਿੰਗ ਐਂਡ ਦੀ ਅਦਰ ਇਜ਼ ਅਨਦਰ, ਰਾਈਟ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਕਮਿਊਨਿਟੀ ਕਨੈਕਸ਼ਨ, ਤੇ ਹੁਣ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈਣ ਲੱਗੇ ਨੇ। ਪਲੀਜ਼ ਸਾਡੇ ਚੈਨਲ ਦੇ ਨਾਲ ਬਨੇ ਰਹੋ, ਕਿਉਂਕਿ ਆਫਟਰ ਦ ਬ੍ਰੇਕ ਵੀ ਆਰ ਗੋਇੰਗ ਟੂ ਡਿਸਕਸ ਕਿ ਕਨਫਲਿਕਟਸ ਦੇ ਕੀ ਕਨਸੀਕੁਐਂਸਿਸ ਹੁੰਦੇ ਨੇ ਐਂਡ ਇਹਨਾਂ ਨੂੰ ਕਿਵੇਂ ਫਿਕਸ ਕੀਤਾ ਜਾ ਸਕਦਾ ਹੈ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 9056770889 ਤੇ ਕਾਲ ਕਰੋ। ਜੀ ਹਾਂ, 9056770889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਤੁਹਾਡਾ ਸਾਡੇ ਪ੍ਰੋਗਰਾਮ ਕਮਿਊਨਿਟੀ ਕਨੈਕਸ਼ਨ ਦੇ ਦੂਜੇ ਹਿੱਸੇ 'ਚ ਸਵਾਗਤ ਹੈ। ਅਸੀਂ ਗੱਲ ਕਰਦੇ ਪਏ ਸੀ ਕਿ ਕਿਵੇਂ ਕਨਫਲਿਕਟਸ ਹੁੰਦੇ ਨੇ ਹਸਬੈਂਡ ਐਂਡ ਵਾਈਫ 'ਚ, ਉਹਦੇ ਰੂਟ ਕਾਜ਼ਸ ਕੀ ਹੁੰਦੇ ਨੇ, ਕਿ ਰੋਲਸ ਤੇ ਬਾਉਂਡਰੀਜ਼ ਕੀ ਇੱਕ ਰੋਲ ਪਲੇ ਕਰਦੀਆਂ ਨੇ ਹਸਬੈਂਡ ਐਂਡ ਵਾਈਫ ਦੇ ਵਿੱਚ। ਨਾਓ ਹੁਣ ਅਸੀਂ ਗੱਲ ਕਰਾਂਗੇ ਬਲਦੇਵ ਜੀ ਦੇ ਨਾਲ ਕਿ ਇਹਨਾਂ ਦੇ ਕਨਸੀਕੁਐਂਸਿਸ ਕੀ ਨੇ। ਇੱਕ ਐਦਾਂ ਦਾ ਸਿੰਪਲ ਜਿਹਾ ਰਿਲੇਸ਼ਨਸ਼ਿਪ ਹੈ ਜਿਹੜਾ ਸਿਰਫ ਕੀ ਉਹਦੀ ਰਿਕੁਆਇਰਮੈਂਟ ਹੈ ਮਿਊਚੁਅਲ ਰਿਸਪੈਕਟ, ਕਮਿਊਨੀਕੇਸ਼ਨ, ਅੰਡਰਸਟੈਂਡਿੰਗ ਐਂਡ ਲਵ, ਉਹ ਇੰਨਾ ਕੰਪਲਿਕੇਟ ਕਿਵੇਂ ਹੋ ਜਾਂਦਾ ਹੈ ਟਾਈਮ ਦੇ ਨਾਲ? ਉਹ ਕੰਪਲਿਕੇਟ ਇਸ ਕਰਕੇ ਹੋ ਜਾਂਦਾ ਕਿ ਜਦੋਂ ਅਸੀਂ ਚਾਰ ਚੀਜ਼ਾਂ ਨੂੰ ਆਪਾਂ ਧਿਆਨ 'ਚ ਨਹੀਂ ਰੱਖ ਪਾਉਂਦੇ, ਜਾਣੀ ਇਹ ਜਿਹੜਾ ਸਿਸਟਮ ਆ ਮੈਰਿਜ ਦਾ, ਇਹ ਚਾਰ ਚੀਜ਼ਾਂ ਨੂੰ ਮੈਰਿਜ ਕਾਉਂਸਲਰਸ ਫਿਕਸ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇਹ ਚੱਲੇ। ਇੱਕ ਤਾਂ ਹੈਗਾ ਕਿ ਜਿਹੜੀ ਹਸਬੈਂਡ ਵਾਈਫ ਦੀ ਕਮਿਊਨੀਕੇਸ਼ਨ ਆ, ਉਹ ਅਗਰ ਆਪਾਂ ਸਹੀ ਤਰੀਕੇ ਨਾਲ ਨਾ ਕਰਨੀ ਸਿੱਖੀਏ ਤਾਂ ਫਿਰ ਕੀ ਹੁੰਦਾ ਕਿ ਆਪਾਂ ਕਿਸੇ ਇਸ਼ੂ ਤੇ ਡਿਸਕਸ ਕਰਦੇ ਕਰਦੇ ਉਹਦੇ ਨਾਲ ਕਈ ਸਾਰੇ ਹੋਰ ਇਸ਼ੂ ਜੋੜ ਕੇ ਪ੍ਰੋਬਲਮ ਨੂੰ ਵਧਾ ਲੈਂਦੇ ਆ। ਔਰ ਅਕਸਰ ਜਿਹੜੇ ਕਪਲਸ ਆਪਸ ਵਿੱਚ ਲੜਦੇ ਬਹੁਤ ਆ, ਉਹਨਾਂ ਨੂੰ ਅਗਰ ਠੰਡੇ ਦਿਮਾਗ ਨਾਲ ਪੁੱਛਿਆ ਜਾਵੇ ਵੀ ਤੁਹਾਡੀ ਕਿਸ ਚੀਜ਼ ਤੋਂ ਲੜਾਈ ਹੋਈ, ਤਾਂ ਦੋ ਚੀਜ਼ਾਂ ਸਾਹਮਣੇ ਆਉਂਦੀਆਂ। ਇਹ ਅਕਰੋਸ ਦਾ ਵਰਲਡ ਕਪਲਸ 'ਚ ਆਉਂਦੀਆਂ, ਅਕਰੋਸ ਦਾ ਵਰਲਡ। ਇਹ ਪੰਜਾਬੀ ਕਮਿਊਨਿਟੀ ਨਾਲ ਇਹਦਾ ਕੋਈ ਖਾਸ ਨਹੀਂ ਲੈਣਾ ਦੇਣਾ, ਇਹ ਮੈਰਿਜ ਦੇ ਵਿੱਚ ਹੈਗਾ।
ਇੱਕ ਤਾਂ ਉਹ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਦੋਂ ਲੜ ਪੈਂਦੇ ਆ, ਇੱਕ ਚੀਜ਼ ਇਹ ਸਾਹਮਣੇ ਆਉਂਦੀ ਆ। ਸੈਕੰਡ ਇਹ ਆਉਂਦੀ ਆ ਕਿ ਅਸੀਂ ਸ਼ੁਰੂ ਕਰਦੇ ਆ ਬਈ ਬੱਚਿਆਂ ਨੂੰ ਤੂੰ ਬ੍ਰੈਕਫਾਸਟ ਨਹੀਂ ਬਣਾ ਕੇ ਦੇਣਾ, ਇਹ ਆਪਣੇ ਆਪ ਬਣਾਉਣਾ ਸਿੱਖਣ। ਉਸ ਤੋਂ ਸਾਡੀ ਡਿਸਕਸ਼ਨ ਸ਼ੁਰੂ ਹੋਈ ਤੇ ਖਤਮ ਹੋਈ ਸਾਡੀ ਐਸ ਕਰਕੇ ਜਾ ਕੇ ਬਈ ਚੰਗਾ ਫਿਰ ਜੇ ਤੂੰ ਨਹੀਂ ਰਹਿਣਾ ਤਾਂ ਚੱਲ ਫਿਰ ਆਪਾਂ ਡਿਵੋਰਸ ਕਰ ਲਈਏ। ਉੱਥੇ ਤੱਕ ਦਾ ਸਫ਼ਰ ਕਿਵੇਂ ਹੋ ਗਿਆ? ਗੱਲ ਤਾਂ ਸੀਗੀ ਵੀ ਬੱਚਿਆਂ ਨੂੰ ਬ੍ਰੈਕਫਾਸਟ ਨਹੀਂ ਬਣਾ ਕੇ ਦੇਣਾ, ਵੱਡੇ ਹੋ ਗਏ ਆਪੇ ਬਣਾ ਲੈਣ, ਤੇ ਐਂਡ ਅਪ ਡਿਵੋਰਸ ਤੇ ਕਿਵੇਂ ਪਹੁੰਚ ਗਈ? ਚੰਗਾ ਫਿਰ ਆਪਾਂ ਡਿਵੋਰਸ ਕਰ ਲੈਂਦੇ ਆ। ਇੱਥੇ ਤੱਕ ਕਿਵੇਂ ਪਹੁੰਚ ਗਈ? ਆ ਜਿਹੜੀਆਂ ਦੋ ਇਸ਼ੂਜ਼ ਆ ਇਹ ਬੜੇ ਕ੍ਰਿਟੀਕਲ ਆ। ਜਿਹੜੇ ਕਪਲਸ ਜ਼ਿੰਦਗੀ ਦੇ ਵਿੱਚ ਮੈਰਿਡ ਰਹਿੰਦੇ ਆ ਉਹਨਾਂ ਨੂੰ ਪਤਾ ਕਿ ਅਸੀਂ ਕਮਿਊਨੀਕੇਸ਼ਨ ਕਦੋਂ ਬੰਦ ਕਰ ਦੇਣੀ ਆ, ਇਹਦਾ ਹੁਣ ਕੋਈ ਫਾਇਦਾ ਨਹੀਂ ਹੋ ਰਿਹਾ। ਜਿਹੜੇ ਕਪਲਸ ਕੰਟੀਨਿਊਸਲੀ ਲੜੀ ਜਾਂਦੇ ਆ, ਬੋਲੀ ਜਾਂਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਅਸੀਂ ਖੁਦ ਦਾ ਨੁਕਸਾਨ ਕਰ ਲੈਣਾ। ਤੇ ਉਹ ਫਿਰ ਅਖੀਰ 'ਚ ਕੀ ਹੁੰਦਾ ਕਿ ਦੋਨਾਂ 'ਚੋਂ ਇੱਕ ਜਣਾ ਕਹਿੰਦਾ ਚੰਗਾ ਫਿਰ ਮੈਂ ਚੱਲੀ ਆ, ਜਾਂ ਮੈਂ ਚੱਲਿਆ, ਜਾਂ ਜੇ ਤੂੰ ਨਹੀਂ ਰਹਿਣਾ ਤਾਂ ਨਾ ਰਹਿ, ਚੱਲ ਫਿਰ ਆਪਾਂ ਡਿਵੋਰਸ ਕਰ ਲਈਏ, ਲੈ ਜਾ ਜਿਹੜਾ ਤੂੰ ਘਰ ਦਾ ਅੱਧ ਲੈਣਾ ਲੈ ਲਾ। ਆਹ ਹੁਣ ਜਿਹੜੀ ਕਮਿਊਨੀਕੇਸ਼ਨ ਦੀ ਪ੍ਰੋਬਲਮ ਆ ਇਹਨੂੰ ਪ੍ਰਾਇਮਰੀ ਗਿਣਿਆ ਜਾਂਦਾ ਮੈਰਿਜ ਕਾਉਂਸਲਿੰਗ ਦੇ ਵਿੱਚ ਕਿ ਕੀ ਤੁਸੀਂ ਆਪਣੀ ਗੱਲਬਾਤ ਨੂੰ ਰੋਕ ਸਕਦੇ ਹੋ ਕਿ ਨਹੀਂ। ਅਗਰ ਉਹ ਪਾਏਦਾਰ ਨਹੀਂ ਗੀ, ਅਗਰ ਉਹ ਕੁਝ ਸੋਲਵ ਨਹੀਂ ਕਰ ਰਹੀ, ਅਗਰ ਉਹ ਕਿਸੇ ਸਿਰੇ ਤੇ ਨਹੀਂ ਪਹੁੰਚ ਰਹੀ, ਕੀ ਤੁਸੀਂ ਕਹਿ ਸਕਦੇ ਹੋ ਵੀ ਓਕੇ ਇਟਸ ਨਾਟ ਵਰਕਿੰਗ, ਸੋ ਵਾਈ ਡੋਂਟ ਵੀ ਜਸਟ ਸਟਾਪ ਇਟ ਐਂਡ ਆਪਾਂ ਐਂ ਕਰਦੇ ਹਾਂ ਅੱਜ ਹੈਗਾ ਟਿਊਜ਼ਡੇ, ਆਪਾਂ ਫਰਾਈਡੇ ਨੂੰ ਮਿਲਾਂਗੇ। ਉਹ ਜਿਹੜੇ ਕਪਲਸ ਇਹ ਕਰ ਸਕਦੇ ਆ ਉਹਨਾਂ ਦੀ ਮੈਰਿਜ ਚੱਲੂਗੀ। ਇਸ ਤਰ੍ਹਾਂ ਦੀ ਕਦੇ ਨਹੀਂ ਹੁੰਦੀ ਕਿ ਜਿਹੜੇ ਲੰਬੇ ਆਪਣੀ ਜ਼ਿੰਦਗੀ ਦੇ ਵਿੱਚ ਵਿਆਹ ਹੁੰਦਾ ਜਿਨ੍ਹਾਂ ਦਾ ਕਦੇ ਡਿਵੋਰਸ ਨਹੀਂ ਹੁੰਦਾ ਕਿ ਉਹਨਾਂ ਦੀ ਕਦੇ ਖਟਪਿਟ ਨਹੀਂ ਹੁੰਦੀ। ਉਹ ਵੀ ਉਹਨਾਂ ਦੇ ਵਿੱਚ ਵੀ ਹੁੰਦੀ ਆ, ਉਹਨਾਂ 'ਚ ਵੀ ਕਈ ਵਾਰੀ ਊਚ ਨੀਚ ਹੋ ਜਾਂਦੀ ਆ, ਪਰ ਉਹਨਾਂ ਨੂੰ ਇੱਕ ਚੀਜ਼ ਦਾ ਪਤਾ, ਉਹਨਾਂ ਨੂੰ ਪਤਾ ਕਿ ਅਸੀਂ ਬ੍ਰੇਕਾਂ ਕਿੱਥੇ ਲਾਉਣੀਆਂ ਕਮਿਊਨੀਕੇਸ਼ਨ 'ਚ, ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਫਿਰ ਲੜ ਪੈਂਦੇ ਆ। ਉਹ ਇੱਕ ਤਾਂ ਇਹ ਆ। ਹੁਣ ਜਦੋਂ ਆਪਾਂ ਇਸ ਚੀਜ਼ ਨੂੰ ਥੋੜ੍ਹਾ ਜਿਹਾ ਵਿਚਾਰੀਏ ਕਿ ਕੌਨਸੀਕੁਐਂਸਿਸ ਕੀ ਹੁੰਦੀ ਹੈ, ਇਹ ਚੀਜ਼ ਬੱਚਾ ਵੀ ਦੇਖਦਾ। ਹੁਣ ਬੱਚੇ ਦੇਖਦੇ ਆ ਵੀ ਫਾਦਰ ਮਦਰ ਲੜੀ ਜਾਂਦੇ ਆ, ਇਹ ਤਾਂ ਚੁੱਪ ਕਰਦੇ ਨਹੀਂ ਤੇ ਮੈਂ ਕਿਉਂ ਚੁੱਪ ਕਰਾਂ, ਮੈਨੂੰ ਕਿਉਂ ਕਹਿੰਦੇ ਆ ਤੂੰ ਚੁੱਪ ਕਰਿਆ ਕਰ। ਉਹ ਵੀ ਨਹੀਂ ਫਿਰ ਚੁੱਪ ਕਰਦਾ। ਹੁਣ ਜੇ ਪੇਰੈਂਟਸ ਵੀ ਨਾ ਚੁੱਪ ਕਰਨ ਤੇ ਬੱਚੇ ਵੀ ਨਾ ਚੁੱਪ ਕਰਨ ਤੇ ਫਿਰ ਉਸ ਘਰ 'ਚ ਰਹੂਗਾ ਕੌਣ? ਉਹ ਤਾਂ ਕਮਲਾ ਹੋ ਜਾਊਗਾ ਘਰ, ਇੱਕ ਦੂਜੇ ਨੂੰ ਗੱਲਾਂ ਹੀ ਕਰੀ ਜਾਣਗੇ, ਉਹ ਕੋਈ ਕਿਸੇ ਦੀ ਨਹੀਂ ਸੁਣ ਰਿਹਾ। ਔਰ ਅਕਸਰ ਇਹਨਾਂ ਘਰਾਂ 'ਚ ਜਿਨ੍ਹਾਂ 'ਚ ਮੈਰਿਜ ਦੀਆਂ ਪ੍ਰੋਬਲਮਸ ਹੁੰਦੀਆਂ ਉਸ ਘਰਾਂ 'ਚ ਬੋਲਿਆ ਬਹੁਤ ਜਾਂਦਾ, ਇੰਨੀ ਦੀ ਲੋੜ ਨਹੀਂ ਹੁੰਦੀ ਜਿੰਨਾ ਬੋਲਿਆ ਜਾਂਦਾ। ਇੱਕ ਪ੍ਰੋਬਲਮ ਹੈ। ਸੋ ਉਹਦੇ ਨਾਲ ਕੌਨਸੀਕੁਐਂਸ ਕੀ ਹੁੰਦੀ ਆ ਕਿ ਹਸਬੈਂਡ ਵੀ ਤਣਾਅ 'ਚ ਰਹਿੰਦਾ, ਵਾਈਫ ਵੀ ਸਟ੍ਰੈਸ 'ਚ ਰਹਿੰਦੀ ਆ, ਬੱਚੇ ਵੀ ਸਟ੍ਰੈਸ 'ਚ ਰਹਿੰਦੇ ਆ। ਸੋ ਉਹਨਾਂ ਦੀ ਜਿਹੜੀ ਪਰਸਨੈਲਿਟੀ ਆ ਉਹਦੇ 'ਚ ਇੱਕ ਚੀਜ਼ ਡਿਵੈਲਪ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਲੋ ਟੋਲਰੈਂਸ ਟੂ ਫਰਸਟ੍ਰੇਸ਼ਨ। ਫਰਸਟ੍ਰੇਸ਼ਨ ਆਪਣੀ ਸਾਰਿਆਂ ਦੀ ਜ਼ਿੰਦਗੀ 'ਚ ਆਉਂਦੀ ਆ। ਕਈ ਵਾਰੀ ਆਪਾਂ ਨੂੰ ਫੋਨ ਤੋਂ ਫਰਸਟ੍ਰੇਸ਼ਨ ਹੋ ਜਾਂਦੀ ਆ, ਕਈ ਵਾਰੀ ਆਪਾਂ ਟਿਮ ਹਾਰਟਨ 'ਚ ਕੌਫੀ ਲੈਣ ਲਈ ਖੜੇ ਹੁੰਦੇ ਆ ਤੇ ਅਗਲਾ ਬੰਦਾ ਸਾਰਾ ਉੱਥੇ ਖੜਾ, ਜਦੋਂ ਅਗਲਾ ਬੰਦਾ ਕੋਲ ਜਾਂਦਾ ਉਦੋਂ ਉਹ ਸੋਚਣ ਲੱਗਦਾ ਵੀ ਮੈਂ ਕਿਹੜੀ ਕੌਫੀ ਲੈਣੀ ਆ, ਤੇ ਉਦੋਂ ਆਪਾਂ ਨੂੰ ਬੜੀ ਖਿੱਚ ਚੜ੍ਹਦੀ ਆ ਵੀ ਯਾਰ ਤੂੰ ਇੰਨੀ ਦੇਰ ਦਾ ਖੜਾ ਸੀ, ਪਹਿਲਾਂ ਹੀ ਸੋਚ ਕੇ ਰੱਖ ਲੈਂਦਾ ਵੀ ਕੀ ਕਰਦਾ ਤੂੰ, ਆ ਪਿੱਛੇ ਦੇਖ ਕਿੰਨੀ ਲੰਬੀ ਲਾਈਨ ਆ। ਇਹ ਡੇਲੀ ਫਰਸਟ੍ਰੇਸ਼ਨਸ ਆ। ਟ੍ਰੈਫਿਕ 'ਚ ਜਾਮ ਹੋ ਜਾਂਦਾ ਉਦੋਂ ਆਪਾਂ ਨੂੰ ਫਰਸਟ੍ਰੇਸ਼ਨ ਹੋ ਜਾਂਦੀ ਆ। ਲੇਕਿਨ ਜਿਹੜੇ ਬੰਦੇ ਉਸ ਫਰਸਟ੍ਰੇਸ਼ਨ ਨੂੰ ਐਂਗਰ 'ਚ ਕਨਵਰਟ ਕਰ ਲੈਂਦੇ ਆ ਉਹ ਆਪਣਾ ਨੁਕਸਾਨ ਕਰਦੇ ਆ ਤੇ ਫਿਰ ਵਿਆਹਤਾ ਜੀਵਨ 'ਚ ਐਕਚੁਅਲ ਡਿਵੋਰਸ ਦੇ ਜਾਂ ਵਾਈਫ ਨੂੰ ਕੁੱਟਮਾਰ ਕਰਨ ਦਾ ਆਦਮੀ ਵੱਲੋਂ ਫਰਸਟ੍ਰੇਸ਼ਨ ਨੂੰ ਐਂਗਰ ਨੂੰ ਵਾਇਲੈਂਸ 'ਚ ਕਨਵਰਟ ਕਰਨ ਦਾ ਬੜਾ ਸੌਖਾ ਤਰੀਕਾ ਹੋ ਜਾਂਦਾ ਕਿਉਂਕਿ ਸ਼ੁਰੂ ਹੁੰਦੀ ਆ ਕਮਿਊਨੀਕੇਸ਼ਨ ਤੋਂ। ਇਸ ਕਰਕੇ ਸਾਰਿਆਂ ਨਾਲੋਂ ਪਹਿਲਾਂ ਇਹ ਦੇਖਿਆ ਜਾਂਦਾ ਵੀ ਕੀ ਆਪਾਂ ਕਮਿਊਨੀਕੇਸ਼ਨਸ ਨੂੰ ਕਿਸੇ ਤਰੀਕੇ ਨਾਲ ਫਿਕਸ ਕਰ ਸਕਦੇ ਹਾਂ, ਕਿਉਂਕਿ ਇਹਦੇ ਕੌਨਸੀਕੁਐਂਸਿਸ ਬੱਚਿਆਂ ਤੇ ਵੀ ਬਹੁਤ ਹੋ ਰਹੇ ਆ। ਇਹ ਇੱਕ ਪਾਰਟ ਆ ਕੌਨਸੀਕੁਐਂਸਿਸ ਦਾ, ਰਿਲੇਸ਼ਨਸ਼ਿਪ ਕੀ ਹੁੰਦਾ। ਫਿਰ ਆਪਾਂ ਦੇਖੀਏ ਵੀ ਕੌਨਸੀਕੁਐਂਸਿਸ ਦੀ ਸੈਕੰਡ ਪਾਰਟ ਆਫ ਮੈਰਿਜ ਇਜ਼, ਜੇ ਮੈਰਿਜ ਨੇ ਟੁੱਟਣਾ ਜਾਂ ਡਿਵੋਰਸ ਹੋਣਾ ਉਹ ਇਸ ਕਰਕੇ ਆ ਕਿ ਕਪਲ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਣਗੀਆਂ ਆਪਣੀ ਜ਼ਿੰਦਗੀ ਦੇ ਵਿੱਚ, ਵਿਆਹਤਾ ਜ਼ਿੰਦਗੀ ਦੇ ਵਿੱਚ। ਕੀ ਕਪਲ ਉਹਨਾਂ ਮੁਸ਼ਕਲਾਂ ਦੇ ਬਾਰੇ ਸਿਰਫ ਗੱਲ ਹੀ ਕਰਦਾ ਕਿ ਉਹਨਾਂ ਦਾ ਕੋਈ ਹੱਲ ਵੀ ਲੱਭਦਾ? ਹੁਣ ਕਈ ਵਾਰੀ ਮੇਰੇ ਕੋਲੇ ਜਦੋਂ ਕਾਉਂਸਲਿੰਗ ਦੇ ਦੌਰਾਨ, ਕਿਉਂਕਿ ਮੇਰਾ ਹੁਣ ਇੱਕ ਜ਼ਿੰਦਗੀ ਦਾ ਲੰਬਾ ਐਕਸਪੀਰੀਅੰਸ ਆ ਕਾਉਂਸਲਿੰਗ ਕਰਨ ਦਾ, ਕਈ ਵਾਰੀ ਕਪਲ ਹੁੰਦੇ ਆ
ਜਿਨ੍ਹਾਂ ਦੇ ਵਿਆਹ ਨੂੰ 35 ਸਾਲ ਹੋ ਗਏ ਹੁੰਦੇ ਆ। ਤੇ ਜਦੋਂ ਮੈਂ ਕਹਿੰਦਾ ਹਾਂਜੀ ਬਈ ਤੁਸੀਂ ਆਏ ਹੋ ਮੇਰੇ ਕੋਲੇ ਕਾਉਂਸਲਿੰਗ ਲੈਣ, ਬਈ ਕੀ ਪ੍ਰੋਬਲਮ ਕੀ ਆ, ਕਹਿੰਦੇ ਜੀ ਕਿੱਥੋਂ ਸ਼ੁਰੂ ਕਰਾਂ। ਮੈਂ ਕਿਹਾ ਜੀ ਜਿੱਥੋਂ ਤੁਸੀਂ ਸ਼ੁਰੂ ਕਰਨਾ ਕਰੋ। ਕਹਿੰਦੇ ਲਓ ਜੀ ਪਹਿਲੇ ਦਿਨ ਤੋਂ ਆਪਾਂ ਸ਼ੁਰੂ ਕਰਦੇ ਹਾਂ। ਜਿੱਦਣ ਮੈਂ ਇਹਨਾਂ ਦੇ ਘਰ ਆਈ ਸੀ ਇਹਦੀ ਮਾਂ ਨੇ ਮੈਨੂੰ 5 ਰੁਪਏ ਸਗਨ ਦਿੱਤੇ ਸੀ। ਮੈਂ ਕਿਹਾ ਜੀ ਫੇਰ ਤੁਸੀਂ ਯਾਦ ਰੱਖਿਆ, 35 ਸਾਲ ਹੋ ਗਏ ਹਜੇ ਯਾਦ ਰੱਖਿਆ। ਉਹ ਕਹਿੰਦਾ ਹਸਬੈਂਡ ਫਿਰ ਬੋਲਿਆ, ਕਹਿੰਦਾ ਕਿ ਵੀ ਮੈਂ ਇਹਨੂੰ ਕਿਹਾ ਵੀ ਤੂੰ ਮੇਰੇ ਤੋਂ $1000 ਲੈ ਲਾ, ਛੱਡ ਉਹਨਾਂ ਖਹਿੜਾ। ਉਹ ਮਾਤਾ ਸੀਗੀ, ਉਹਨੇ ਤੂੰ ਨਹੀਂ ਉਹਨੂੰ ਸੁਝਿਆ, ਉਹਨੇ ਤੈਨੂੰ 5 ਦੇ ਤੇ ਤੂੰ ਭੁੱਲ ਜਾ। ਕਹਿੰਦੀ ਕਿਵੇਂ ਭੁੱਲ ਜਾ। ਹੁਣ ਉਹ ਪ੍ਰੋਬਲਮ ਸੋਲਵਿੰਗ ਨਹੀਂ ਨਾ ਹੋ ਰਹੀ। ਉਹ ਤਾਂ ਉਹਨੇ ਆਪਣੀ ਜਿਹੜੀ ਉਹਦੀਆਂ ਫੀਲਿੰਗਸ ਹਰਟ ਹੋਈਆਂ ਉਹਨੇ ਪਕੜ ਲਈਆਂ ਤਾਂ ਹਰ ਵਾਰੀ ਕਮਿਊਨੀਕੇਸ਼ਨ ਦੇ ਵਿੱਚ ਉਹਨੇ ਕੱਢ ਕੇ ਰੱਖ ਦੇਣੀ ਅੱਗੇ। ਸੋ ਇਹਦਾ ਮਤਲਬ 35 ਸਾਲ ਪਹਿਲਾਂ ਦੀ ਜਿਹੜੀ ਪ੍ਰੋਬਲਮ ਆਈ ਆ 5 ਰੁਪਏ ਦੀ, ਉਹ ਅੱਜ ਵੀ ਬਰਕਰਾਰ ਆ। ਹੁਣ ਇਹਦਾ ਕੀ ਇਲਾਜ ਆ? ਇਹਦਾ ਕੋਈ ਇਲਾਜ ਨਹੀਂਗਾ, ਇਹਦੀ ਤਾਂ ਕੋਈ ਕਾਉਂਸਲਿੰਗ ਨਹੀਂ। ਇਹਦੀ ਕਾਉਂਸਲਿੰਗ ਤਾਂ ਸਿਰਫ ਬੜੀ ਸਿੰਪਲ ਆ ਕਿ ਆਪਾਂ ਆਪਣੇ ਬੱਚੇ ਤਬਾਹ ਹੋ ਜਾਣਗੇ, ਆਪਾਂ ਇੱਕ ਵਧੀਆ ਮੁਲਕ 'ਚ ਆ, ਆਪਾਂ ਇਸ ਚੀਜ਼ 'ਤੇ ਮਿੱਟੀ ਪਾ ਕੇ ਅੱਗੇ ਵਧੀਓ। ਕਹਿੰਦੇ ਨੋ, ਮੈਂ ਤਾਂ ਮਿੱਟੀ ਪਾਣੀ ਨਹੀਂ। ਸੋ ਇਹਦਾ ਮਤਲਬ ਜਿਹੜੀ ਪ੍ਰੋਬਲਮ ਸੋਲਵਿੰਗ ਰਿਕੁਆਇਰਸ ਅਸ ਟੂ ਰੀਕਨਸਿਡਰ ਆਵਰ ਓਰੀਜਨਲ ਥਾਟਸ ਐਂਡ ਜਿਹੜੇ ਅੰਦਾਜ਼ ਨਾਲ ਅਸੀਂ ਪ੍ਰੋਬਲਮ ਨੂੰ ਦੇਖਿਆ ਉਸ ਨੂੰ ਅਸੀਂ ਕੋਈ ਡਿਫਰੈਂਟ ਪਰਸਪੈਕਟਿਵ ਨਾਲ ਵੀ ਦੇਖ ਸਕਦੇ ਹਾਂ। ਮਿਸਾਲ ਦੇ ਤੌਰ 'ਤੇ ਮੈਂ ਇਹ ਸੋਚੀ ਬੈਠਾ ਕਿ ਮਾਤਾ ਨੇ ਮੇਰੀ ਬੇਇੱਜ਼ਤੀ ਕਰਤੀ 5 ਰੁਪਏ ਦੇ ਕੇ। ਓਕੇ, ਫਰਜ਼ ਕਰ ਲਓ ਮੇਰੇ ਦਿਮਾਗ ਦੇ ਵਿੱਚ ਖਿਆਲ ਆ ਗਿਆ। ਕੀ ਮੈਂ ਅੱਜ 35 ਸਾਲਾਂ ਬਾਅਦ ਇਹ ਕੰਸੀਡਰ ਕਰ ਸਕਦੀ ਹਾਂ ਵੀ ਯਾਰ ਉਸ ਜ਼ਮਾਨੇ ਵਿੱਚ 35 ਸਾਲ ਪਹਿਲਾਂ ਹੋ ਸਕਦਾ ਉਹਦੇ ਦਿਮਾਗ ਦੇ ਵਿੱਚ ਇਹੀ ਆਇਆ ਹੋਵੇ 5 ਰੁਪਏ ਬਹੁਤ ਆ। ਲੈਟਸ ਗਿਵ ਹਰ ਦ ਬੈਨੀਫਿਟ ਆਫ ਦ ਡਾਊਟ, ਵਾਟਸ ਅ ਬਿਗ ਡੀਲ। ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਰੀਕਨਸੀਡਰ ਕਰਨਾ, ਉਹ ਕਾਉਂਸਲਿੰਗ ਆ। ਪੋਜੀਸ਼ਨਿੰਗ ਨੂੰ ਰੀਕਨਸੀਡਰ ਕਰਨਾ ਆਪਣੇ ਕਲਚਰ 'ਚ ਇਹ ਨਹੀਂ ਗਾ। ਆਪਣੇ ਕਲਚਰ 'ਚ ਉਹ ਜਿਹੜੀਆਂ ਰਿਜਿਡ ਪੋਜੀਸ਼ਨਸ ਆ, ਉਹ ਰਿਜਿਡ ਪੋਜੀਸ਼ਨਸ ਆਪਣੀਆਂ ਐਸ ਕਰਕੇ ਆ ਕਿਉਂਕਿ ਸਾਨੂੰ ਕਿਸੇ ਨੇ ਕੰਪਰੋਮਾਈਜ਼ ਕਰਨਾ ਨਹੀਂ ਸਿਖਾਇਆ। ਜਿਹੜੀ ਬਿਗਰ ਚੀਜ਼ ਆ, ਵਿਆਹਤਾ ਜੀਵਨ ਇੱਕ ਸਾਡੇ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਪਾਰਟ ਆ। ਉਸ ਪਾਰਟ ਨੂੰ ਬਰਕਰਾਰ ਰੱਖਣ ਵਾਸਤੇ ਸਾਨੂੰ ਸਰਟਨ ਟੈਕਨੀਕਸ ਚਾਹੀਦੀਆਂ, ਸਰਟਨ ਗਿਵ ਐਂਡ ਟੇਕ ਚਾਹੀਦੀ ਆ। ਜੇ ਅਸੀਂ ਉਹ ਗਿਵ ਐਂਡ ਟੇਕ ਨਹੀਂ ਕਰਾਂਗੇ ਤਾਂ ਫਿਰ ਅਸੀਂ ਵਿਆਹ ਕਰਵਾਇਆ ਹੀ ਕਿਉਂ ਸੀਗਾ, ਰਾਈਟ? ਫਿਰ ਤਾਂ ਤੁਸੀਂ ਖੁਦ ਵੀ ਦੁਖੀ ਹੋਏ ਤੇ ਅਗਲੇ ਨੂੰ ਵੀ ਦੁਖੀ ਕੀਤਾ। ਸੋ ਫਿਰ ਬੈਟਰ ਫਿਰ ਨਾ ਕਰੋ, ਕਿਉਂਕਿ ਜੇ ਤੁਸੀਂ ਉਸ ਚੀਜ਼ ਨੂੰ ਐਗਰੀ ਕਰਨ 'ਚ ਰਾਜ਼ੀ ਹੋਈ ਨਹੀਂ ਗਏ ਸੋ ਦੈਨ ਮਾਈਟ ਐਜ਼ ਵੈਲ ਨਾਟ ਡੂ ਇਟ। ਸੋ ਜਿਹੜੀਆਂ ਪ੍ਰੋਬਲਮ ਸੋਲਵਿੰਗ ਸਕਿੱਲਸ ਆ, ਚਾਹੇ ਉਹ ਬੱਚਿਆਂ ਦੀ ਪਰਵਰਿਸ਼ ਦੀਆਂ ਪ੍ਰੋਬਲਮਸ ਆਉਂਦੀਆਂ, ਚਾਹੇ ਉਹ ਪੈਸੇ ਸੇਵ ਕਰਨ ਦੀਆਂ ਆਉਂਦੀਆਂ, ਚਾਹੇ ਉਹ ਤੁਸੀਂ ਏਜ 65 'ਚ ਰਿਟਾਇਰ ਹੋਣਾ ਉਹਦੀਆਂ ਆਉਂਦੀਆਂ, ਚਾਹੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀਜ਼ ਲੈਣੀਆਂ ਉਹਦੀਆਂ ਆਉਂਦੀਆਂ, ਅਗਰ ਤੁਹਾਡੇ ਬੱਚੇ ਨੂੰ ਜਾਂ ਤੁਹਾਨੂੰ ਕੋਈ ਹੈਲਥ ਪ੍ਰੋਬਲਮਸ, ਹੈਲਥ ਕੰਪਲੀਕੇਸ਼ਨਸ ਹੋ ਗਈਆਂ ਉਹਦੀਆਂ ਆਉਂਦੀਆਂ। ਸੋ 1000 ਕਿਸਮ ਦੀਆਂ ਡਿਫਰੈਂਟ ਪ੍ਰੋਬਲਮਸ ਆ ਸਕਦੀਆਂ, ਲੇਕਿਨ ਕੀ ਅਸੀਂ ਉਹਨਾਂ ਮੁਸ਼ਕਲਾਂ ਦਾ ਹੱਲ ਲੱਭ ਸਕਦੇ ਹਾਂ ਬੈਠ ਕੇ? ਸੋ ਜਿਹੜੇ ਆਪਾਂ ਨੂੰ ਕਪਲਸ ਆਉਂਦੇ ਆ ਜਿਨ੍ਹਾਂ ਨੂੰ ਇਹ ਸੋਲਵ ਨਹੀਂ ਕਰਨੀਆਂ ਆਉਂਦੀਆਂ, ਪ੍ਰੋਬਲਮਸ ਆਉਂਦੀਆਂ, ਉਹ ਫਿਰ ਕਨਸਟੈਂਟਲੀ ਫਾਈਟ ਕਰਦੇ ਆ। ਸੋ ਉਹਦੇ ਨਾਲ ਰਿਜ਼ਲਟ ਕੀ ਹੁੰਦਾ? ਉਹਦੇ ਨਾਲ ਕੁਝ ਰਿਜ਼ਲਟਸ ਇਸ ਤਰ੍ਹਾਂ ਦੇ ਆਉਂਦੇ ਆ ਕਿ ਜਿਹੜੇ ਬੱਚੇ ਆ ਉਹ ਜਦੋਂ ਆਪਣੇ ਪੇਰੈਂਟਸ ਨੂੰ ਦੇਖਦੇ ਆ ਵੀ ਇਹ ਆਹ ਪ੍ਰੋਬਲਮ ਆਈ ਆ ਸਾਨੂੰ। ਮਿਸਾਲ ਦੇ ਤੌਰ 'ਤੇ ਬੜੀ ਕਾਮਨ ਪ੍ਰੋਬਲਮ ਆ ਕਿ ਕੁੜੀ ਵਾਲਿਆਂ ਦੇ ਘਰ ਤੋਂ ਇਨਵੀਟੇਸ਼ਨ ਆਇਆ ਤੇ ਕੋਈ ਲੰਬਾ ਵਿਆਹ 35 ਸਾਲ ਹੋ ਗਏ ਵਿਆਹ ਨੂੰ, ਤੇ ਕੁਝ ਰੀਜ਼ਨਾਂ ਕਰਕੇ ਜਿਹੜਾ ਹਸਬੈਂਡ ਆ ਉਹ ਕੁੜੀ ਦੇ ਪੇਰੈਂਟਸ ਨਾਲ ਬੋਲਦਾ ਨਹੀਂ, ਲੇਕਿਨ ਉਹਨਾਂ ਨੇ ਫਿਰ ਵੀ ਇੱਕ ਇਨਵੀਟੇਸ਼ਨ ਭੇਜਿਆ। ਹੁਣ ਇਸ ਗੱਲ ਨੂੰ 20 ਸਾਲ ਪਹਿਲਾਂ ਦੀ ਇਹ ਗੱਲ ਆ, ਅੱਜ ਉਹਨਾਂ ਦੇ ਕਿਸੇ ਹੋਰ ਦਾ ਵਿਆਹ ਜਾਂ ਕੁਝ ਵੀ ਹੋਇਆ ਤੇ ਉਹਨਾਂ ਨੇ ਬੜੀ ਇੱਜ਼ਤ ਮਾਣ ਨਾਲ ਸੱਦਿਆ। ਹੁਣ ਕੁਐਸਚਨ ਇਹ ਪੈਦਾ ਹੁੰਦਾ ਕਿ ਹਸਬੈਂਡ ਵਾਈਫ ਬੈਠ ਕੇ ਕਹਿੰਦੇ ਆ ਵੀ ਉਹ 20 ਸਾਲ ਪਹਿਲਾਂ ਸੀਗਾ, ਲੈਟਸ ਫਰਗੇਟ ਇਟ, ਹੁਣ ਇੱਕ ਵਧੀਆ ਮੌਕਾ, ਲੈਟਸ ਇਹਦੇ ਨਾਲ ਬੱਚਿਆਂ ਦੀ ਵੀ ਬਣੀ ਰਹੂ, ਬੱਚੇ ਵੀ ਆਪਣੇ ਕਜ਼ਨਸ ਨੂੰ ਜਾਣਨਗੇ ਇੱਕ ਦੂਜੇ ਨੂੰ ਤੇ ਵਧੀਆ ਮਾਹੌਲ ਹੋਊਗਾ, ਨਾਲੇ ਇਹਨਾਂ ਨੂੰ ਪਰਿਵਾਰ ਦਾ ਪਤਾ ਲੱਗੂਗਾ। ਇਟਸ ਏ ਗੁੱਡ ਥਿੰਗ ਟੂ ਫਰਗਿਵ ਐਂਡ ਫਰਗੇਟ। ਹੁਣ ਫਰਜ਼ ਕਰ ਲਓ ਉਹਨਾਂ ਦਾ ਸਮਝੌਤਾ ਹੋ ਗਿਆ ਤਾਂ ਬੱਚਿਆਂ ਨੇ ਪੋਜ਼ੀਟਿਵ ਲਰਨ ਕਰ ਲਿਆ ਵੀ ਇਹਦਾ ਮਤਲਬ ਆ ਦੇਰ ਇਜ਼ ਸਮਥਿੰਗ ਬਿਗਰ ਦੈਨ ਮਾਈ ਈਗੋ। ਜੇ ਉਹਨਾਂ ਨੇ ਨਾ ਸੋਲਵ ਕੀਤਾ ਫਿਰ ਬੱਚੇ ਨੂੰ ਕੀ ਸਿਖਾਇਆ? ਫਿਰ ਬੱਚੇ ਨੂੰ ਅਸੀਂ ਇਹ ਸਿਖਾਇਆ ਦੇਰ ਆਰ ਸਰਟਨ ਪ੍ਰੋਬਲਮਸ ਦੈਟ ਵੀ ਸ਼ੁੱਡ ਨੈਵਰ ਐਗਰੀ। ਹੁਣ ਜਦੋਂ ਬੱਚੇ ਨੂੰ, ਕਿਉਂਕਿ ਬੱਚੇ ਦੀ ਤਾਂ ਇੰਨੇ ਤਾਂ ਦਿਮਾਗ ਦੀ ਕੈਪੈਸਿਟੀ ਹੈ ਨਹੀਂ, ਹੁਣ ਬੱਚੇ ਨੇ ਉਹ ਚੀਜ਼ ਆਪਣੇ ਦਿਮਾਗ 'ਚ ਰੱਖਣੀ ਆ।
ਹੁਣ ਜਦੋਂ ਉਹਦੀ ਕੋਈ ਪ੍ਰੋਬਲਮ ਆਈ ਤੇ ਜਦੋਂ ਪੇਰੈਂਟਸ ਨੇ ਉਹਨੂੰ ਬਿਠਾ ਕੇ ਕਿਹਾ ਵੀ ਤੂੰ ਚੇਂਜ ਹੋ, ਤੂੰ ਐ ਕਿਉਂ ਕਰਦਾ, ਤੂੰ ਐ ਕਿਉਂ ਕਰਦਾ, ਤੇ ਉਹ ਉਹਨੂੰ ਇੱਕ ਹਮੇਸ਼ਾ ਉਹਦਾ ਕਨੈਕਟ ਹੋ ਜੂ ਉਸ ਚੀਜ਼ ਨਾਲ। ਉਹ ਕਹੂਗਾ ਅੱਛਾ ਇਹਨਾਂ ਨੇ ਵੀ ਤਾਂ ਕਿਹੜਾ ਚੇਂਜ ਕੀਤਾ ਸੀ ਤੇ ਮੈਨੂੰ ਵੀ ਚੇਂਜ ਕਰਨ ਦੀ ਲੋੜ ਨਹੀਂ। ਆਹ ਕੌਨਸੀਕੁਐਂਸਿਸ ਆਉਂਦੇ। ਔਰ ਆਪਣੇ ਘਰ 'ਚ ਬਹੁਤੀ ਵਾਰੀ ਅਗਰ ਤੁਸੀਂ ਦੇਖੋ ਟੀਨੇਜਰਸ ਆਪਣੇ ਪੇਰੈਂਟਸ ਦੀ ਗੱਲ ਨਹੀਂ ਮੰਨਦੇ, ਉਹਦੇ ਵਿੱਚ ਬਹੁਤ ਇਹ ਆ ਕਿ ਆਪਣੇ ਕਲਚਰ ਦੇ ਵਿੱਚ ਘਰਾਂ ਦੇ ਵਿੱਚ ਖੁੱਲ੍ਹੀ ਗੱਲਬਾਤ ਹੁੰਦੀ ਆ। ਉਹ ਖੁੱਲ੍ਹੀ ਗੱਲਬਾਤ ਦੇ ਵਿੱਚ ਹਸਬੈਂਡ ਵਾਈਫ ਦੀ ਕੌਨਫਲਿਕਟ ਵੀ ਪਤਾ ਲੱਗ ਜਾਂਦੀ ਆ ਬੱਚੇ ਨੂੰ, ਪੇਰੈਂਟਸ ਦੀ ਤੇ ਗ੍ਰੈਂਡ ਪੇਰੈਂਟਸ ਦੀ ਕੌਨਫਲਿਕਟ ਵੀ ਪਤਾ ਲੱਗ ਜਾਂਦੀ ਆ ਬੱਚੇ ਨੂੰ, ਤੇ ਰਿਲੇਟਿਵਸ ਦੀਆਂ ਕੌਨਫਲਿਕਟਸ ਵੀ ਪਤਾ ਲੱਗ ਜਾਂਦੀਆਂ ਬੱਚੇ ਨੂੰ, ਤੇ ਉਹਨੂੰ ਤਕਰੀਬਨ ਇਹ ਪਤਾ ਲੱਗ ਜਾਂਦਾ ਵੀ ਕੋਈ ਵੀ ਕਿਸੇ ਨਾਲ ਬੋਲ ਕੇ ਰਾਜੀ ਨਹੀਂ ਗਾ ਤੇ ਉਹ ਹੀ ਬੋਲਦੇ ਆ। ਸੋ ਉਹਦੇ ਨਾਲ ਇੱਕ ਆਪਣਾ ਕਲਚਰ ਦਾ ਅਕਸ ਖਰਾਬ ਹੁੰਦਾ ਬੱਚੇ ਦੀ ਨਿਗਾਹ ਦੇ ਵਿੱਚ। ਤੇ ਇਸ ਕਰਕੇ ਜਿਹੜੀਆਂ ਇਹ ਕੌਨਸੀਕੁਐਂਸਿਸ ਹੈਗੀਆਂ ਪੂਅਰ ਪ੍ਰੋਬਲਮ ਸੋਲਵਿੰਗ ਦੀਆਂ, ਇਹ ਬਹੁਤ ਇੰਪੋਰਟੈਂਟ ਆ ਇਹਨੂੰ ਸੋਲਵ ਕਰਨਾ। ਇਹਦੇ ਨਾਲ ਦੋ ਹੋਰ ਪਾਰਟ ਆ ਮੈਰਿਜ ਦੇ ਜਿਹੜੇ ਕਿ ਬਹੁਤ ਇੰਪੋਰਟੈਂਟ ਆ। ਉਹ ਪਾਰਟ ਹੈਗੇ ਆ ਕਿ ਹਸਬੈਂਡ ਵਾਈਫ ਤੋਂ ਤੇ ਵਾਈਫ ਹਸਬੈਂਡ ਤੋਂ ਐਕਸਪੈਕਟ ਕੀ ਕਰਦੀ ਆ। ਜੇ ਵਾਈਫ ਇਹ ਐਕਸਪੈਕਟ ਕਰਦੀ ਆ ਕਿ ਮੈਂ ਵੀ 8 ਘੰਟੇ ਕੰਮ ਕਰਕੇ ਆਈ ਹਾਂ, ਤੁਸੀਂ ਵੀ 8 ਘੰਟੇ ਕੰਮ ਕਰਕੇ ਆਏ ਹੋ, ਹੁਣ ਆ ਕੇ ਮੈਂ ਰੋਟੀ ਵੀ ਬਣਾਉਣੀ ਆ ਤੇ ਮੈਂ ਬੱਚਿਆਂ ਦਾ ਵੀ ਚੇਂਜ ਕਰਨਾ, ਮੈਂ ਬੱਚਿਆਂ ਨੂੰ ਹੋਮਵਰਕ ਵੀ ਕਰਾਉਣਾ, ਮੈਂ ਬੱਚਿਆਂ ਨੂੰ ਸੌਕਰ 'ਤੇ ਵੀ ਲੈ ਕੇ ਜਾਣਾ, ਵੀ ਤੁਸੀਂ ਆ ਕੇ 8 ਘੰਟੇ ਕੰਮ ਕਰਕੇ ਤੇ ਉੱਥੇ ਸਾਹਮਣੇ ਟੀਵੀ ਦੇ ਬੈਠ ਕੇ ਤੇ ਤੁਸੀਂ ਆਪਣਾ ਆਨੰਦ ਨਾਲ ਬੈਠੇ ਹੋ, ਤੇ ਆਹ ਜਿਹੜਾ ਬਾਕੀ ਦਾ ਕੰਮ ਉਹ ਕੌਣ ਕਰੂਗਾ ਮੇਰੇ ਨਾਲ ਹੈਲਪ। ਹੁਣ ਇਹ ਉਹਦੀ ਐਕਸਪੈਕਟੇਸ਼ਨ ਆ ਕਿ ਮੇਰਾ ਹਸਬੈਂਡ ਮੇਰੇ ਨਾਲ ਹੱਥ ਵਟਾਊਗਾ, ਤੇ ਜੇ ਹਸਬੈਂਡ ਕਵੇ ਨਾ ਮੇਰੀ ਤਾਂ ਇਹ ਜ਼ਿੰਮੇਵਾਰੀ ਨਹੀਂ ਗੀ। ਇਸੇ ਤਰ੍ਹਾਂ ਹੀ ਦੂਸਰੇ ਪਾਸੇ ਆ, ਜੇ ਉਹ ਕਵੇ ਬਈ ਆਹ ਵਾਈਫ ਦੀਆਂ ਰਿਸਪੌਂਸਿਬਿਲਿਟੀਜ਼ ਆ ਤੇ ਵਾਈਫ ਕਰ ਸਕਦੀ ਆ ਤੇ ਵਾਈਫ ਨੂੰ ਕਰਨਾ ਚਾਹੀਦਾ ਤੇ ਵਾਈਫ ਨੂੰ ਆਹ ਕਰਨਾ ਚਾਹੀਦਾ, ਤੇ ਵਾਈਫ ਕਵੇ ਕਿਉਂ ਮੇਰੀ ਇਕੱਲੀ ਦੀ ਕਿਉਂ ਰਿਸਪੌਂਸਿਬਿਲਿਟੀਜ਼ ਆ। ਇੱਕ ਇਹ ਇਸ਼ੂਜ਼ ਬੜੇ ਮਾਇਨੇ ਰੱਖਦੇ ਆ। ਇੱਕ ਆਪਣੇ ਕਲਚਰ 'ਚ ਕੀ ਆ ਕਿ ਆਪਣੇ ਕਲਚਰ 'ਚ ਹੈਗਾ ਕਿ ਜੇ ਕਿਸੇ ਵਾਈਫ ਦੀਆਂ ਦੋ ਹੋਰ ਛੋਟੀਆਂ ਭੈਣਾਂ, ਤੇ ਜੇ ਹਸਬੈਂਡ ਦੀ ਸਾਈਡ ਕਵੇ ਵੀ ਉਹ ਜਿਹੜੀਆਂ ਦੋ ਕੁੜੀਆਂ ਉਹ ਤੁਸੀਂ ਸਾਡੇ ਦੋ ਮੁੰਡਿਆਂ ਨਾਲ ਵਿਆਹੋ ਤੇ ਉਹਨਾਂ ਨੂੰ ਕੈਨੇਡਾ ਕੱਢੋ ਫੇਰ, ਤੇ ਜੇ ਉਹ ਕੁੜੀ ਤੁਹਾਡੀ ਵਾਈਫ ਜਿਹੜੀ ਆ ਉਹ ਆਪਣੇ ਪੇਰੈਂਟਸ ਕੋਲ ਜਾ ਕੇ ਕਵੇ ਵੀ ਐਂ ਕਰਕੇ ਮੇਰੇ ਸਹੁਰਾ ਪਰਿਵਾਰ ਕਹਿੰਦਾ ਵੀ ਜਿਹੜੀਆਂ ਮੇਰੀਆਂ ਦੋ ਛੋਟੀਆਂ ਭੈਣਾਂ ਉਹਨਾਂ ਦੇ ਉਹ ਰਿਸ਼ਤੇ ਲਈ ਕਹਿ ਰਹੇ ਆ, ਉਹ ਕਹਿੰਦੇ ਸੌਰੀ ਅਸੀਂ ਨਹੀਂ ਕਰਨਾ, ਅਸੀਂ ਤਾਂ ਤੈਨੂੰ ਦੇ ਕੇ ਔਖੇ ਆ, ਦੋ ਹੋਰ ਅਸੀਂ ਕਿਵੇਂ ਫੜਾ ਦਈਏ ਉਹਨਾਂ ਨੂੰ। ਉਹ ਆ ਕੇ ਕਹਿੰਦੀ ਆ ਵੀ ਸੌਰੀ ਮੇਰੇ ਪੇਰੈਂਟਸ ਨਹੀਂ ਮੰਨਦੇ, ਹੁਣ ਉਹ ਕਹਿੰਦੇ ਚੰਗਾ ਤੂੰ ਵੀ ਜਾ। ਆ ਵੀ ਅਨਰੀਅਲਿਸਟਿਕ ਐਕਸਪੈਕਟੇਸ਼ਨ ਆ, ਕਿਉਂਕਿ ਉਹ ਜਿਹੜੀਆਂ ਕੁੜੀਆਂ ਜੇ ਉਹਨਾਂ ਨੂੰ ਵੀ ਆਪਾਂ ਪੁੱਛੀਏ ਵੀ ਤੁਸੀਂ ਆਹ ਮੁੰਡਿਆਂ ਨਾਲ ਵਿਆਹ ਕਰਾਉਣਾ, ਹੋ ਸਕਦਾ ਉਹ ਕਹਿਣ ਨਹੀਂ ਅਸੀਂ ਤਾਂ ਨਹੀਂ ਕਰਾਉਂਦੀਆਂ, ਫੇਰ ਕੀ ਕਰਾਂਗੇ। ਆਹ ਜਿਹੜੀਆਂ ਐਕਸਪੈਕਟੇਸ਼ਨਸ ਆ ਨਾ ਅਨਰੀਅਲਿਸਟਿਕ, ਇਹ ਆਪਣੇ ਕਲਚਰ 'ਚ ਬਹੁਤ ਜ਼ਿਆਦਾ ਆ। ਆਪਣੇ ਕਲਚਰ 'ਚ ਇਹ ਮੰਨਿਆ ਜਾਂਦਾ ਕਿ ਕੁੜੀ ਵਾਲਿਆਂ ਦਾ ਨੂੰ ਅਸੀਂ ਕੁਛ ਵੀ ਕਹੀਏ ਉਹਨਾਂ ਨੂੰ ਹਾਂ ਕਰਨੀ ਚਾਹੀਦੀ ਆ ਵੀ ਦਿਸ ਇਜ਼ ਇਟ। ਜੇ ਅਸੀਂ ਕੁੜੀ ਵਾਲਿਆਂ ਨੂੰ ਕਹੀਏ ਵੀ ਇਹ, ਜੇ ਹੁਣ ਇੱਕ ਇਕੱਲੀ ਕੁੜੀ ਆ, ਮਤਲਬ ਕਿ ਇੱਕ ਪਰਿਵਾਰ ਆ, ਉਹ ਦੋ ਭੈਣਾਂ ਤੇ ਉਹਨਾਂ ਦੇ ਭਰਾ ਕੋਈ ਨਹੀਂ ਤੇ ਉਹਨਾਂ ਦੀ ਜ਼ਮੀਨ ਕਾਫੀ ਆ। ਹੁਣ ਜਿਹੜੇ ਦੋ ਪ੍ਰਾਹੁਣੇ ਆ ਉਹ ਕਹਿੰਦੇ ਵੀ ਜ਼ਮੀਨ ਅੱਧੀ ਅੱਧੀ ਸਾਨੂੰ ਦੇ ਦਿਓ। ਓਕੇ, ਕੁੜੀਆਂ ਨੇ ਜਾ ਕੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਦੋਨਾਂ ਨੇ, ਵੀ ਉਹ ਕਹਿੰਦੇ ਆ ਵੀ ਮਤਲਬ ਕਿ ਤੁਸੀਂ ਹੁਣ ਬਹੁਤ ਬਜ਼ੁਰਗ ਹੋ ਗਏ ਵੀ ਤੁਸੀਂ ਸਾਡੇ ਨਾਲ ਆ ਦਿਓ। ਉਹ ਕਹਿੰਦੇ ਨਹੀਂ ਅਸੀਂ ਤਾਂ ਚਾਚੇ ਦੇ ਮੁੰਡੇ ਨੂੰ ਦੇਣੀ ਆ। ਹੁਣ ਕੁੜੀਆਂ ਦਾ ਵਿਚਾਰਿਆਂ ਦਾ ਕੀ ਕਸੂਰ ਆ? ਕੁੜੀਆਂ ਹੁਣ ਤਾਂ ਹੁਲ ਕਰਦੀਆਂ। ਹੁਣ ਟੈਕਨੀਕਲੀ ਤਾਂ ਫਾਦਰ ਆ ਹਜੇ ਉਸ ਪ੍ਰਾਪਰਟੀ ਦਾ ਮਾਲਕ। ਹੁਣ ਜੇ ਫਾਦਰ ਨਹੀਂ ਦੇਣਾ ਚਾਹੁੰਦਾ ਤਾਂ ਕੁੜੀਆਂ ਕੀ ਕਰਨਗੀਆਂ? ਕੁੜੀਆਂ ਤਾਂ ਕੁਝ ਕਰ ਹੀ ਨਹੀਂ ਸਕਦੀਆਂ ਲੀਗਲੀ, ਕਿਉਂਕਿ ਜਾਂ ਤਾਂ ਹੋਵੇ ਨਾ ਵੀ ਉਹ ਮਤਲਬ ਕਿ ਵਿਲ ਨਾ ਲਿਖ ਕੇ ਗਿਆ ਹੋਵੇ, ਫਿਰ ਤਾਂ ਆਟੋਮੈਟਿਕਲੀ ਮਦਰ ਕੋਲੇ ਆ ਕੇ ਤੇ ਕੁੜੀਆਂ ਕੋਲੇ ਆ ਜਾਣੀ ਸੀ, ਕਿਉਂਕਿ ਵਿਲ ਹੀ ਨਹੀਂ ਲਿਖ ਕੇ ਗਿਆ। ਪਰ ਕਿਉਂਕਿ ਉਹ ਕਹਿੰਦਾ ਮੈਂ ਤਾਂ ਵਿਲ ਬਣਾਈ ਹੋਈ ਆ, ਮੈਂ ਤਾਂ ਉਹਨੂੰ ਦੇਣੀ ਆ, ਉਹਨੇ ਤੁਹਾਡਾ ਕੰਮ ਕਰਨਾ, ਉਹਨੇ ਹੀ ਤੁਹਾਡੇ ਵਿਆਹ ਕੀਤੇ, ਉਹਨੇ ਸਾਰਾ ਮਤਲਬ ਕਿ ਤੁਹਾਨੂੰ ਹਜੇ ਵੀ ਉਹ ਸਾਰਾ ਕੁਝ ਹੁਣੇ ਕਰਦਾ, ਤੇ ਇਟਸ ਹਿਜ਼ ਜੌਬ ਟੂ ਡੂ ਇਟ। ਔਰ ਆਪਣੇ ਤਾਂ ਕਲਚਰ 'ਚ ਇਹੀ ਹੁੰਦਾ ਹੈ। ਰਾਈਟ ਐਂਡ ਰੋਂਗ ਉਹ ਨਹੀਂ ਆਪਾਂ ਗੱਲ ਕਰ ਰਹੇ, ਆਪਾਂ ਗੱਲ ਕਰ ਰਹੇ ਹਾਂ ਕਿ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਕੀ ਹੁੰਦੀਆਂ, ਤੇ ਉੱਥੇ ਹੁਣ ਘਰ 'ਚ ਕਲੇਸ਼ ਪੈ ਗਿਆ। ਇਸ ਤਰ੍ਹਾਂ ਦੀਆਂ ਹਜ਼ਾਰਾਂ ਕਿਸਮ ਦੀਆਂ ਅਨਰੀਅਲਿਸਟਿਕ ਐਕਸਪੈਕਟੇਸ਼ਨ ਹੁੰਦੀਆਂ ਜਿਹੜਾ ਇੱਕ ਕਪਲ ਦੂਜੇ ਤੋਂ ਐਕਸਪੈਕਟ ਕਰ ਸਕਦਾ। ਜਾਣੀ ਵਾਈਫ ਹਸਬੈਂਡ ਤੋਂ ਅਨਰੀਅਲਿਸਟਿਕ ਐਕਸਪੈਕਟੇਸ਼ਨ ਰੱਖ ਸਕਦੀ ਆ, ਤੇ ਹਸਬੈਂਡ ਵਾਈਫ ਤੋਂ ਰੱਖ ਸਕਦਾ ਅਨਰੀਅਲਿਸਟਿਕ ਐਕਸਪੈਕਟੇਸ਼ਨ।
ਤੇ ਉਸ ਨਾਲ ਕੀ ਹੁੰਦਾ ਕਿ ਉਸ ਨਾਲ ਜਿਹੜੇ ਬੱਚੇ ਆ ਉਹ ਇਹਨਾਂ ਚੀਜ਼ਾਂ ਨੂੰ ਬੜੇ ਗੌਰ ਨਾਲ ਆਬਜ਼ਰਵ ਕਰਦੇ ਆ। ਉਹਦਾ ਕੌਨਸੀਕੁਐਂਸਿਸ ਕੀ ਹੁੰਦਾ? ਉਹਦਾ ਕੌਨਸੀਕੁਐਂਸਿਸ ਇਹ ਹੁੰਦਾ ਕਿ ਜਿਹੜਾ ਬੱਚਾ ਉਹ ਕਹਿੰਦਾ ਵੀ ਓਕੇ ਜੇ ਐਂ ਕਰਕੇ ਅਸੀਂ ਕਿਸੇ ਤੋਂ ਮੰਗ ਕਰੀਏ ਇਹ ਫਿਰ ਮੇਰੀ ਜਾਇਜ਼ ਆ। ਫਿਰ ਉਹ ਪੇਰੈਂਟਸ ਤੋਂ ਵੀ ਮੰਗ ਕਰਦੇ ਆ ਬਈ ਤੁਸੀਂ ਮੇਰੀ ਸਾਰੀ ਯੂਨੀਵਰਸਿਟੀ ਦਾ ਖਰਚਾ ਦਿਓ, ਤੁਸੀਂ ਮੇਰੇ ਵਾਸਤੇ ਬਿਜ਼ਨਸ ਸ਼ੁਰੂ ਕਰੋ, ਮੈਂ ਨਹੀਂ ਪੜ੍ਹਨਾ, ਤੁਸੀਂ ਮੈਨੂੰ ਕਾਰ ਲੈ ਕੇ ਦਿਓ, ਨਹੀਂ ਮੈਂ ਸਕੂਲ ਨਹੀਂ ਜਾਣਾ। ਆਹ ਸਾਰੀਆਂ ਚੀਜ਼ਾਂ ਉਹਨਾਂ ਚੀਜ਼ਾਂ 'ਚੋਂ ਦੇਖ ਦੇਖ ਕੇ ਸਾਹਮਣੇ ਆਉਂਦੀਆਂ। ਫਾਈਨਲ ਪੁਆਇੰਟ ਹੈਗਾ ਕਿ ਹਸਬੈਂਡ ਵਾਈਫ ਨੇ ਇੱਕ ਵਧੀਆ ਜ਼ਿੰਦਗੀ ਜਿਉਣ ਵਾਸਤੇ ਇੱਕ ਦੂਸਰੇ ਦੇ ਨਾਲ ਹੀ ਚਿਪਕ ਕੇ ਰਹਿਣਾ ਕਿ ਉਹਨਾਂ ਨੇ ਕਹਿਣਾ ਵੀ ਓਕੇ you wanna go and kind of meet your friends and I will go and meet my friends। ਜਾਨੀ 4-5 ਮਹੀਨਿਆਂ ਬਾਅਦ ਇੱਕ ਵਾਰੀ ਤੁਸੀਂ ਦੋਨਾਂ ਤੋਂ ਅਲੱਗ ਜਾ ਕੇ ਕੋਈ ਮੂਵੀ ਦੇਖ ਲਈ, ਕਿਤੇ ਬਾਹਰ ਚਲੇ ਗਏ ਦੋਨੋਂ ਜਣਿਆਂ ਨੇ। ਪਰ ਕਈ ਵਾਰੀ ਇਹ ਨਹੀਂ ਹੋ ਪਾਉਂਦਾ। ਕਈ ਵਾਰੀ ਕਪਲਸ ਉਹ ਆਦਮੀ ਕਹਿੰਦਾ ਵੀ ਤੂੰ ਨਹੀਂ ਕਿਤੇ ਜਾਣਾ ਤੇ ਕਈ ਵਾਰੀ ਜਨਾਨੀ ਕਹਿੰਦੀ ਆ ਵੀ ਤੂੰ ਨਹੀਂ ਕਿਤੇ ਜਾਣਾ। ਦੇ ਆਰ ਬੋਥ ਇਨਸਿਕਿਉਰ। ਕਈ ਵਾਰੀ ਦੋਨੋਂ ਹੀ ਕਿਤੇ ਨਹੀਂ ਜਾਂਦੇ, ਪਰ ਲੜੀ ਵੀ ਜਾਣਗੇ ਪਰ ਜਾਣਾ ਵੀ ਨਹੀਂ ਕਿਤੇ ਅਲੱਗ। ਸੋ ਆ ਜਿਹੜੀ ਫਰੀडम ਤੇ ਕੰਟਰੋਲ ਦਾ ਜਿਹੜਾ ਕਨਸੈਪਟ ਹੋ ਜਾਂਦਾ ਇੱਕ ਦੂਸਰੇ ਤੇ, ਇਹ ਕਈ ਵਾਰੀ ਲੈ ਡੁੱਬਦਾ ਕਪਲ ਨੂੰ। ਸੋ ਇਹ 4 ਚੀਜ਼ਾਂ ਕੌਨਸੀਕੁਐਂਸਿਸ ਤੇ ਆਊਟਕਮਸ ਤੇ ਹੈਗੀਆਂ। ਤੇ ਜਦੋਂ ਆਪਾਂ ਮੈਰਿਜ ਕਾਉਂਸਲਿੰਗ ਨੂੰ ਕਰਦੇ ਆ ਉਦੋਂ ਜਿਹੜਾ ਪ੍ਰਡੋਮੀਨੈਂਟਲੀ ਜਿਹੜਾ ਕਾਉਂਸਲਰ ਆ ਉਹ ਇਹ ਦੇਖਦਾ ਵੀ ਇਹ ਕਪਲਸ ਕਿੱਥੇ ਕੁ ਇਹਨਾਂ ਦੀਆਂ ਕਿਹੜੀਆਂ ਕੁ ਸਿਚੁਏਸ਼ਨਸ ਆ ਜਿਹਨੂੰ ਮੈਂ ਫਿਕਸ ਕਰ ਸਕਦਾ ਔਰ ਇਹ ਕਿੰਨੇ ਕੁ ਵਿਲਿੰਗ ਆ। ਹੁਣ ਜੇ ਕੋਈ ਮੈਨੂੰ ਓਪਨਲੀ ਆ ਕੇ ਕਵੇ, ਮੈਂ ਕਹਿੰਦਾ ਵੀ ਤੁਸੀਂ ਆਪਣੀ ਮੈਰਿਜ ਬਚਾਉਣਾ ਚਾਹੁੰਦੇ ਹੋ? ਹਾਂਜੀ। ਅੱਛਾ ਤੁਸੀਂ ਆਪਣੀ ਮੈਰਿਜ ਕਿਉਂ ਬਚਾਉਣਾ ਚਾਹੁੰਦੇ ਹੋ? ਅਸੀਂ ਤਾਂ ਜੀ ਮੈਰਿਜ ਆਪਣੇ ਬੱਚਿਆਂ ਦੀ ਖਾਤਰ ਬਚਾਉਣਾ ਚਾਹੁੰਦੇ ਹਾਂ। ਫਿਰ ਉਹ ਮੈਰਿਜ ਨਹੀਂ, ਕਾਉਂਸਲਿੰਗ ਸਕਸੈਸਫੁਲ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਆਪਸ ਵਿੱਚ ਕੋਈ ਕਨੈਕਸ਼ਨ ਨਹੀਂ ਰਹਿ ਗਿਆ, ਉਹ ਤਾਂ ਸਿਰਫ ਬੱਚਿਆਂ ਦੀ ਖਾਤਰ ਇਕੱਠੇ ਆ। ਤਾਂ ਫਿਰ ਮੈਂ ਕਹਿੰਦਾ ਵੀ ਤੁਸੀਂ ਫਿਰ ਵੈਸੇ ਹੀ ਚੁੱਪ ਕਰਕੇ ਰਹਿ ਲਓ। ਵਾਈ ਆਰ ਯੂ ਦੈਨ ਟੂਗੈਦਰ? ਸੋ ਉਸ ਸੈਂਸ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਆ ਕਿ ਅੱਜ ਜਿਹੜਾ ਆਪਣਾ ਸੈਸ਼ਨ ਸੀਗਾ ਉਹਦੇ 'ਚ ਪ੍ਰਡੋਮੀਨੈਂਟਲੀ ਇਹ ਦੱਸਿਆ ਕਿ ਕੀ ਮੈਰਿਜ ਫਿਕਸ ਹੋ ਸਕਦੀ ਆ? ਯੈਸ, ਮੈਰਿਜ ਬਿਲਕੁਲ ਫਿਕਸ ਹੋ ਸਕਦੀ ਆ। ਉਹਦੇ 'ਚ ਆਪਾਂ ਨੂੰ ਆਪਣੇ ਜਿਹੜੇ ਪਿਛਲੇ ਇੰਨੇ ਲੰਬੇ ਸਾਲ ਆ, ਚਾਹੇ ਤੁਸੀਂ 5 ਸਾਲ ਦੇ ਵਿਆਹੁਤਾ ਜੀਵਨ 'ਚੋਂ, ਚਾਹੇ ਤੁਸੀਂ 40 ਸਾਲ ਦੇ ਵਿਆਹੁਤਾ ਜੀਵਨ 'ਚੋਂ, ਪਰ ਅਗਰ ਤੁਹਾਡੇ ਵਿਆਹੁਤਾ ਜੀਵਨ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਸ ਰਹੀਆਂ ਔਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਹਦਾ ਮਤਲਬ ਇਹ ਨਹੀਂਗਾ ਵੀ ਅੱਜ ਤੁਸੀਂ ਕਾਉਂਸਲਿੰਗ 'ਚ ਜਾ ਕੇ ਤੁਸੀਂ ਆਪਣੀ ਮੈਰਿਜ ਨੂੰ ਵਧੀਆ ਨਹੀਂ ਬਣਾ ਸਕਦੇ। ਤੁਸੀਂ ਬਣਾ ਸਕਦੇ ਹੋ, ਪਰ ਆਹ ਤਕਰੀਬਨ ਜਿਹੜੇ ਕਾਉਂਸਲਰਸ ਆ ਉਹ ਇਹਨਾਂ 4 ਚੀਜ਼ਾਂ ਦੇ ਉੱਤੇ ਤੁਹਾਡੇ ਨਾਲ ਕੰਮ ਕਰਨਗੇ। ਉਹ ਪ੍ਰੋਵਾਈਡਡ ਤਾਂ ਤੁਸੀਂ ਸਕਸੈਸਫੁਲ ਹੋਵੋਗੇ ਜੇ ਤੁਹਾਨੂੰ ਦੱਸਿਆ ਜਾਵੇ। ਮਿਸਾਲ ਦੇ ਤੌਰ ਤੇ ਕਮਿਊਨੀਕੇਸ਼ਨ ਤਾਂ ਵਧੀਆ ਹੋਊਗੀ ਜੇ ਹਸਬੈਂਡ ਨੂੰ ਵਾਈਫ ਦੇ ਬਾਰੇ ਪਤਾ ਹੋਊਗਾ ਤੇ ਵਾਈਫ ਨੂੰ ਹਸਬੈਂਡ ਦੇ ਬਾਰੇ ਪਤਾ ਹੋਊਗਾ। ਤੇ ਜਿਹੜਾ ਕਾਉਂਸਲਰ ਆ ਉਹਨਾਂ ਨੂੰ ਇੱਕ ਸਰਟਨ ਐਕਸਰਸਾਈਜ਼ਸ ਦਿੰਦਾ ਵੀ ਤੁਸੀਂ ਆਪ ਭਰ ਕੇ ਲਿਆਣੇ ਆ ਫਾਰਮ, ਤੇ ਉਹਦੇ 'ਚ ਫਿਰ ਉਹ ਦੇਖਦਾ ਦੋਨੋਂ ਜਣਿਆਂ ਨੂੰ ਵੀ ਜਿਵੇਂ ਉਹ ਪੁੱਛਦਾ ਹਸਬੈਂਡ ਨੂੰ ਵੀ ਬਿਨਾਂ ਪੁੱਛੇ ਤੂੰ ਦੱਸ ਤੇਰੀ ਵਾਈਫ ਦਾ ਕਿਹੜਾ ਫੇਵਰਟ ਕਲਰ ਆ। ਤੇ ਜਿੰਨੀ ਕੌਨਫਲਿਕਟ ਜ਼ਿਆਦਾ ਹੋਊਗੀ ਉਨੇ ਤੁਹਾਡੇ ਇਹ ਸਵਾਲ ਗਲਤ ਹੋਣਗੇ। ਇਹਦਾ ਮਤਲਬ ਤੁਹਾਡਾ ਕਨੈਕਸ਼ਨ ਟੁੱਟ ਚੁੱਕਿਆ। ਸੋ ਜੇ ਆਪਾਂ ਪੁੱਛੀਏ ਬਈ ਕੋਈ 35 ਸਾਲ ਦਾ ਜੇ ਕਿਸੇ ਦਾ ਵਿਆਹੁਤਾ ਜੀਵਨ ਆ ਤੇ ਉਹਨਾਂ ਦੇ ਲੜਾਈ ਹੋ ਰਹੀ ਆ ਤੇ ਉਹ ਤੁਹਾਡੇ ਕੋਲੇ ਆਏ ਆ ਵੀ ਅਸੀਂ ਤਾਂ ਰੈਡੀ ਆ ਡਿਵੋਰਸ ਕਰਨ ਨੂੰ, ਤੇ ਚਲੋ ਅਸੀਂ ਤੁਸੀਂ ਡਿਵੋਰਸ ਤੋਂ ਪਹਿਲਾਂ ਅਸੀਂ ਸੋਚਿਆ ਚੱਲ 1-2 ਕਾਉਂਸਲਿੰਗਾਂ ਲੈ ਕੇ ਦੇਖ ਲਈਏ ਜੇ ਕੁਝ ਫਰਕ ਪੈਂਦਾ। ਤੇ ਉਦੋਂ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਤੁਸੀਂ ਦੱਸੋ ਵੀ ਇਹ ਪਹਿਲੀ ਵਾਰੀ ਕਿਹੜੇ ਸਕੂਲ 'ਚ ਪੜ੍ਹੀ ਆ, ਜਾਂ ਇਹਨੇ ਪਹਿਲੀ ਵਾਰੀ ਮੂਵੀ ਕਿਹੜੀ ਦੇਖੀ ਆ, ਜਾਂ ਇਹਨੇ ਪਹਿਲੀ ਵਾਰੀ ਸਾਈਕਲ ਕਦੋਂ ਚਲਾਇਆ, ਜਾਂ ਇਹ ਪਹਿਲੀ ਵਾਰੀ ਕੰਪੀਟੀਸ਼ਨ 'ਚ ਕਿਹੜੇ ਕੰਪੀਟੀਸ਼ਨ 'ਚ, ਆਰਟ ਦੇ ਕੰਪੀਟੀਸ਼ਨ 'ਚ ਸਕੂਲ 'ਚ ਜਾਂ ਯੂਨੀਵਰਸਿਟੀ 'ਚ ਇਹਨੇ ਹਿੱਸਾ ਲਿਆ। ਤੇ ਉਹ ਕਈ ਵਾਰੀ ਦੋਨੋਂ ਤਰ੍ਹਾਂ 'ਚ ਕੋਈ ਵੀ ਨਹੀਂ ਦੱਸ ਸਕਦਾ। nobody remembers। ਤੇ ਉਹਨਾਂ ਦੀ ਤਾਂ ਕੋਈ ਕਲੋਜ਼ਨੈਸ ਰਹੀ ਨਹੀਂ ਗਈ, ਰਾਈਟ। ਤਾਂ ਉਸ ਸੈਂਸ ਦੇ ਵਿੱਚ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਹੁਣ ਜਿਹੜੇ ਬੱਚੇ ਆ ਉਹਨਾਂ ਨੇ ਵੀ ਸਿੱਖ ਲਿਆ ਕਲੇਸ਼ 'ਚ ਰਹਿਣਾ, ਤੇ ਇਹਨਾਂ ਨੇ ਹਸਬੈਂਡ ਵਾਈਫ ਨੇ ਵੀ ਸਿੱਖ ਲਿਆ। ਤਾਂ ਐਜ਼ ਏ ਰਿਜ਼ਲਟ ਫਿਰ ਉੱਥੇ ਪ੍ਰੋਬਲਮਸ ਆਉਂਦੀਆਂ। ਜਿਹੜਾ ਸਟਰਗਲ ਹੈ ਇੱਥੇ ਆ ਕੇ ਜਿਹੜੇ ਕੋਈ ਵੀ ਆਉਂਦਾ ਇੰਡੀਆ ਤੋਂ, ਠੀਕ ਹੈ, ਮੇਨਲੀ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਹੈ ਉਹਨਾਂ 'ਚ ਹੀ ਅਸੀਂ ਇਹ ਪ੍ਰੋਬਲਮਸ ਦੇਖਦੇ ਨੇ, ਕਿਉਂਕਿ ਸਾਡੇ ਕੋਲ ਰੈਗੂਲਰ ਬੇਸਿਸ ਤੇ ਕਾਲਸ ਤੇ ਮੈਸੇजेस ਆਉਂਦੇ ਨੇ।
ਬਟ ਕਿਆ ਇਸ ਦਾ ਇੱਕ ਰੀਜ਼ਨ ਆ ਵੀ ਹੋ ਸਕਦਾ ਹੈ ਕਿ ਜਿੰਨਾ ਸਟਰਗਲ ਇੱਕ ਇੰਡੀਵਿਜੂਅਲ ਇੱਥੇ ਆ ਕੇ ਦੇਖ ਲੈਂਦਾ ਹੈ ਤੇ ਉਹ ਸਿਰਫ ਇੱਕ ਤਰੀਕੇ ਤੇ ਰਿਲੇਸ਼ਨਸ਼ਿਪ 'ਚ ਜਾਂ ਵਿਆਹ ਇਸ ਲਈ ਕਰਵਾਉਂਦਾ ਹੈ ਕਿ ਉਹਨੂੰ ਇਕੱਲੇ ਨਾ ਰਹਿਣਾ ਪਵੇ, ਸਟਰਗਲ ਨਾ ਕਰਨਾ ਪਵੇ, ਤੇ ਉਸ ਤੋਂ ਬਾਅਦ ਜਦੋਂ ਉਹ ਉਸ ਚੀਜ਼ 'ਚ ਐਂਟਰ ਹੋ ਜਾਂਦੇ ਆ ਫੇਸ 'ਚ, ਫਿਰ ਉਸਨੂੰ ਫਿਕਸ ਨਹੀਂ ਕਰਨਾ ਚਾਹੁੰਦਾ। ਜਿਵੇਂ ਤੁਸੀਂ ਕਹਿੰਦੇ ਹੋ ਕਿ ਕਮਿਊਨੀਕੇਸ਼ਨ ਨਹੀਂ ਰਹਿੰਦਾ, ਗੱਲਬਾਤਾਂ ਖਤਮ ਹੋ ਜਾਂਦੀਆਂ ਨੇ, ਠੀਕ ਹੈ, ਬਿਕਾਜ਼ ਮੈਨੂੰ ਲੱਗਦਾ ਪਿਆ ਕਿ ਉਹ ਸਿਰਫ ਇੱਕ ਇਕੱਲੇਪਨ ਤੋਂ ਭੱਜਣ ਲਈ ਇੱਕ ਰਿਲੇਸ਼ਨਸ਼ਿਪ 'ਚ ਆ ਜਾਂਦੇ ਨੇ। ਜੀ ਇਹਨੂੰ ਆਪਾਂ ਥੋੜਾ ਜਿਹਾ ਇਸ ਤਰੀਕੇ ਨਾਲ ਵੀ ਗੁਰਸ਼ਰਨ ਦੇਖ ਸਕਦੇ ਹਾਂ ਕਿ ਮੈਨੂੰ ਕਿਹੜੀ ਚੀਜ਼ ਚੰਗੀ ਲੱਗਦੀ ਹੈ ਜ਼ਿੰਦਗੀ 'ਚ। ਹੁਣ ਕਈ ਬੰਦਿਆਂ ਨੂੰ ਟੀਵੀ ਦੇਖਣਾ ਬੜਾ ਚੰਗਾ ਲੱਗਦਾ, ਉਹਨੂੰ ਭਾਵੇਂ ਤੁਸੀਂ 10 ਘੰਟੇ ਟੀਵੀ ਦਿਖਾ ਲਓ, ਉਹਨੂੰ ਹੋਰ ਕੋਈ ਜ਼ਿੰਦਗੀ 'ਚ ਮਹਿਸੂਸ ਹੀ ਨਹੀਂ ਹੁੰਦਾ ਕੁਝ ਵੀ। ਕਈ ਬੰਦਿਆਂ ਨੂੰ ਸੈੱਲਫੋਨ 'ਤੇ ਬਹੁਤ ਚੰਗਾ ਲੱਗਦਾ, ਕਈ ਬੰਦਿਆਂ ਨੂੰ ਫੇਸਬੁੱਕ ਬੜੀ ਚੰਗੀ ਲੱਗਦੀ ਹੈ, ਕਈ ਬੰਦਿਆਂ ਨੂੰ ਹੋਰ ਜਿਹੜੇ ਬਹੁਤ ਸਾਰੀਆਂ ਸੋਸ਼ਲ ਸਾਈਟਸ ਆ ਉਹਦੇ 'ਤੇ ਜਾਣਾ ਬੜਾ ਚੰਗਾ ਲੱਗਦਾ, ਅਤੇ ਉਹ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ 5-7 ਘੰਟੇ ਉਹ ਰੋਜ਼ ਦੇ ਲਾ ਵੀ ਦੇਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਕੱਲ੍ਹ ਦੀ ਇਹ ਟੈਕਨੋਲੋਜੀ ਦੇ ਏਜ ਦੇ ਵਿੱਚ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ 'ਚ ਇੱਕ ਦੂਸਰੇ ਨੂੰ ਸਪੋਰਟ ਕਰਨ ਦਾ ਕਨਸੈਪਟ ਘੱਟ ਗਿਆ, ਕਿਉਂਕਿ ਮੈਂ ਆਪਣੇ ਆਪ ਦੇ ਵਿੱਚ ਸੰਪੂਰਨ ਹੋ ਸਕਦਾ ਟੈਕਨੋਲੋਜੀ ਨਾਲ। ਜੇ ਮੈਨੂੰ ਚੰਗਾ ਲੱਗਦਾ ਕਿ ਮੈਂ YouTube 'ਤੇ ਕੋਈ ਸ਼ੋਅ ਦੇਖਣਾ ਤਾਂ ਮੈਂ YouTube 'ਤੇ ਸ਼ੋਅ ਦੇਖ ਸਕਦਾ, ਔਰ ਮੈਂ ਆਪਣੀ ਜਿਹੜੀ ਮੇਰੀ ਸੈਟਿਸਫੈਕਸ਼ਨ ਆ ਉਹ ਮੇਰੀ ਪੂਰੀ ਹੋ ਗਈ। ਸੋ ਮੇਰਾ ਦਿਨ ਚੰਗਾ ਹੋ ਗਿਆ, ਮੈਂ ਹੈਪੀ ਹਾਂ, ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਪਈ। ਉਹ ਮੈਨੂੰ ਜ਼ਰੂਰਤ ਉਦੋਂ ਪਊਗੀ ਜਦੋਂ ਮੈਨੂੰ ਰੋਟੀ ਚਾਹੀਦੀ ਹੋਊਗੀ, ਜਾਂ ਮੈਨੂੰ ਮਤਲਬ ਕਿ ਕਾਰ ਚਾਹੀਦੀ ਹੋਊਗੀ, ਜਾਂ ਮੈਨੂੰ ਕਿਸੇ ਦੇ ਜਾਣਾ ਹੋਊਗਾ, ਜਾਂ ਮੈਂ ਕਿਸੇ ਪਾਰਟੀ 'ਤੇ ਜਾਣਾ, ਤੇ ਨਹੀਂ ਤਾਂ ਮੈਨੂੰ ਅਗਲਾ ਪੁੱਛੂਗਾ ਵੀ ਤੇਰੀ ਵਾਈਫ ਕਿੱਥੇ ਆ। ਉਹ ਉਸ ਕਰਕੇ ਮੈਨੂੰ ਉਦੋਂ ਮੈਂ ਨਹੀਂ ਕਹਿ ਸਕਦਾ ਵੀ ਜੀ ਰਾਈਟ, ਉਦੋਂ ਮੈਂ ਇਹ ਨਹੀਂ ਕਹਿ ਸਕਦਾ, ਰਾਈਟ, ਉਦੋਂ ਮੈਨੂੰ ਲਿਜਾਣਾ ਪਊਗਾ ਉਹਨੂੰ। ਸੋ ਉਸ ਸੈਂਸ ਦੇ ਵਿੱਚ ਅੱਜ ਕੱਲ੍ਹ ਹੋਰ ਵੀ ਜ਼ਿਆਦਾ ਕੰਪਲੀਕੇਸ਼ਨਸ ਆ, ਕਿਉਂਕਿ ਜਿਹੜੀ ਸੈਟਿਸਫੈਕਸ਼ਨ ਆ ਕਿਸੇ ਹਿਊਮਨ ਬੀਇੰਗ ਤੋਂ ਇੱਕ ਦੂਜੇ ਦੀ ਸੈਟਿਸਫੈਕਸ਼ਨ ਆ, ਉਹ ਸੈਟਿਸਫੈਕਸ਼ਨ ਤਾਂ ਕਈ ਹੋਰ ਚੀਜ਼ਾਂ ਪੂਰੀਆਂ ਕਰੀ ਜਾਂਦੀ ਆ, ਉਹ ਤਾਂ ਸਾਡੀ ਟੈਕਨੋਲੋਜੀ ਸਾਨੂੰ ਪੂਰੀਆਂ ਕਰੀ ਜਾਂਦੀ ਆ। ਸੋ ਮੈਨੂੰ ਕੀ ਲੋੜ ਆ ਹਿਊਮਨ ਬੀਇੰਗ ਤੋਂ? ਤੇ ਜੇ ਦੋਨੋਂ ਹਿਊਮਨ ਬੀਇੰਗਸ ਟੈਕਨੋਲੋਜੀ 'ਚ ਚਲੇ ਜਾਣ ਫੇਰ ਕੀ ਬਣੂਗਾ? ਤੇ ਅੱਜ ਕੱਲ੍ਹ ਇਹੀ ਹੋ ਰਿਹਾ ਕਿ ਵਟ ਇਜ਼ ਹੈਪਨਿੰਗ ਇਜ਼ ਕਿ ਜੇ ਹਸਬੈਂਡ ਵਾਈਫ ਇੱਕ ਦੂਜੇ ਨਾਲ ਲੜਦੇ ਆ, ਉਹਨਾਂ ਦੀ ਬਣਦੀ ਨਹੀਂ, ਤਾਂ ਉਹ ਆਪਣਾ ਆਲਟਰਨੇਟ ਲੱਭ ਲੈਂਦੇ ਆ। ਉਹ ਆਲਟਰਨੇਟ ਹੈਗਾ ਲੈਸ ਟਾਕਿੰਗ ਐਂਡ ਮੋਰ ਉਹ ਐਕਟੀਵਿਟੀਜ਼ ਜਿਹੜੀਆਂ ਉਹਨਾਂ ਨੂੰ ਚੰਗੀਆਂ ਲੱਗਦੀਆਂ, ਉਹਦੇ ਨਾਲ ਉਹਨਾਂ ਦੀ ਹਸਬੈਂਡ ਵਾਈਫ ਦੀ ਮਿਨੀਮਲ ਇੰਟਰਐਕਸ਼ਨ ਹੁੰਦੀ ਹੈ ਅਤੇ ਲੜਾਈ ਘੱਟ ਹੁੰਦੀ ਆ। ਅਤੇ ਇਹ ਕਦੋਂ ਆਪਾਂ ਨੂੰ ਇਹ ਪਤਾ ਲੱਗਿਆ ਕਿ ਆਹ ਟਰੁੱਥ ਆ? ਇਹ ਉਦੋਂ ਪਤਾ ਲੱਗਿਆ ਜਦੋਂ ਕੋਵਿਡ ਦੇ ਵਿੱਚ 2 ਸਾਲ ਆਪਾਂ ਨੂੰ ਲਾਕਡਾਊਨ 'ਚ ਰਹਿਣਾ ਪਿਆ ਅਪਰੋਕਸੀਮੇਟਲੀ, ਜਾਣੀ ਘਰੋਂ ਕੰਮ ਕਰਨਾ ਪੈਂਦਾ ਸੀ। ਇਹ ਸਾਰੀਆਂ ਗੱਲਾਂ 'ਚ ਫਿਰ ਪਤਾ ਲੱਗਿਆ ਕਿ ਹੁਣ ਹਸਬੈਂਡ ਵਾਈਫ ਤਾਂ ਇਕੱਠੇ ਆ, ਹੁਣ ਕੋਈ ਨਾ ਕੋਈ ਗੱਲ ਹੋ ਜਾਂਦੀ ਸੀ ਤਾਂ ਲੜਾਈ ਹੋ ਜਾਂਦੀ ਸੀ ਅਤੇ ਆਪਾਂ ਨੂੰ ਫੋਨ ਕਾਲਸ ਆਉਂਦੀਆਂ ਸੀ ਵੀ ਸਾਡੀ ਤਾਂ ਲੜਾਈ ਹੋਈ ਜਾਂਦੀ ਆ, ਵੀ ਅਸੀਂ ਹੁਣ ਕੀ ਕਰੀਏ। ਪਹਿਲਾਂ ਤਾਂ ਕਹਿੰਦਾ ਮੈਂ ਘਰੋਂ ਤੋਂ ਬਾਹਰ ਚਲੇ ਜਾਂਦਾ ਸੀਗਾ ਅਤੇ ਉੱਥੇ ਮੇਰਾ ਟਾਈਮ ਨਿਕਲ ਜਾਂਦਾ ਸੀ, ਹੁਣ ਮੈਂ ਘਰੇ ਹੀ ਹਾਂ, ਹੁਣ ਮੇਰੀ ਲੜਾਈ ਹੁੰਦੀ ਆ। ਸੋ ਪੁਲਿਸ ਵਾਲਿਆਂ ਨੇ ਵੀ ਦੇਖਿਆ ਕਿ ਉਹਨਾਂ ਦੀਆਂ ਕਾਲਾਂ ਵੱਧ ਗਈਆਂ ਰਿਸਪੌਂਡ ਕਰਨ ਦੀਆਂ ਡੋਮੈਸਟਿਕ ਵਾਇਲੈਂਸ ਨੂੰ। ਲੋਕਾਂ ਨੇ ਵੀ ਇਹ ਫੋਨ ਕਰਕੇ ਕਿਹਾ ਕਿ ਸਾਡੀ ਆਪਸ ਵਿੱਚ ਇੰਟਰਪਰਸਨਲ ਸਕਿੱਲਸ ਖਰਾਬ ਹੋ ਗਏ, ਅਤੇ ਪਹਿਲਾਂ ਅਸੀਂ ਬੜੇ ਸੈੱਟ ਸੀਗੇ, ਪਹਿਲਾਂ ਸਾਡੀ ਕੋਈ ਲੜਾਈ ਨਹੀਂ ਸੀ ਹੁੰਦੀ। ਲੜਾਈ ਹੁੰਦੀ ਸੀ, ਉਹਨਾਂ ਨੂੰ ਲੱਗਦਾ ਵੀ ਲੜਾਈ ਨਹੀਂ ਸੀ ਹੁੰਦੀ, ਕਿਉਂਕਿ ਉਹਨਾਂ ਨੇ ਆਪਣਾ ਇੱਕ ਮੈਕੈਨਿਜ਼ਮ ਜਿਹਾ ਲੱਭ ਲਿਆ ਸੀਗਾ ਵੀ ਤੂੰ ਆਹ ਕਰੀ ਚੱਲ, ਮੈਂ ਆਹ ਕਰੀ ਚੱਲੀ ਨੇ, ਰਹੇ ਇਕੱਠੇ ਜਾਂਦੇ ਹਾਂ ਅਤੇ ਆਪਾਂ ਰਲ ਮਿਲ ਕੇ ਬੱਚਿਆਂ ਨੂੰ ਪਾਲ ਦਿੰਦੇ ਹਾਂ, ਐਂਡ ਆਫ ਸਟੋਰੀ। ਅਤੇ ਉਹਨਾਂ ਨੇ ਆਪਣਾ ਇੱਕ ਸਾਧਨ ਲੱਭਿਆ ਸੀ, ਉਹਨੇ ਆਪਣਾ ਇੱਕ ਸਾਧਨ ਲੱਭਿਆ ਸੀ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਜਿਹੜੀ ਫਿਲੋਸੋਫੀਕਲ ਐਸਪੈਕਟ ਆ ਹਿਊਮਨ ਬੀਇੰਗ ਦਾ, ਵੀ ਮੈਨੂੰ ਹੈਪੀਨੈਸ ਕਿਵੇਂ ਮਿਲੂਗੀ, ਅਤੇ ਹੈਪੀਨੈਸ ਤਾਂ ਇਨਸਾਨ ਬੜੀ ਚਲਾਕ ਚੀਜ਼ ਆ, ਉਹ ਤਾਂ ਕਿਸੇ 'ਚੋਂ ਵੀ ਕੱਢ ਸਕਦਾ, ਅਤੇ ਉਹ ਟੈਕਨੋਲੋਜੀ ਤੋਂ ਕੱਢ ਸਕਦਾ, ਉਹ ਅਫੇਅਰਸ ਕਰਦਾ, ਉਹ ਬਾਹਰ ਜਾਣੀ ਵਕੇਸ਼ਨ 'ਤੇ ਇਕੱਲਾ ਚਲੇ ਜਾਊ, ਉਹ ਝੂਠ ਬੋਲ ਦੂ। ਅਤੇ ਇਸੇ ਤਰ੍ਹਾਂ ਹੀ ਵਾਈਫ ਆ, ਉਹ ਵੀ ਇਹ ਕਰ ਸਕਦੀ ਆ, ਕਿਉਂਕਿ ਹੈਪੀਨੈਸ ਹੀ ਲੱਭਣੀ ਆ, ਕਿਸੇ ਚੀਜ਼ 'ਚੋਂ ਵੀ ਮਿਲ ਸਕਦੀ ਆ। ਸੋ ਉਸ ਸੈਂਸ ਦੇ ਵਿੱਚ ਮੇਰਾ ਖਿਆਲ 'ਚ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਅਗਰ ਵਿਆਹ ਕਰਾਉਣਾ ਤਾਂ ਦੈਨ ਯੂ ਹੈਵ ਟੂ ਬੀ ਰੀਅਲੀ ਕਲੀਅਰ ਕਿ ਦੋਨੋਂ ਬੰਦਿਆਂ ਨੂੰ ਇਹ ਪਤਾ ਹੋਵੇ ਕਿ ਅਸੀਂ ਇਸ ਰਿਲੇਸ਼ਨਸ਼ਿਪ 'ਚ ਕਿਉਂ ਪੈ ਰਹੇ ਹਾਂ, ਸਾਡਾ ਐਕਚੁਅਲ ਏਮ ਕੀ ਆ, ਅਤੇ ਕੀ ਅਸੀਂ
ਇੱਕ ਦੂਜੇ ਨਾਲ ਕੰਪਰੋਮਾਈਜ਼ ਕਰਕੇ ਇੱਕ ਦੂਜੇ ਦੀਆਂ ਸਟਰੈਂਥ ਐਂਡ ਵੀਕਨੈਸ ਨੂੰ ਅਸੀਂ ਅੱਛੀ ਤਰ੍ਹਾਂ ਸਮਝ ਕੇ ਯੂਟਿਲਾਈਜ਼ ਕਰਕੇ ਅਸੀਂ ਇੱਕ ਦੂਜੇ ਨੂੰ ਸਪੋਰਟ ਕਰ ਸਕਦੇ ਹਾਂ। ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਦੇ ਵਾਸਤੇ ਅਸੀਂ ਜਿਉ ਸਕਦੇ ਹਾਂ। ਜੇ ਤਾਂ ਇਹ ਅੰਡਰਸਟੈਂਡਿੰਗ ਪਹਿਲੇ ਕੁਝ ਮਹੀਨਿਆਂ 'ਚ ਡੇਟਿੰਗ ਰਿਲੇਸ਼ਨਸ਼ਿਪ 'ਚ ਆ ਗਈ, ਫਿਰ ਤਾਂ ਉਹ ਵਿਆਹਤਾ ਜੀਵਨ ਚੱਲ ਪਊ। ਤੇ ਜੇ ਅਸੀਂ ਉਹ ਡੇਟਿੰਗ ਰਿਲੇਸ਼ਨਸ਼ਿਪ ਨੂੰ ਸਿਰਫ ਸੁਪਰਫਿਸ਼ਲ ਲੈਵਲ 'ਤੇ ਰੱਖਿਆ ਤੇ ਮੂਵੀ ਦੇਖ ਲਈ, ਰੋਟੀ 'ਤੇ ਚਲੇ ਗਏ, ਘੁੰਮ ਫਿਰ ਲਏ ਅਤੇ ਡੀਪ ਡਿਸਕਸ਼ਨਸ ਨਾ ਕੀਤੀਆਂ ਜਿਹੜੀਆਂ ਕਿ ਪ੍ਰੈਕਟੀਕਲ ਲਾਈਫ ਦੀਆਂ ਪ੍ਰੋਬਲਮਸ ਆਉਣਗੀਆਂ, ਫਿਰ ਉਹਦੇ 'ਤੇ ਕੁਝ ਨਹੀਂ ਬਣਨਾ। ਤੁਹਾਡੇ ਅਕੋਰਡਿੰਗ ਇਹ ਚੀਜ਼ਾਂ ਨੂੰ ਫਿਕਸ ਕੀਤਾ ਜਾ ਸਕਦਾ ਹੈ, ਬਟ ਜਿੰਨੇ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ ਮੈਰਿਜ ਕਾਉਂਸਲਿੰਗ ਲਈ ਲੋਕ ਆਉਂਦੇ ਨੇ, ਸਟੈਟਸ ਕੀ ਹੈ ਕਿ ਲੋਕ ਆਉਂਦੇ ਨੇ ਫਿਕਸ ਕਰਨ ਲਈ, ਦੇ ਐਕਚੁਅਲੀ ਵਾਂਟ ਟੂ ਫਿਕਸ ਇਟ, they are just not there for the sake of showing ਕਿ ਹਮ ਤੋਂ ਅਸੀਂ ਤਾਂ ਆ ਰਹੇ ਹਾਂ ਜੀ ਤੇ ਅਸੀਂ ਬੱਚਿਆਂ ਲਈ ਆ ਰਹੇ ਨੇ। ਤੇ ਜੇ ਇਵਨ ਬੱਚਿਆਂ ਲਈ ਵੀ ਕਰਨਾ ਉਹਨਾਂ ਨੇ ਫਿਕਸ, ਤਾਂ ਕਿੰਨਾ ਨੰਬਰ ਹੈਗਾ, ਪਰਸੈਂਟੇਜ ਹੈਗਾ ਜਿਹੜਾ ਐਕਚੁਅਲੀ ਸਕਸੈਸਫੁਲ ਰਹਿੰਦਾ ਫਿਕਸ ਕਰਨ 'ਚ? ਆਪਣੇ ਜ਼ਿਆਦਾ ਪਰਸੈਂਟੇਜ ਸਕਸੈਸ ਦੀ ਨਹੀਂ ਗੀ। ਉਹਦਾ ਇੱਕ ਰੀਜ਼ਨ ਆ ਕਿ ਆਪਣੇ ਫਿਕਸ ਕਰਨ ਦੀ ਜਿਹੜਾ ਕਨਸੈਪਟ ਆ ਨਾ ਵੀ ਫਿਕਸ ਕਿਵੇਂ ਹੁੰਦੀ ਹੈ ਮੈਰਿਜ, ਉਹ ਇਹ ਸੋਚਦੇ ਆ ਕਿ ਜਿਹੜਾ ਮੈਰਿਜ ਕਾਉਂਸਲਰ ਆ ਨਾ, ਉਹ ਕੁਝ ਇਹੋ ਜਿਹੀ ਚੀਜ਼ ਕਰੂਗਾ ਜਿਹਦੇ ਨਾਲ ਸਾਡੀ ਮੈਰਿਜ ਫਿਕਸ ਹੋ ਜਾਊ। ਜਦੋਂ ਕਿ ਮੈਰਿਜ ਤਾਂ ਫਿਕਸ ਹੋਊਗੀ ਜੇ ਅਸੀਂ ਘਰ ਜਾ ਕੇ ਜਿਹੜੀਆਂ ਐਕਸਰਸਾਈਜ਼ਸ ਇੱਕ ਮੈਰਿਜ ਕਾਉਂਸਲਰ ਤੁਹਾਨੂੰ ਦਿੰਦਾ, ਤੁਸੀਂ ਉਸ ਨੂੰ ਪੜ੍ਹੋਗੇ, ਉਹਦੇ 'ਤੇ ਅਮਲ ਕਰੋਗੇ, ਉਸ ਨੂੰ ਇੰਪਲੀਮੈਂਟ ਕਰੋਗੇ ਤਾਂ ਚੇਂਜਸ ਆਉਣਗੀਆਂ। ਉਹ ਕਹਿੰਦੇ ਆ ਵੀ ਇਹ ਤਾਂ ਨਹੀਂ ਸਾਡੇ ਤੋਂ ਹੋਣਾ, ਅਸੀਂ ਨਹੀਂ ਕੋਈ ਫਾਰਮ ਵਗੈਰਾ ਭਰਨੇ। ਜਾਣੀ ਹੁਣ ਮਤਲਬ ਕਿ ਪਹਿਲੀ ਸੈਸ਼ਨ 'ਚ 4 ਫਾਰਮ ਭਰਨੇ ਆ, ਉਹਦੇ 'ਚ ਬੇਸਿਕਲੀ ਹੁੰਦਾ ਤੁਸੀਂ ਕੀ ਚਾਹੁੰਦੇ ਹੋ, ਇਹੀ ਤੁਹਾਡਾ ਪਾਰਟਨਰ ਭਰਦਾ ਵੀ ਤੁਸੀਂ ਕੀ ਚਾਹੁੰਦੇ ਹੋ। ਫਿਰ ਹੁੰਦਾ ਵੀ ਤੁਸੀਂ ਦੂਜੇ ਨੂੰ ਕਿੰਨਾ ਅੰਡਰਸਟੈਂਡ ਕਰਦੇ ਹੋ। ਫਿਰ ਹੁੰਦਾ ਕਿ ਤੁਹਾਡੀਆਂ ਲਾਈਕਸ ਐਂਡ ਡਿਸਲਾਈਕਸ ਕੀ ਆ। ਫਿਰ ਤੁਸੀਂ ਐਂ ਸਾਹਮਣੇ ਰੱਖ ਕੇ ਦੋਨਾਂ ਨੂੰ ਐਂ ਕਰਕੇ ਦੇਖਦੇ ਹੋ, ਅੱਛਾ ਇਹਦੀ ਲਾਈਕ ਹੈਗੀ ਆ ਵੀ ਮੈਂ ਬਿਲਕੁਲ ਕਿਸੇ ਰੈਸਟੋਰੈਂਟ 'ਚ ਜਾਣ ਨੂੰ ਲਾਈਕ ਨਹੀਂ ਕਰਦਾ, ਉਹਦੀ ਹੈਗੀ ਆ ਕਿ ਮੈਂ ਤਾਂ ਹਰ ਵੀਕ ਹੀ ਬਾਹਰ ਜਾਣਾ ਲਾਈਕ ਕਰਦੀ ਹਾਂ। ਸੋ ਹੁਣ ਆਪਾਂ ਨੂੰ ਪਤਾ ਲੱਗ ਗਿਆ ਇਹਨਾਂ ਦੀ ਲੜਾਈ ਕਿਉਂ ਹੋਊਗੀ, ਇਹਨਾਂ ਦੀ ਲੜਾਈ ਹੋਊਗੀ। ਉਹ ਕਹਿੰਦਾ ਮੈਂ ਬਾਹਰ ਨਹੀਂ ਜਾਣਾ, ਉਹ ਕਹਿੰਦੇ ਮੈਂ ਤਾਂ ਬਾਹਰ ਜਾਣਾ। ਇਸ ਤਰ੍ਹਾਂ ਕਰਕੇ ਜਿਹੜੀਆਂ ਉਹ ਡਿਸਕ੍ਰਿਪੈਂਸੀਜ਼ ਆ, ਫਿਰ ਤੁਸੀਂ ਉਹਨਾਂ ਦੇ ਸਾਹਮਣੇ ਰੱਖਦੇ ਹੋ ਵੀ ਆਹ ਤੁਹਾਡੀਆਂ ਡਿਸਕ੍ਰਿਪੈਂਸੀਜ਼ ਆ। ਲੜਾਈ ਹੁੰਦੀ ਆ ਰੈਸਟੋਰੈਂਟ 'ਤੇ, ਉਹ ਕਹਿੰਦੇ ਬਿਲਕੁਲ ਜੀ ਬਹੁਤ ਹੁੰਦੀ ਆ ਸਾਡੀ, ਅਸੀਂ ਤਾਂ ਕਦੇ ਵੀ ਨਹੀਂ ਐਗਰੀ ਕਰਦੇ ਕਿਹੜੇ ਰੈਸਟੋਰੈਂਟ 'ਚ ਜਾਣਾ, ਕਿਹੜਾ ਫੂਡ ਆਰਡਰ ਕਰਨਾ, ਕਿੰਨਾ ਖਾਣਾ, ਅਸੀਂ ਤਾਂ ਰੁੱਸ ਕੇ ਹੀ ਆ ਜਾਂਦੇ ਹਾਂ। ਸੋ ਇਹਦਾ ਮਤਲਬ ਆ ਕਿ ਕੰਮ ਕਰਨਾ ਪੈਂਦਾ। ਆਪਣੇ ਕਲਚਰ 'ਚ ਇਹ ਹੈ ਨਹੀਂ ਗਾ, ਆਪਣੇ ਕਲਚਰ 'ਚ ਕੰਮ ਨਹੀਂ ਕਰਨਾ ਚਾਹੁੰਦੇ। ਉਹ ਸੋਚਦੇ ਆ ਵੀ ਸਮਹਾਓ ਗੱਲਾਂ ਬਾਤਾਂ ਨਾਲ ਹੀ ਫਿਕਸ ਹੋ ਜੂ, ਗੱਲਾਂ ਬਾਤਾਂ ਨਾਲ ਨਹੀਂ ਫਿਕਸ ਹੁੰਦਾ। ਇਹ ਤੁਹਾਨੂੰ ਵਰਕ ਕਰਨਾ ਪੈਂਦਾ, ਆਪਣੀਆਂ ਹੈਬਿਟਸ ਨੂੰ ਅੰਡਰਸਟੈਂਡ ਕਰਨਾ ਪੈਂਦਾ, ਉਹਦੇ 'ਚ ਚੇਂਜਸ ਲਿਆਉਣੀਆਂ ਪੈਂਦੀਆਂ। ਇੱਦਾਂ ਦਾ ਕੀ ਹੈਗਾ ਲਾਈਕ ਹੈਬਿਟਸ 'ਤੇ ਵਰਕ ਕਰਨ ਲਈ ਤੇ ਹੋਰ ਗੱਲਾਂ ਬਾਤਾਂ 'ਤੇ ਵਰਕ ਕਰਨ ਲਈ, ਕਿ ਇੱਦਾਂ ਦਾ ਕੀ ਲੈ ਲੈਂਦਾ ਇੱਕ ਕਾਉਂਸਲਿੰਗ 'ਚ ਆ ਕੇ, ਜਾਂ ਫਿਰ ਉਸ ਚੀਜ਼ ਨੂੰ ਸੇਵ ਕਰਨ ਵਾਸਤੇ, ਇੱਕ ਰਿਲੇਸ਼ਨਸ਼ਿਪ ਨੂੰ ਸੇਵ ਕਰਨ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਮੈਨ ਜ਼ਿਆਦਾ ਕੰਪਰੋਮਾਈਜ਼ ਕਰ ਜਾਂਦਾ ਹੈ ਕਿ ਫਿਰ ਅੰਡਰਸਟੈਂਡ ਕਰਕੇ ਕਿ ਇੱਕ ਵਿਮਨ ਜ਼ਿਆਦਾ ਕਰ ਜਾਂਦੀ ਹੈ? ਸੋ ਸਾਡੇ ਅਗਰ ਆਪਾਂ ਕਲਚਰਲੀ ਇਹਨੂੰ ਕਲਚਰਲ ਐਸਪੈਕਟ ਤੋਂ ਆਪਾਂ ਅਗਰ ਇਹਨਾਂ ਨੂੰ ਐਨਾਲਾਈਜ਼ ਕਰਨਾ, ਫਿਰ ਤਾਂ ਬੜਾ ਕਲੀਅਰ ਆ ਕਿ ਵਿਮਨ ਜ਼ਿਆਦਾ ਕੰਪਰੋਮਾਈਜ਼ ਕਰਦੀਆਂ, ਕਿਉਂਕਿ ਵਿਮਨ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਹੁੰਦਾ। ਵਿਮਨ ਦੇ ਉੱਤੇ ਉਹਦੇ ਫੈਮਿਲੀ ਦਾ ਵੀ ਪ੍ਰੈਸ਼ਰ ਹੁੰਦਾ, ਸਹੁਰਿਆਂ ਦਾ ਵੀ ਪ੍ਰੈਸ਼ਰ ਹੁੰਦਾ। ਵਿਮਨ ਨੂੰ ਇਹ ਪਤਾ ਹੁੰਦਾ ਕਿ ਮੈਂ ਬੱਚੇ ਲੈ ਕੇ ਜਾਊਂਗੀ ਕਿੱਥੇ, ਉਹਦਾ ਵੀ ਪ੍ਰੈਸ਼ਰ ਹੁੰਦਾ। ਅਤੇ ਫਿਰ ਆਲੇ ਦੁਆਲੇ ਦਾ ਵੀ ਪ੍ਰੈਸ਼ਰ ਹੁੰਦਾ। ਅਤੇ ਫਿਰ ਉਹਨੂੰ ਪਤਾ ਕਿ ਜੇ ਮੇਰਾ ਡਿਵੋਰਸ ਹੋ ਗਿਆ ਅਤੇ ਮੇਰੀ ਜਿਹੜੀ ਸੈਕੰਡ ਅਗਰ ਮੈਂ ਵਿਆਹ ਕਰਾਊਂਗੀ ਤਾਂ ਕੋਈ ਗਰੰਟੀ ਨਹੀਂ ਕਿ ਵੀ ਉਹ ਵੀ ਚੱਲੂਗੀ, ਰਾਈਟ। ਸੋ ਇਸ ਕਰਕੇ ਉਹਦਾ ਜ਼ਿਆਦਾ ਕੌਨਸੈਪਟ ਹੁੰਦਾ ਵੀ ਕਿਸੇ ਤਰੀਕੇ ਨਾਲ ਇਹੀ ਮੈਰਿਜ ਵਰਕ ਕਰ ਜੇ। ਆਦਮੀ ਦਾ ਥੋੜ੍ਹਾ ਜਿਹਾ ਕੌਨਸੈਪਟ ਡਿਫਰੈਂਟ ਹੁੰਦਾ। ਆਦਮੀ ਕਹਿੰਦਾ ਟਰਾਈ ਕਰਕੇ ਦੇਖ ਲੈਂਦੇ ਹਾਂ, ਜੇ ਤਾਂ ਹੋ ਗਿਆ, ਨਹੀਂ ਤਾਂ ਫਿਰ ਠੀਕ ਆ, ਫਿਰ ਮੈਂ ਹੁਣ ਕੀ ਕਰਾਂ। ਆਦਮੀ ਦਾ ਇਸ ਕੌਨਸੈਪਟ ਆ, ਕਿਉਂਕਿ ਉਹਦੀ ਜਿਹੜੀ ਪ੍ਰੋਬਲਮ ਸੋਲਵਿੰਗ ਮੈਥਡ ਆ ਉਹ ਹੈਗਾ ਆਲ ਔਰ ਨਥਿੰਗ। ਉਹਦੀ ਆਲ ਔਰ ਨਥਿੰਗ ਦੀ ਪ੍ਰੋਬਲਮ ਸੋਲਵਿੰਗ ਆ। ਅਤੇ ਕੁਛ ਉਹ ਰਿਸਕ ਜ਼ਿਆਦਾ ਲੈਂਦਾ, ਉਹ ਕਹਿੰਦਾ ਕਿਤੇ ਨਹੀਂ ਚੱਲੀ, ਐਵੇਂ ਮਾਰਦੀ ਆ, ਰਾਈਟ। ਸੋ ਉਸ ਸੈਂਸ ਦੇ ਵਿੱਚ ਕਾਫੀ ਇਹਨਾਂ ਨੂੰ ਡਿਫੀਕਲਟੀਜ਼ ਆਉਂਦੀਆਂ। ਬਲਦੇਵ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇਸ ਚੀਜ਼ 'ਤੇ ਗੱਲ ਕਰਨ ਲਈ। ਮੈਨੂੰ ਹੋਪ ਹੈ ਕਿ ਬਲਦੇਵ ਜੀ ਦੀ ਗੱਲਾਂ ਸੁਣ ਕੇ ਤੁਹਾਨੂੰ ਸਾਰਿਆਂ ਨੂੰ ਕੋਈ ਨਾ ਕੋਈ ਗੱਲ 'ਤੇ ਸੋਲਿਊਸ਼ਨ ਮਿਲਿਆ ਹੋਣਾ। ਤੁਹਾਡਾ ਵੀ, ਸਾਡੇ ਦਰਸ਼ਕ ਦਾ ਵੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬਣੇ ਰਹਿਣ ਲਈ।
ਥੈਂਕ ਯੂ ਸੋ ਮਚ।